ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਨਾਲ ਆਪਣੇ ਵੀਰ ਪਰਮਜੀਤ ਸਿੰਘ ਬਾਠ ਹੋਣੀ। ਕੀ ਹਾਲ ਨੇ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਬੱਲ ਜੀ, ਬੱਲੇ ਬੱਲੇ ਵਧੀਆ। ਗਰਮੀ ਪੂਰੀ ਹੈ ਕੈਲਗਰੀ ਦੇ ਵਿੱਚ, ਮੌਜਾਂ ਲੱਗੀਆਂ ਪਈਆਂ। ਟਾਈ ਬੜੀ ਵਧੀਆ ਲਾਈ। ਟਾਈ ਦੇਖੋ ਮੰਗਵੀਂ ਲਾਈ ਹੈ। ਨਹੀਂ ਮੈਂ ਵੀ ਇਹੋ ਹੀ। ਸਭ ਤੋਂ ਵੱਡੀ ਗੱਲ ਕਿ ਬਿਨਾਂ ਪੁੱਛਿਆ ਲਾਈ ਹੈ। ਨਹੀਂ ਦੇਖੋ ਹੁਣ ਤੁਹਾਡੀ ਚੱਲਦੀ ਇੰਨਾ ਕੀ ਹੁੰਦਾ। ਉਹ ਕਹਿੰਦੇ ਵੀ ਅਗਲਾ ਬੰਦਾ ਕਹਿੰਦਾ ਵੀ ਤੂੰ ਹਲਕਾ ਜਿਹਾ ਮੈਨੂੰ ਨਾ ਖਲੋਣ ਨੂੰ ਥਾਂ ਦੇਣਾ। ਵੀ ਪਹਿਲੀ ਵਾਰ ਅਗਲਾ ਆਖਿਆ ਵੀ ਕੋਈ ਨਹੀਂ ਵਟਸਐਪ ਕੋਟ ਤੁਹਾਡਾ ਮਾਰਿਆ ਪਾ ਲਿਓ। ਉਹ ਵੀ ਹੁਣ ਪਾ ਲਈਦਾ ਬਿਨਾਂ ਪੁੱਛੇ। ਉਹ ਟਾਈ ਯਾਰ ਤੁਹਾਡੀਆਂ ਹੀ ਏਡੀ ਕਿਹੜੀ ਗੱਲ ਆ। ਹੁਣ ਹੌਲੀ ਹੌਲੀ ਅਗਲਾ ਬੰਦਾ ਕਹਿੰਦਾ ਮੈਨੂੰ ਤਾਂ ਇਹ ਵੀ ਲੱਗਦਾ ਵੀ 10 ਦਿਨਾਂ ਤੱਕ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਫਿਰ ਤੁਸੀਂ ਕਹਿਣਾ ਉਹ ਯਾਰ ਇੱਥੇ ਬੰਦਾ ਆਇਆ ਕਹਿੰਦੇ ਆਇਆ ਸੀ ਕੀ ਉਹ ਯਾਰ ਕਹਿੰਦੇ ਟਾਈ ਸੀ ਮੇਰੀ ਕਿਤੇ ਵੇਖਿਓ ਜੇ ਬਾਠ ਸਾਹਿਬ ਨੂੰ ਪਤਾ ਹੋਵੇ ਤੇ ਹੈ ਨਾ। ਨਹੀਂ ਉਹ ਮੈਂ ਤਾਂ ਸੋਚਦਾ ਸੀ ਕਿਉਂਕਿ ਸਵੇਰੇ ਵਾਲਾ ਪ੍ਰੋਗਰਾਮ ਤਾਂ ਮੈਂ ਜਿੰਨੇ ਕੁ ਵਜੇ ਕਰਕੇ ਚਲੇ ਜਾਂਦਾ ਇਹਨੂੰ ਪਤਾ ਹੀ ਬਾਅਦ 'ਚ ਲੱਗਦਾ ਸੱਜਣਾ ਨੂੰ ਕਿ ਭਾਈ ਕਿਹਦੀ ਟਾਈ ਲਾ ਗਿਆ ਕਿਹਦਾ ਕੋਟ ਪਾ ਗਿਆ। ਬਾਕੀ ਕੋਈ ਗੱਲ ਨਹੀਂ ਸੰਧਾਲੀਆ ਸਾਹਿਬ, ਜੀ ਸਮੇਂ ਦੀ ਗੱਲ ਆ। ਕਦੇ ਸਾਡੇ ਵੀ ਦਿਨ ਆਉਣਗੇ। ਨਹੀਂ ਆ ਗਏ ਤੁਹਾਡੇ ਦਿਨ। ਹੁਣ ਇੰਨੇ ਵਧੀਆ ਦਿਨ ਹੋਰ ਬਰਫਾਂ ਵਾਲੇ ਦਿਨ ਡੀਕਦੇ ਆ। ਨਹੀਂ ਗੱਲ ਤਾਂ ਤੁਹਾਡੀ ਠੀਕ ਹੈ। ਬਰਫਾਂ ਪੈ ਜਾਣੀਆਂ ਮੁੜ ਕੇ ਫੋਟੋ ਖਿੱਚ ਪਾਉਣੀਆਂ ਸਾਰਿਆਂ ਨੇ। ਕਿਆ ਦੇਖੋ ਜੀ ਸਨੋਫਾਲ ਹੋਈ ਹੈ, ਫਸਟ ਸਨੋਫਾਲ ਹੈ ਨਾ। ਇੱਕ ਗੱਲ ਹੈਗੀ ਦੇਖੋ ਕੋਈ ਵੀ ਚੀਜ਼ ਆ ਨਵੀਂ ਹੋਵੇ ਨਾ ਤੇ ਉਹਦਾ ਬੜਾ ਚਾਅ ਹੁੰਦਾ। ਹੁਣ ਜਦ ਮੰਨ ਲਓ ਬੰਦੇ ਨੇ ਨਵੀਂ ਗੱਡੀ ਲਈ ਪਹਿਲਾਂ ਐਨ ਧੋ ਬਣਾ ਉੱਤੇ ਕਵਰ ਪਾ, ਜੇ ਕੋਈ ਵਿੱਚ ਸਵਾਰੀ ਬਹਿਣ ਲੱਗੀ ਉਹਦੇ ਪੈਰ ਵੇਖੀ ਝਾੜ ਕੇ ਮਾੜਾ ਜਿਹਾ ਇੱਦਾਂ ਨਹੀਂ। ਉਹੋ ਹੀ ਗੱਡੀ ਤੁਸੀਂ 6 ਮਹੀਨਿਆਂ ਬਾਅਦ ਖੁਦ ਦੇਖੋ ਤੇ ਉਹ ਆਪ ਹੀ ਬੰਦਾ ਵੀ ਉਹ ਭਾਜੀ ਕੀ ਕਰੀ ਯਾਰ ਸਫਾਈ ਨਹੀਂ ਹੁੰਦੀ। ਹੁਣ ਚਲੋ ਕੋਈ ਨਹੀਂ ਆਪਾਂ ਕਿਸੇ ਦਿਨ ਧਵਾਉਂਦੇ ਹਾਂ। ਉਹ ਕਿਸੇ ਦਿਨ ਧਵਾਉਣੇ 'ਚ ਵੀ ਮਹੀਨਾ ਲੰਘ ਜਾਂਦਾ। ਉਹ ਗੱਲ ਬਰਫ ਦੀ ਆ ਵੀ ਜਦੋਂ ਤੇ ਨਵੀਂ ਪੈਂਦੀ ਹੈ ਫਿਰ ਬੰਦੇ ਉਹ ਵਾਹ ਸਨੋਫਾਲ। ਫਰਕ ਪਤਾ ਕੀ ਆ? ਇੱਥੇ ਹੀ ਤੁਸੀਂ ਰਗੜਾ ਖਾ ਜਾਂਦੇ ਆ। ਤੁਸੀਂ ਕਿਹਾ ਕਿ ਨਵੀਂ ਗੱਡੀ ਲਈ, ਅਸੀਂ ਕਹਿੰਦੇ ਜਦੋਂ ਪਹਿਲੀ ਗੱਡੀ ਲਈ ਜਾਣੀ ਪਤਾ ਹੀ ਹੁੰਦਾ ਕਿ ਪੁਰਾਣੀ ਲੈ ਹੋਣੀ ਆ। ਬਸ ਇੰਨਾ ਹੀ ਮਹਾਰਾਜ ਤੁਹਾਡੇ, ਕਿਉਂਕਿ ਤੁਹਾਡਾ ਤੁਸੀਂ ਇੱਦਾਂ ਮੰਨ ਲਓ ਮੇਰੀ ਬੇਨਤੀ ਸੁਣ ਲਓ। ਨਹੀਂ ਅਜੇ ਮੈਂ ਤੈਨੂੰ ਪੂਰਾ ਦੱਸਦਾ ਜੇ ਤੁਸੀਂ ਐਡਾ ਗਰੀਬ ਬਣਨਾ। ਨਵਾਂ ਜਦੋਂ ਸਾਈਕਲ ਤਾਂ ਡਰਗਾ ਬੰਦਾ ਲੈਂਦਾ ਨਾ ਉਹਦੇ ਉਹ ਚੱਕਿਆਂ 'ਚ ਫੁੰਮਣ ਜੇ ਲਵਾ ਬ੍ਰੇਕਾਂ ਦੇ ਨਾਲ ਵੀ ਉਹ ਜਿਹੜੀਆਂ ਰੀਲਾਂ ਨੇ ਪਿੜੀਆਂ ਨਹੀਂ ਪਈਆਂ ਹੁੰਦੀਆਂ ਉਹ ਰੀਲਾਂ ਜੀਆਂ ਦੇ ਐ ਗਮਛੇ ਜਿਹੇ ਲਮਕਾ ਕੇ ਤੇ ਫਿਰ ਆਖਣਾ ਵੀ ਉਹਦੇ 'ਤੇ ਵੀ ਕੱਪੜਾ ਮਾਰੀ ਜਾਣਾ। ਫਿਰ ਪਹਿਲਾਂ ਉਹਨੂੰ ਧੋ ਲੈਣਾ, ਧੋ ਕੇ ਫਿਰ ਉਹਨੂੰ ਸੁਕਾਉਣਾ ਵੀ। ਕਹਿੰਦਾ ਕੀ ਗੱਲ ਯਾਰ ਆਪੇ ਸੁੱਕ ਜਾਣਾ, ਧੁੱਪੇ ਡੱਕਦੇ। ਨਹੀਂ ਜੰਗਾਲ ਲੱਗ ਜਾਂਦਾ ਹੈ ਨਾ। ਫਿਰ ਐਂ ਘੁਮਾ ਕੇ ਉਹਦੇ ਚੱਕਿਆਂ 'ਚ ਵੀ ਟਾਕੇ ਜਿਹੇ ਪਾਣੀ ਮਾਰਨਾ ਹੈ ਨਾ। ਮੈਂ ਇੱਥੇ ਉਹੋ ਹੀ ਸਾਈਕਲ ਜਦੋਂ 6 ਮਹੀਨੇ ਬਾਅਦ ਹੁੰਦਾ ਫਿਰ ਉਹਦਾ ਕੁਛ ਨਾ ਕੁਛ ਵਿੰਗਾ ਹੁੰਦਾ। ਤੇ ਕਿਸੇ ਵੇਲੇ ਤੇ ਇਹ ਵੀ ਹੁੰਦਾ ਵੀ ਜੇ ਪੱਠਿਆਂ ਦੀ ਪੰਡ ਲਿਆਂਦੀ ਤੇ ਉੱਦਾਂ ਹੀ ਕੰਧ ਨਾਲ ਲਾ ਦੇਣਾ ਯਾਰ ਪੱਠਿਆਂ ਦੀ ਪੰਡ ਤੇ ਸਾਈਕਲ ਤੋਂ ਲਾ ਉਹ ਕੋਈ ਨਹੀਂ ਲਾ ਲਾਂਗੇ ਜਦੋਂ ਜਦੋਂ ਕੁਤਰਨੇ ਲਾ ਲਾਂਗੇ। ਕੋਈ ਸੰਧਾਲੀਆ ਸਾਹਿਬ ਮੈਨੂੰ ਕਈ ਚੀਜ਼ਾਂ ਦਾ ਚੇਤਾ ਜਦੋਂ ਨਵਾਂ ਸਾਈਕਲ ਕਿਤੇ ਮਿਲ ਜਾਵੇ ਨਾ, ਪਹਿਲਾਂ ਬੰਦਾ ਨੂੰ ਵਰਾਂਡੇ 'ਚ ਖੜਾ ਕਰਦਾ ਕਿਉਂਕਿ ਹੁਣ ਤਾਂ ਗ੍ਰਿਲਾਂ ਲੱਗ ਗਈਆਂ, ਘਰ ਹੋਰ ਤਰ੍ਹਾਂ ਦੇ। ਪਹਿਲਾਂ ਸਿੱਧਾ ਵਿਹੜਾ ਗੇਟ ਗੁੜ ਹੁੰਦੇ ਨਹੀਂ, ਵਰਾਂਡੇ 'ਚ ਖੜਾ ਕਰਨਾ, ਅੰਦਰ ਵੀ ਚਾਦਰ ਪਾਉਣੀ ਉੱਤੇ ਮੱਖੀ ਬਹਿੰਦੀ ਹੈ। ਉਹਦੇ ਤੋਂ ਬਾਅਦ ਹੌਲੀ ਚਾਦਰ ਪਹਿਲਾਂ ਲਿਥ ਜਾਣੀ, ਫਿਰ ਵਿਹੜੇ 'ਚ ਹੋ ਜਾਣਾ। ਤੇ ਸਟੈਂਡ ਲਾਉਣ ਦਾ ਵੀ ਇੱਕ ਤਰੀਕਾ ਹੁੰਦਾ। ਜਦੋਂ ਬੰਦਾ ਨਵਾਂ ਸਾਈਕਲ ਲੈਂਦਾ ਉਹਦੇ ਉੱਤਰ ਕੇ ਹੌਲੀ ਦੇਣੀ ਉਹਦਾ ਸਟੈਂਡ ਲਾ ਕੇ, ਮਗਰੋਂ ਇੱਕ ਪਿੜੀ ਵੀ ਐ ਮਾਰਨੀ ਕਿ ਕੋਈ ਧੱਕਾ ਮਾਰੇ ਤਾਂ ਸਟੈਂਡ ਖੁੱਲੇ ਨਾ। ਤੇ ਬਾਅਦ ਵਿੱਚ ਤਾਂ ਇਦਾਂ ਦੇ ਹਾਲਾਤ ਹੋ ਜਾਂਦੇ ਕਿ ਯਾਰ ਇਹ ਬੰਦਾ ਚੱਲਦੇ ਸਾਈਕਲ ਤੋਂ ਛਾਲ ਮਾਰ ਕੇ ਉਤਰਦਾ ਐਂ ਵੀ ਇਹਨੇ ਕੰਧ ਨਾਲ ਲੱਗ ਹੀ ਜਾਣਾ ਹੋ ਜਾਂਦਾ। ਨਹੀਂ ਤਾਂ ਨਹੀਂ ਬਿਲਕੁਲ ਹੁੰਦਾ। ਮੈਂ ਉਹੀ ਆਖਿਆ ਵੀ ਹਰੇਕ ਚੀਜ਼ ਸਮੇਂ ਦੇ ਲਿਹਾਜ਼ ਨਾਲ ਬਦਲ ਜਾਂਦੀ ਹੈ, ਪਰ ਕਈ ਬੰਦੇ ਨਹੀਂ ਬਦਲਦੇ। ਹੁਣ ਕਿਹੜਾ ਨਹੀਂ ਬਦਲਿਆ? ਮੈਂ ਤੁਹਾਨੂੰ ਦੱਸਦਾ ਜਾਣੀ ਕਿ ਤੁਸੀਂ ਹੈਰਾਨ ਹੋ ਜਾਓਗੇ। ਤੁਸੀਂ ਹੁਣ ਕਹਿਣਾ ਮੈਂ ਲੀਡਰ ਕਾਹਨੂੰ ਬਣ ਗਿਆ ਯਾਰ। ਮੈਂ ਲੀਡਰ ਹੈ ਨਹੀਂ। ਹੁਣ ਮੈਂ ਅਸਤੀਫਾ ਦੇ ਚੁੱਕਾ ਬੜੇ ਚਿਰ ਦਾ। ਮੈਂ ਤੁਹਾਨੂੰ ਦੂਜੀ ਆਪਸ਼ਨ ਦੇਣ ਲੱਗਾ ਸਰਦਾਰ ਸਾਹਿਬ। ਨਹੀਂ ਜਿੱਦਾਂ ਦੀਆਂ ਆਪਾਂ ਗੱਲਾਂ ਅੱਜ ਕੱਲ੍ਹ ਲੀਡਰ ਦੀਆਂ ਕਰਨਾ ਹੈ ਨਾ, ਮੈਂ ਬੜਾ ਸੁਖੀ ਹਾਂ ਵੀ ਮੈਂ ਬੜੇ ਚਿਰ ਦਾ ਇਹਨਾਂ ਤੋਂ ਵੱਖ ਹੋ ਗਿਆ। ਕਿਉਂਕਿ ਦੇਖੋ ਕੋਈ ਪੈਸੇ ਧੇਲੇ ਵਾਲੇ ਦਾ, ਭਾਈਚਾਰੇ ਵਾਲੇ ਦਾ ਰੌਲਾ ਰੱਪਾ ਸੁਣ ਲਏ, ਕੋਈ ਉਹਦਾ ਸੁਣ ਲਏ। ਆ ਜਿੱਦਾਂ ਦੀਆਂ ਖਬਰਾਂ ਆਉਣ ਡੀਆਂ ਆਹੋ ਮੈਨੂੰ ਬਹੁਤ ਔਖਾ ਲੱਗਦਾ। ਮੈਂ ਯਾਰ ਕਾਹਨੂੰ ਛੱਡੋ ਖੜਾ। ਚਲੋ ਤੁਹਾਡੇ ਭਲੇ ਵੇਲੇ ਸੀ, ਉਦੋਂ ਸੋਸ਼ਲ ਮੀਡੀਆ ਹੈ ਨਹੀਂ ਸੀ। ਅੱਛਾ ਮੈਂ ਗੱਲ ਇਹ ਕਰਨੀ ਸੀ ਜੀ, ਮੈਂ ਗੱਲ ਇਹ ਕਰਨੀ ਸੀ ਕਿ ਤੁਹਾਡੇ ਲਈ ਇੱਕ ਨਾ ਨਵੀਂ ਚੀਜ਼ ਕ੍ਰੀਏਟ ਕਰਨੀ ਆਪਾਂ। ਜਬਲਪੁਰ ਮੱਧ ਪ੍ਰਦੇਸ਼ ਦੇ ਵਿੱਚ ਹੈ ਭਾਰਤ 'ਚ, ਤੇ ਜਬਲਪੁਰ ਪ੍ਰਸਿੱਧ ਬੜਾ, ਬਹੁਤ ਸਾਰੇ ਲੋਕਾਂ ਨੂੰ ਪਤਾ ਹੁੰਦਾ। ਉੱਥੇ ਦਾ ਇੱਕ ਟਰਾਂਸਪੋਰਟ ਵਿਭਾਗ ਦਾ ਨਾ ਜਾਣੀ ਜ਼ਿਲ੍ਹਾ ਅਧਿਕਾਰੀ ਵੀ ਨਹੀਂ, ਅਸਿਸਟੈਂਟ ਜ਼ਿਲ੍ਹਾ ਅਧਿਕਾਰੀ ਜਾਣੀ ਜ਼ਿਲ੍ਹੇ ਦਾ ਵੀ ਦੂਸਰੇ ਨੰਬਰ ਦੇ ਉੱਤੇ, ਜਿਹੜਾ ਬਹੁਤ ਵੱਡੀ ਪੋਸਟ ਨਹੀਂ। 60-65 ਹਜ਼ਾਰ ਰੁਪਈਆ ਤਨਖਾਹ। 10 ਸਾਲ ਪਹਿਲਾਂ ਨੌਕਰੀ ਦੇ ਵਿੱਚ ਆਇਆ ਬੰਦਾ। ਜਾਣੀ ਮੈਂ ਮੋਟਾ ਜਿਹਾ ਅੰਦਾਜ਼ਾ ਲਾਉਂਦਾ ਸੀ ਕਿ 6 ਲੱਖ ਦੇ ਕਰੀਬ ਉਹਦੀ ਤਨਖਾਹ। 7 ਲਾ ਲਓ, 10 ਸਾਲਾਂ ਦੇ ਵਿੱਚ ਕਿੰਨਾ ਬਣ ਗਿਆ? 10 ਸਾਲਾਂ ਦੇ ਵਿੱਚ 60 ਲੱਖ ਜਾਣੀ 70 ਲਾ ਲਓ, ਕਰੋੜ ਲਾ ਲਓ। ਜਾਣੀ ਇੱਧਰੋਂ ਉੱਧਰੋਂ ਪਾ ਕੇ ਵੀ ਨਾ ਮਾੜਾ ਮੋਟਾ ਟੇਬਲ ਦੇ ਉੱਪਰੋਂ ਥੱਲੇ ਹੋ ਕੇ ਵੀ ਕਰੋੜ ਰੁਪਈਏ ਤੋਂ ਵੱਧ ਨਹੀਂ ਉਹਦੇ ਬਣਦੇ। ਜਾਣੀ TA DA ਜੋ ਮਰਜ਼ੀ ਪਾ ਲਓ। ਉਹਦੇ ਘਰੋਂ ਉਹਦੇ ਧਰਮ ਪਤਨੀ ਕਲਰਕ ਉਹਦੇ ਵਿੱਚ ਪਾ ਕੇ ਕਰੋੜ ਕਰਤਾ ਆਪਾਂ। ਛਾਪਾ ਮਾਰਿਆ ਵਿਜੀਲੈਂਸ ਵਾਲਿਆਂ ਨੇ ਜਬਲਪੁਰ ਦੇ ਵਿੱਚ। ਮੈਂ ਤੁਹਾਨੂੰ ਦੱਸਣ ਲੱਗਿਆ ਤੁਸੀਂ ਲੀਡਰੀ ਛੱਡ ਦਿੱਤੀ ਹੈ, ਲੀਡਰਾਂ ਵਾਲੇ ਕੰਮ ਨਾ ਛੱਡ ਦਿਓ ਕਿਤੇ। ਛਾਪਾ ਮਾਰਿਆ
ਕਿਸ ਨੇ ਸ਼ਿਕਾਇਤ ਕੀਤੀ ਸੀ, ਕਹਿੰਦੇ ਜੀ ਛਾਪਾ ਮਾਰਨ ਤੋਂ ਪਹਿਲਾਂ ਥੋੜਾ ਬਹੁਤ ਸਮਾਨ ਤਾਂ ਉਹਨੇ ਉਰੇ ਪਰੇ ਕਰਤਾ ਸੀ, 18 ਕੁ ਲੱਖ ਰੁਪਈਆ ਕੈਸ਼, ਤੁਹਾਨੂੰ ਥੋੜਾ ਲੱਗੂਗਾ, ਥੋੜੇ ਜਿਹਾ ਗਹਿਣੇ ਗੱਟੇ, ਕੁਛ ਵੀ ਨਹੀਂ, ਜਿਹੜੇ ਕਾਗਜ਼ ਪੱਤਰ ਮਿਲੇ ਆ, ਇੱਕ ਬੰਗਲਾ 4 ਕਰੋੜ ਦਾ, ਇੱਕ ਘਰ 45 ਲੱਖ ਦਾ, ਇੱਕ ਹੋਰ ਘਰ 40 ਲੱਖ ਦਾ, ਇੱਕ ਹੋਰ ਘਰ ਉਹਦੀ ਕਹਿੰਦੇ ਜੀ ਬਾਜ਼ਾਰ ਕੀਮਤ ਉੱਪਰ ਬੜੀ ਹੈ, 3 ਕੁ ਪਲਾਟ, 2 ਕੁ ਪਲਾਟਾਂ ਦੇ ਉੱਤੇ ਮਕਾਨ ਬਣਦੇ ਆ। ਤਾਂ ਜਿਹੜੇ ਘਰ ਦੇ ਵਿੱਚ ਛਾਪਾ ਮਾਰਿਆ, ਜਿਸ ਘਰ ਦੇ ਟੇਬਲ ਦੇ ਉੱਤੇ ਰੱਖ ਕੇ ਇੱਦਾਂ ਸਮਾਨ ਦੇਖਿਆ, ਉਹ ਕਹਿੰਦੇ ਜੀ ਜਦੋਂ ਦੇਖਿਆ ਕਿ ਯਾਰ ਵੀ ਆ ਪੌੜੀ ਲੱਕੜ ਦੀ ਆ, ਵਧੀਆ ਲੱਗਦੀ, ਬਾਅਦ ਚ ਲੱਕੜ ਵਾਲਾ ਮਿਸਤਰੀ ਕਹਿੰਦੇ ਜੀ ਸਾਗਵਾਨ ਆ, ਸਾਗਵਾਨ ਸਭ ਤੋਂ ਉੱਪਰ ਗਏ, ਅੱਖਾਂ ਅੱਡੀਆਂ ਐ ਉੱਪਰ ਸਵਿਮਿੰਗ ਪੂਲ ਛੱਤ ਤੇ, ਉੱਪਰ ਹੀ ਜੇ ਉਹ ਜਿਮ ਜੁਮ ਸਾਰਾ ਕੁਝ ਬਣਾਇਆ। ਹੋਰ ਸੁਣੋ, ਜਿਹੜੇ ਬੰਦੇ ਦੀ 60,000 ਰੁਪਇਆ ਤਨਖਾਹ ਆ, 3 ਮੰਜ਼ਲੀ ਘਰ ਦੇ ਵਿੱਚ ਲਿਫਟ ਲੱਗੀ ਉਹ ਆ, ਯਾਨੀ ਕੁੱਲ ਮਿਲਾ ਕੇ ਕਰੋੜਾਂ ਰੁਪਈਏ ਦੀ ਪ੍ਰਾਪਰਟੀ ਦਾ ਪਤਾ ਲੱਗਾ, ਤੇ ਪਹਿਲਾਂ ਕੋਈ ਕਾਰੋਬਾਰ ਨਹੀਂ ਸੀ ਉਹਦਾ। ਤੇ ਬਾਅਦ ਚ ਹੋਰ ਇੱਕ ਗੱਲ ਆ ਗਈ, ਉਸ ਬੰਦੇ ਨੇ ਸਰਕਾਰ ਨੂੰ ਕਿਹਾ ਸੀ ਜੀ ਮੇਰਾ ਔਖਾ, ਮੈਂ ਕੰਮ ਇੰਨੀ ਇਮਾਨਦਾਰੀ ਨਾਲ ਕਰਦਾ, ਮੈਨੂੰ ਸੁਰੱਖਿਆ ਚਾਹੀਦੀ ਆ, ਪਰ ਤੁਹਾਡੇ ਤੋਂ ਇੱਕ ਵੀ ਬੰਦਾ ਨਹੀਂ ਮੈਂ ਲੈਣਾ। ਉਹ ਕਹਿੰਦੇ ਕੋਈ ਗੱਲ ਨਹੀਂ, 4-5 ਬੰਦੇ ਰੱਖ ਲਾ। ਜਿਹੜੇ 5 ਬੰਦੇ ਰੱਖੇ ਸੀ ਉਹ ਆਪਣੇ ਦਫ਼ਤਰ 'ਚ ਰੱਖੇ ਸੀ। ਜਿਹੜੇ ਲੋਕਾਂ ਦੇ ਬਣਨੇ ਆ ਲਾਇਸੈਂਸ, 1200 ਰੁਪਈਆ ਕਹਿੰਦੇ ਪ੍ਰਤੀ ਫਾਈਲ ਵਾਧੂ ਲੈਂਦੇ ਸੀ, ਉਹ ਬੰਦੇ ਇੰਚਾਰਜ ਬਣਾਤੇ, ਇਸ ਕੰਮ ਦੀ ਫਾਈਲ ਦਾ ਇੰਚਾਰਜ ਤੂੰ, ਇਹਦਾ ਤੂੰ, ਤੇ ਲਗਾਤਾਰ ਬਸ ਅੰਦਰ ਨੂੰ ਘਰ ਨੂੰ ਹੀ ਢੋਈ ਜਾਂਦੇ ਸੀ। ਤੇ ਹੁਣ ਕਹਿੰਦੇ ਜੀ 10 ਬਾਈ 10 ਦੀ ਕੋਠੜੀ ਦੇ ਵਿੱਚ ਉਹਦੀ ਢੋਈ ਹੋਣੀ ਆ। ਮੈਂ ਕਹਿੰਦਾ ਤੁਸੀਂ ਲੀਡਰੀ ਛੱਡ ਦਿੱਤੀ, ਕੋਈ ਗੱਲ ਨਹੀਂ, ਚੰਗਾ ਹੋਇਆ, ਕੰਮ ਹੋਰ ਬਥੇਰੇ ਨੇ ਕਰਨ ਨੂੰ, ਜਬਲਪੁਰ ਵਾਲੇ ਕੰਮ ਕਰ ਲਓ। ਨਹੀਂ ਦੇਖੋ ਗੱਲ ਇਹ ਆ, ਪਰ ਮੈਂ ਉਹਨਾਂ 5 ਚੋਂ ਨਹੀਂ ਹੋਣਾ ਜਿਹੜੇ 5 ਰੱਖਣ। ਨਹੀਂ ਤੁਸੀਂ ਤੇ ਪਹਿਲੇ ਹੋਣਾ। ਅੱਛਾ ਮੈਂ ਇਹ ਗੱਲ ਕਰਦਾ ਵੀ ਉਹ ਜਿਹੜਾ ਬੰਦਾ ਉਹਨੇ ਫੜੇ ਨਹੀਂ ਜਾਣਾ। ਅੱਛਾ, ਉਹਨੇ ਜਿਹੜਾ ਇੱਕ ਸਿਧਾਂਤ ਸੀ ਨਾ, ਉਹਦੀ ਪਾਲਣਾ ਨਹੀਂ ਕੀਤੀ। ਕਿਹੜੀ? ਉਹ ਸਿਧਾਂਤ ਹੁੰਦਾ ਵੀ ਇਕੱਲੇ ਨਹੀਂ ਖਾਣਾ। ਆਹਾ, ਮਤਲਬ ਉਹਨੂੰ ਇਹ ਲੱਗਾ ਵੀ ਮੈਂ ਹੀ ਮੈਂ ਆ, ਹਮ ਹੀ ਹਮ ਹੈ, ਇਹਦਾ ਨਹੀਂ ਹੈ। ਜੇ ਹੁਣ ਤੁਸੀਂ ਅੱਜ ਵੀ, ਹੁਣ ਤਾਂ ਪਤਾ ਨਹੀਂ ਵੀ ਇਸ ਵਕਤ ਕੀ ਸਟੇਟਸ ਹੋਊਗਾ, ਆਪਣੇ ਟਿੱਪਣੀਆਂ ਕਰਨ ਵਾਲੇ ਜ਼ਰੂਰ ਟਿੱਪਣੀਆਂ ਕਰ ਦੇਣ ਪਰਿਵਾਰ ਦੇ ਮੈਂਬਰ, ਵੀ ਅੱਜ ਕੱਲ੍ਹ ਜਦੋਂ ਤੁਸੀਂ ਇੱਦਾਂ ਦੇ ਸਰਕਾਰੀ ਦਰਬਾਰੇ ਦਫ਼ਤਰ ਜਾਂਦੇ ਹੋ, ਆਮ ਜਿਹੜੀ ਫੀਸ 10, 15, 20, 25, 50, 100 ਰੁਪਈਆ ਹੁੰਦੀ ਆ, ਉਹ ਤੋਂ ਬਿਨਾਂ ਕਿੰਨੇ ਦਿੱਤੇ ਜਾਂਦੇ ਆ। ਤੇ ਫਿਰ ਅਗਲਾ ਬੰਦਾ ਕਹਿੰਦਾ ਉਹ ਫਿਰ ਉਹਨਾਂ ਨੇ ਫਿਰ ਰੱਖੀ ਹੈ ਨਾ ਜੀ ਫੀਸ। ਉਹ ਪੰਜਾਬ 'ਚ ਵੀ ਚੱਲਦਾ, ਬੜਿਆਂ ਸਾਲਾਂ ਤੋਂ ਚੱਲੀ ਜਾਂਦਾ। ਇੱਥੇ ਦੀ ਕਦੀ ਕੋਈ ਫੜਿਆ ਨਹੀਂ ਗਿਆ, ਇਸੇ ਕਰਕੇ ਨਹੀਂ ਫੜਿਆ ਗਿਆ ਕਿਉਂਕਿ ਉਹਨਾਂ ਨੇ ਉਹ ਤਰੀਕਾ ਰੱਖਿਆ ਵੀ ਭਾਈ ਸਾਹਿਬ ਹਮ ਹੀ ਹਮ ਨਹੀਂ ਹੈ, ਸਾਰਿਆਂ ਨੂੰ ਮਤਲਬ ਵੰਡ ਵਰਤ ਕੇ ਚੱਲਦਾ ਕੰਮ। ਸਮੂਹ ਦੇ ਵਿੱਚ ਹੀ ਤਰੱਕੀ ਆ, ਸਮੂਹ ਦੇ ਵਿੱਚ ਹੀ ਤਰੱਕੀ ਕਿਆ ਬਾਤ ਹੈ ਨਾ। ਸੋ ਇੱਕ ਗੱਲ ਤਾਂ ਇਹ ਹੋ ਗਈ ਵੀ ਉਹਨੇ ਇਹ ਗਲਤੀ ਕਰ ਲਈ। ਬਾਕੀ ਚਲੋ ਉਹਨੂੰ ਚਾਹੀਦਾ ਹੈ ਵੀ ਜੇ ਉਹ ਨੌਕਰੀ 'ਚ ਆ ਹੀ ਗਿਆ ਸੀ ਤੇ ਉਹ ਜਾਣੇ ਇੱਧਰ ਉੱਧਰ ਸਟੇਟਾਂ ਜਾ ਕੇ ਪੁੱਛ ਲੈ, ਵੱਡਿਆਂ ਨੂੰ ਪੁੱਛ ਲੈ ਜਿਹੜੇ ਉੱਤੋਂ ਪਹਿਲੇ ਸੀਨੀਅਰ ਸੀ ਵੀ ਸਰ ਕਿੱਦਾਂ ਸਰਕਾਰੀ ਦੌਰੇ ਕਰਦਾ, ਦੋ ਕੁ ਉੱਥੋਂ ਪਤਾ ਕਰਦਾ, ਸਰਕਾਰੀ ਦੌਰੇ ਕਰਦਾ। ਨਾਲੇ ਸਭ ਤੋਂ ਵੱਡੀ ਗੱਲ ਇਹ ਵੀ ਦੇਖੋ ਕਾਰਨ ਹੈ ਵੀ ਜੇ ਨਿਰਾ ਹਰਾ ਖਾਈਏ ਕਹਿੰਦੇ ਫਿਰ ਬਾਅਦ 'ਚ ਮੈਂ ਇਹਨੂੰ ਫਾਰਾ ਹੋ ਜਾਂਦਾ। ਉਹਨੇ ਵੀ ਨਿਰਾ ਹਰਾ ਖਾਦਾ ਨਾ, ਇੱਦਾਂ ਨਹੀਂ ਚਾਹੀਦਾ। ਉਹਨੂੰ ਚਾਹੀਦਾ ਥੋੜ੍ਹਾ ਥੋੜ੍ਹਾ ਵੰਡ, ਕਦੀ ਹਰਾ, ਕਦੀ ਤੂੜੀ, ਕਦੀ ਹੋਰ ਕੁਛ ਨਹੀਂ, ਇੱਧਰ ਘਾਹ ਘੂ ਜਿਹਾ ਨਾ ਹੀ ਗੱਲ ਮੈਂ ਕਿਸੇ ਦਿਨ ਵੰਡ ਹੋ ਗਿਆ, ਕਿਸੇ ਦਿਨ ਮਤਲਬ ਫੀਡ ਹੋ ਗਈ, ਇੱਦਾਂ ਰਲਾ ਮਿਲਾ ਕੇ ਜੇ ਕੰਮ। ਕਿਸੇ ਦਿਨ ਬਾਹਰ ਖੁੱਲੇ ਚਰਨਾ ਵੀ ਛੱਡਣਾ ਚਾਹੀਦਾ ਬੰਦਾ। ਨਹੀਂ ਉਹਦੇ ਹੁੰਦਾ ਨਾ ਬਾਅਦ ਵਿੱਚ ਮਤਲਬ ਮਾਈ ਘਰਕਦੀ ਹੋਵੇ ਤਾਂ ਬਾਪੂ ਉਧਰ ਦੇ ਗਾਲੋ ਗਾਲੇ, ਤੁਹਾਨੂੰ ਡੰਗਰ ਨਹੀਂ ਦੀਦੇ, ਅੰਦਰ ਵੜਿਆ ਤੁਸੀਂ ਪੱਖੇ ਲਾ ਕੇ। ਚਲੋ ਖੈਰ ਆਪਾਂ ਉੱਧਰੋਂ ਵਾਪਸ ਆ ਜੀ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਸਾਰਾ ਕੁਛ ਉੱਧਰ ਹੀ ਹੁੰਦਾ। ਆਪਣੇ ਇੱਧਰ ਪੰਜਾਬ ਵਾਲੇ ਪਾਸੇ ਵੀ ਬੰਦੇ ਕਹਿੰਦੇ ਕੁਛ ਫੜੇ ਨੇ। ਕਿਹੜੇ? ਉਹ ਕਹਿੰਦੇ ਵੀ ਕੋਈ ਏਜੰਸੀ ਕਾਰਾਂ ਕੂਰਾਂ ਦੀ, ਉਹਨਾਂ ਕੋਲੇ 80 ਤੋਂ ਵੱਧ ਕਾਰਾਂ ਕਹਿੰਦੇ ਪਿੱਛੇ ਜੇ ਕੰਡਮ ਹੋ ਗਏ। ਕਹਿੰਦੇ ਹੋਇਆ, ਕਹਿੰਦੇ ਹੜ੍ਹ ਦੀ ਮਾਰ ਆ ਗਈ ਉਹਨਾਂ ਨੂੰ। ਅੱਛਾ ਜੀ, ਕਹਿੰਦੇ ਹੜ੍ਹ ਦੀ ਮਾਰ ਆ ਗਈ ਤੇ ਫਿਰ ਕਹਿੰਦੇ ਵੇਚ ਦਿਓ, ਕਬਾੜ ਦੇ ਭਾਅ ਵੇਚ ਦਿਓ। ਹੁਣ 80 ਕਾਰਾਂ, ਇੱਕ ਕਾਰ 5-5, 7-7 ਲੱਖ ਦੀ ਹੁੰਦੀ, ਪਰ ਆਮ ਤੌਰ 'ਤੇ 80 ਕੁ ਕਾਰਾਂ ਤੁਸੀਂ ਮੰਨ ਕੇ ਚਲੋ ਵੀ ਇੰਨੇ ਕੁ ਲੱਖ ਦੀਆਂ ਵੇਚੀਆਂ, ਲੱਖ ਕੁ ਰੁਪਈਏ ਨੂੰ ਕਾਰ ਜਾਂ ਲੱਖ ਤੋਂ ਘੱਟ ਨੂੰ ਕਾਰ। ਉਹ ਆਪਣੇ ਵੱਲੋਂ ਤੇ ਉਹਨਾਂ ਨੇ ਵੇਚੀ ਵੀ ਭਾਈ ਕਬਾੜ ਦਾ ਕੰਮ ਹੈ, ਸਕ੍ਰੈਪ ਹੈ, ਲੈ ਜਾਓ, ਕਿਉਂਕਿ ਇਹ ਹੜ੍ਹ 'ਚ ਰਹਿ ਗਈਆਂ, ਖਤਮ ਹੋ ਗਈਆਂ, ਇਹਨਾਂ 'ਚ ਕੁਛ ਨਹੀਂ ਹੋ ਸਕਦਾ। ਉਹਨਾਂ ਨੇ ਕਹਿੰਦੇ ਵੀ ਕਬਾੜ ਦੇ ਭਾਅ ਲਈਆਂ। ਫਿਰ ਉਸ ਤੋਂ ਬਾਅਦ ਇੱਧਰ ਉੱਧਰਲੇ ਕਿਸੇ ਦੂਸਰੇ ਸਟੇਟ 'ਚੋਂ ਜਾ ਕੇ ਫਿਰ ਇੱਕ ਨਾਲ ਰਜਿਸਟਰ ਕਰਾ ਲਈਆਂ ਅਤੇ ਉਹ ਕਹਿੰਦੇ ਵੀ ਲੈ ਕਾਰ ਨਵੀਂ ਨਿੱਕ ਬਣ ਗਈ, ਹੋਰ ਕੀ ਚਾਹੀਦਾ। ਹੁਣ ਪੁਲਿਸ ਵਾਲਿਆਂ ਨੇ ਕਾਬੂ ਕੀਤੇ ਆ ਬੰਦੇ, ਅਤੇ ਹੁਣ ਵੇਖੋ ਵੀ ਇਹ ਲਿੰਕ ਖੁੱਲ੍ਹਦਾ ਕਿੱਥੋਂ ਤੱਕ ਜਾ ਕੇ ਖੁੱਲ੍ਹਦਾ। ਜਿਹਨਾਂ ਨੇ ਕਾਰਡ ਕੱਢਣੀ ਹੋਈ ਇੱਦਾਂ ਦੀ ਵੀ ਕੱਢ ਲੈਂਦੇ। ਜਿਹੜੀ ਸਰਕਾਰੀ ਕਾਰਾਂ ਸੀ ਨਾ ਵਿਕਣ ਤੋਂ ਪਹਿਲਾਂ ਏਜੰਸੀ 'ਚ ਪਈਆਂ, ਕਿਤੇ ਖਰਾਬ ਹੋ ਗਈਆਂ, ਏਜੰਸੀ ਨੂੰ ਥੁੱਕ ਲਾ ਗਏ ਨਵੀਆਂ ਕਾਰਾਂ। ਹੁਣ ਪਤਾ ਨਹੀਂ ਵੀ ਏਜੰਸੀ ਨੂੰ ਥੁੱਕ ਲਾ ਗਏ ਜਾਂ ਏਜੰਸੀ ਵਾਲਿਆਂ ਦੇ ਵਿੱਚੋਂ ਕੋਈ ਨਾ ਕੋਈ ਬੰਦਾ ਰਲਿਆ ਸੀ ਜਾਂ ਕੀ ਸੀ, ਉਹ ਆਉਣ ਵਾਲੇ ਦਿਨਾਂ 'ਚ ਕਲੀਅਰ ਹੋ ਜਾਊਗਾ। ਪਰ ਇੰਨੀ ਕੁ ਖਬਰ ਤੇ ਹੈਗੀ ਆ ਵੀ ਲੋਕ ਇੱਦਾਂ ਦੀ ਸਕੀਮ ਹੀ ਲਾ ਲੈਂਦੇ ਆ ਵੀ ਕੋਈ ਚੀਜ਼ ਸਕ੍ਰੈਪ 'ਚ ਕਬਾੜ ਦੇ ਭਾਅ ਚੁੱਕੀ, ਨਵੀਂ ਕਹਿ ਕੇ ਜਾਂ ਅੱਧ ਨਵੀਂ ਜੀ ਕਹਿ ਕੇ ਤੇ ਕਿਤੇ ਹੋਰ ਥਾਂ ਤੋਂ ਫਿੱਟ ਕਰ ਲਈ। ਨਹੀਂ ਚਲੋ ਸੰਧਾਲੀਆ ਸਾਹਿਬ, ਸਾਰੇ ਬੰਦੇ ਹੌਲੀ ਹੌਲੀ ਕਾਬੂ ਆਉਣੇ ਚਾਹੀਦੇ ਆ। ਕੁਲਦੀਪ ਸਿੰਘ ਧਾਲੀਵਾਲ ਮਿਨਿਸਟਰ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਜੀ 100 ਤੋਂ ਲੈ ਕੇ 150 ਕਰੋੜ ਦਾ ਘੁਟਾਲਾ ਆਪਾਂ ਰੋਜ਼ ਗੱਲ ਕਰਦੇ ਹਾਂ, ਉਹਦੀ ਜਿਹੜੀ ਮਸ਼ੀਨਰੀ ਵਾਲਾ ਸੀ, ਸਬਸਿਡੀ ਵਾਲਾ, ਪਰਾਲੀ ਸਾੜਨ ਤੋਂ ਰੋਕਣ ਵਾਲਾ ਘੁਟਾਲਾ। ਤੇ ਉਹ ਕਹਿੰਦੇ ਜੀ ਦੇਖੋ ਗੱਲ ਇੱਦਾਂ, ਕਹਿੰਦੇ ਜੀ ਮੈਂ ਮੰਤਰੀ ਹਾਂ,
ਮੈਂ ਪੈਸੇ ਖਾਵਾਂ ਨਾ ਖਾਵਾਂ, ਮੇਰਾ ਇੱਕ ਕੰਮ ਹੈ ਕਿ ਮੈਂ ਆਪਣੇ ਮਹਿਕਮੇ ਤੇ ਨਿਗਰਾਨੀ ਰੱਖਣੀ ਹੈ, ਮੇਰੇ ਮਹਿਕਮੇ ਦੇ ਕਿਸੇ ਕੰਮ ਦੇ ਵਿੱਚ ਕੋਈ ਹੋਰ ਬੰਦਾ ਭ੍ਰਿਸ਼ਟਾਚਾਰ ਤਾਂ ਨਹੀਂ ਕਰੀ ਜਾਂਦਾ। ਮੈਨੂੰ ਕਹਿੰਦੇ ਤਨਖਾਹ ਇਹਦੀ ਮਿਲਦੀ ਹੈ, ਮੈਨੂੰ ਜ਼ਿੰਮੇਵਾਰੀ ਇਹਦੀ ਮਿਲੀ ਹੈ, ਜੇ ਮੈਂ ਨਹੀਂ ਕਰ ਸਕਦਾ ਤਾਂ ਮੈਨੂੰ ਫਿਰ ਛੱਡ ਦੇਣਾ ਚਾਹੀਦਾ, ਮੈਂ ਫੁੱਲ ਰਿਸਪੌਂਸੀਬਲ ਹਾਂ ਕਹਿੰਦੇ ਜੀ ਆਪਣੇ ਕਾਰਜਕਾਲ ਪ੍ਰਤੀ। ਇੱਦਾਂ ਹੀ ਕਹਿੰਦੇ ਪੰਜਾਬ ਦੇ ਵਿੱਚ ਖੇਤੀ ਮਹਿਕਮੇ 'ਚ 1178 ਕਰੋੜ ਕੇਂਦਰ ਨੇ ਦਿੱਤਾ, ਘੁਟਾਲਾ ਹੋਇਆ। ਕਹਿੰਦੇ ਮੈਂ ਨਹੀਂ ਕਹਿੰਦਾ ਪਿਛਲੇ ਕਿਸੇ ਬੰਦੇ ਨੇ ਪੈਸੇ ਖਾਧੇ ਆ, ਪਰ ਕਿਉਂਕਿ ਮਹਿਕਮਾ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹ ਸੀ, ਜਾਂਚ ਵਿਜੀਲੈਂਸ ਨੂੰ ਦੇਤੀ ਹੈ, ਉਹ ਜਾਂਚ ਪੜਤਾਲ ਕਰਨਗੇ। ਪਰ ਕਹਿੰਦੇ ਜੇ ਮੰਨ ਲਓ ਘੁਟਾਲਾ ਕਿਸੇ ਵੱਡੇ ਬੰਦੇ ਨੇ ਨਹੀਂ ਵੀ ਕੀਤਾ ਪਰ ਉਹਦੇ ਡਿਪਾਰਟਮੈਂਟ ਦੇ ਵਿੱਚ ਹੋਇਆ ਤਾਂ ਜ਼ਿੰਮੇਵਾਰੀ ਤੋਂ ਕੋਈ ਬੰਦਾ ਭੱਜ ਨਹੀਂ ਸਕਦਾ। ਹੁਣ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੇ ਜਿਸ ਤਰੀਕੇ ਇਹ ਗੱਲ ਕਹਿਤੀ, ਤੇ ਇੱਕ ਹੋਰ ਗੱਲ ਉਹ ਕਹਿੰਦੇ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਲੱਗਾ, ਤਾਂ ਕਿਤੇ ਲੱਗਦਾ ਨਹੀਂ, ਪੈਸੇ ਖਾਦੇ ਗਏ ਆ। ਤੇ ਜਿਹੜਾ ਵੀ ਬੰਦਾ ਪੰਜਾਬ ਦੇ ਸਿਰ ਗਲਤ ਤਰੀਕੇ ਦੇ ਨਾਲ ਕਰਜ਼ਾ ਚੜਾਉਣ ਦਾ ਜ਼ਿੰਮੇਵਾਰ ਹੈ, ਛੱਡਣਾ ਸੀ ਕੋਈ ਨਹੀਂ। 2-2 ਮਹੀਨੇ ਦੇ ਵਿੱਚ ਜਾਂਚ ਪੜਤਾਲ ਮੁਕੰਮਲ ਕਰਕੇ ਕਹਿੰਦੇ ਜੀ ਦੇਖਿਓ ਕੰਮ ਕਿੱਥੇ ਲੈ ਕੇ ਜਾਂਦੇ ਆ। ਸਿੱਕਰੀ ਮੁੱਲ ਕਈਆਂ ਦੇ ਦੇਖੋ ਗੱਲ ਆ, ਨਾ ਤੇ ਸਿੱਕਰੀ ਆਉਣੀ, ਅੱਛਾ, ਨਾ ਬੁੱਲਾਂ ਨੂੰ ਫਰਕ ਪੈਣਾ, ਕੋਈ ਬੁੱਲੀਆਂ ਨੂੰ ਅੱਛਾ, ਕੋਈ ਫਰਕ ਨਹੀਂ ਪੈਣਾ। ਦੇਖੋ ਕਾਰਨ ਆ ਵੀ ਮੈਂ ਅੱਗੇ ਵੀ ਇੱਕ ਜ਼ਿਕਰ ਕੀਤਾ ਹੈ ਵੀ ਜਿਹੜਾ ਕੰਮ ਕਾਨੂੰਨੀ ਤੌਰ ਤੇ ਹੋਣਾ ਹੁੰਦਾ ਨਾ, ਉਹ ਫਿਰ ਕਾਨੂੰਨੀ ਤੌਰ ਤੇ ਅਦਾਲਤਾਂ 'ਚ ਚਲੇ ਜਾਂਦਾ। ਐਂਡ ਮਾਣਯੋਗ ਅਦਾਲਤਾਂ ਦੇ ਵਿੱਚ ਕਿੰਨਾ ਰਸ਼ ਆ, ਕਿੰਨੇ ਕੇਸ ਨੇ ਤੇ ਕਿੰਨਾ ਟਾਈਮ ਲੱਗਦਾ ਆਪਾਂ ਨੂੰ ਆਲਰੇਡੀ ਪਤਾ। ਉਹ ਜਦੋਂ ਇੱਕ ਨਾ ਉਹ ਕਹਿੰਦੇ ਵੀ ਆਪਾਂ ਕਈਆਂ ਥਾਵਾਂ ਦੇ ਉੱਪਰ ਕਈਆਂ ਕ੍ਰਿਮੀਨਲ ਕੇਸਿਸ ਦੇ ਵਿੱਚ ਜਾਂ ਕਈਆਂ ਕੇਸਾਂ ਦੇ ਵਿੱਚ ਪੁਰਾਣੀ ਹਿਸਟਰੀ ਤੁਸੀਂ ਫਰੋਲ ਕੇ ਦੇਖ ਲਓ, ਕਿਸੇ ਨੂੰ 10 ਸਾਲ ਹੋ ਗਏ ਚੱਲਦੇ, 15 ਸਾਲ 20 ਸਾਲ 30 ਸਾਲ 40 ਸਾਲ ਹੋ ਗਏ ਕੇਸ ਚੱਲਦੇ ਨੇ। ਉਹਦੇ ਤੋਂ ਬਾਅਦ ਕੀ ਹੁੰਦਾ ਕਿ ਜੇ 5-7 ਸਾਲ ਚੱਲ ਕੇ ਇੱਕ ਅਦਾਲਤ 'ਚੋਂ ਫੈਸਲਾ ਹੋ ਗਿਆ, ਅਪੀਲ ਚੱਲ ਅਗਲੀ ਅਦਾਲਤ ਦੇ ਵਿੱਚ, ਉੱਥੇ ਫੈਸਲਾ ਚੱਲ ਉਦੋਂ ਅਗਲੀ ਅਦਾਲਤ ਦੇ ਵਿੱਚ, 3-4 ਉੱਚੀਆਂ ਅਦਾਲਤਾਂ ਦੇ ਵਿੱਚ ਜਾਂਦਿਆਂ ਉਹ ਇੰਨੇ ਕੁ ਸਾਲ ਕੱਢ ਲੈਂਦੇ ਵੀ ਉਹਨੇ 'ਚ ਇਹਨੂੰ ਘੁੰਮਾ ਕੇ ਉਹਨਾਂ ਨੂੰ ਪਤਾ ਵੀ 5 ਸਾਲ ਕਢਾਓ ਕਿਸੇ ਤਰ੍ਹਾਂ। ਹੁਣ ਮੰਨ ਲਓ ਵੀ ਜੇ ਅੱਜ ਦੀ ਡੇਟ ਦੇ ਵਿੱਚ ਢਾਲੀਵਾਲ ਸਾਹਿਬ ਜਾਂ ਭਗਵੰਤ ਮਾਨ ਸਾਹਿਬ ਵੀ ਮੁੱਖ ਮੰਤਰੀ ਸਾਹਿਬ ਵੀ ਕਹਿਣ ਵੀ ਅਸੀਂ ਕੋਸ਼ਿਸ਼ ਕੀਤੀ ਵੀ ਫਲਾਣੇ ਥਾਂ ਦੇ ਉੱਪਰ ਆਪਾਂ ਕਾਰਵਾਈ ਕਰਕੇ ਐਂ ਕਰਨਾ ਜੀ, ਅਗਲਿਆਂ ਨੇ ਜੇ ਸਟੇ ਲਾ ਲਓ ਜਾਂ ਕੋਈ ਕੇਸ ਲਾ ਲਓ ਜਾਂ ABCD ਕਰਕੇ ਕਿਤੇ ਵੀ ਫਸਾ ਲਿਆ, ਉਹ ਕਹਿੰਦੇ 2027 ਡੀਕਣੀ ਵੀਰ ਵੀ ਜੇ 2027 ਦੇ ਵਿੱਚ ਸਾਡੀ ਸਰਕਾਰ ਆ ਗਈ ਫੇਰ ਦੱਸਾਂਗੇ ਇਹਨਾਂ ਨੂੰ ਵੀ ਚੀਜ਼ ਕੀ ਸੀ, ਤੇ ਜੇ ਜਾਪਿਆ ਵੀ 27 ਦੇ ਵਿੱਚ ਫੇਰ ਰਹਿ ਗਏ ਕੋਈ ਗੱਲ ਨਹੀਂ, ਫੇਰ ਇੱਕ ਹੋਰ ਅਦਾਲਤ ਸਹੀ 5 ਸਾਲ ਹੋਰ ਕੱਢਣੇ। ਮੈਂ ਗੱਲ ਤੁਹਾਡੀ ਨਾਲ ਸਹਿਮਤ ਹਾਂ। ਬਹੁਤ ਸਾਰੇ ਕੇਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਜਦੋਂ ਫੈਸਲਾ ਸੁਣਾਇਆ ਜਾਂਦਾ 5 ਬੰਦਿਆਂ ਨੂੰ ਸਜ਼ਾ, 6 ਵਾਰੀ 3 ਬੰਦੇ ਦੁਨੀਆ ਤੋਂ ਜਾ ਚੁੱਕੇ ਆ, ਕਿਉਂਕਿ ਲੇਟ ਬਹੁਤ ਹੋ ਜਾਂਦਾ। ਪਰ ਕਿਉਂਕਿ ਤੁਸੀਂ ਹੈਗੇ ਵੱਡੇ ਭਰਾ, ਤੁਸੀਂ ਹੈਗੇ ਸਾਨੂੰ ਉਂਗਲੀ ਫੜ ਕੇ ਤੋਰਨ ਵਾਲੇ, ਤੁਹਾਡੇ ਕਰਕੇ ਰੋਟੀ ਪਾਣੀ ਚੱਲਦਾ ਸਾਡਾ। ਨਹੀਂ ਇੱਦਾਂ ਦੀ ਗੱਲ ਨਹੀਂ ਹੈਗੀ, ਰੋਟੀ ਪਾਣੀ ਚੱਲਦੇ ਵਾਲੀ ਗੱਲ ਨਹੀਂ ਹੈਗੀ। ਚਾਹ ਆਪਾਂ ਇਕੱਠਿਆਂ ਪੀਤੀ ਹੋਣੀ, ਮੈਂ ਤਾਂ ਗੱਲ ਕਰਦਾ। ਨਹੀਂ ਮੈਂ ਮੇਰੀ ਬੇਨਤੀ ਸੁਣਿਓ, ਮੈਂ ਤੁਹਾਨੂੰ ਸਲਾਹ ਦੇਣੀ ਹੈ ਕਿ ਇਹਨਾਂ ਬੰਦਿਆਂ ਦੇ ਮਗਰ ਲੱਗ ਕੇ ਕੋਈ ਪੁੱਠਾ ਸਿੱਧਾ ਪੰਗਾ ਨਹੀਂ ਲੈ ਲੈਣਾ ਕਿ ਭਾਈ ਅਦਾਲਤਾਂ ਬੜੀਆਂ ਗਾਂਹ ਤੋਂ ਗਾਂਹ ਜਾਈ ਜਾਵਾਂਗੇ, ਕਿਉਂਕਿ ਠੀਕ ਹੈ ਕਿ ਬਹੁਤ ਸਾਰੇ ਬੰਦੇ ਇੱਦਾਂ ਹੀ ਸੱਜੇ ਖੱਬੇ ਹੋ ਜਾਂਦੇ ਆ, ਪਰ ਕੋਈ ਵੇਲਾ ਸੀ ਰਾਮ ਰਹੀਮ ਨੂੰ ਐਂ ਲੱਗਦਾ ਹੋਣਾ ਕਿ ਭਾਈ ਐਡੀ ਵੱਡੀ ਸਲਤਨਤ ਹੈ, ਅਦਾਲਤਾਂ ਬਥੇਰੀਆਂ, ਕੋਈ ਮੇਰਾ ਬਾਲ ਵਿੰਗਾ ਨਹੀਂ ਕਰ ਸਕਦਾ। ਇੱਕ ਚਿੱਠੀ ਦੇ ਕਰਕੇ ਉਹ ਬੰਦਾ ਅੰਦਰ ਬੈਠਾ। ਅੱਜ ਭਾਵੇਂ ਕੋਈ ਬੰਦਾ ਕੁਛ ਵੀ ਕਵੇ, ਦੇਖੋ ਜੀ ਉਹਨੂੰ ਪੈਰੋਲ ਮਿਲਦੀ ਆ ਮਿਲਦੀ, ਪਰ ਬੰਦਾ ਹੈ ਤਾਂ ਅੰਦਰ। ਦੂਸਰਾ ਆਸਾਰਾਮ ਅੰਦਰ ਇੱਕ ਬਹੁਤ ਆਪਣੇ ਆਪ ਨੂੰ ਸੱਜਣ ਕਹਿੰਦਾ ਸੀ ਬੰਦਾ, 1984 ਦੇ ਸਿੱਖ ਕਤਲੇਆਮ ਦੇ ਵਿੱਚ 84 ਤੇ 22 18 ਸਾਲ ਉਹ ਤੇ 22 ਆ 40 ਹੋ ਗਏ ਆ, 2.5 ਸਾਲ ਪਹਿਲੇ ਅੰਦਰ ਗਿਆ। ਯਾਨੀ ਉਹਨੂੰ 4 ਦਹਾਕਿਆਂ ਦੇ ਵਿੱਚ ਐਂ ਲੱਗਦਾ ਹੋਣਾ ਕਿ ਯਾਰ ਮੈਨੂੰ ਕੌਣ ਕੀ ਕਰ ਲੂ, ਉਹ ਬੰਦਾ ਅੰਦਰ ਹੈ। ਇਹਦੇ ਤੋਂ ਬਿਨਾਂ ਨਵਜੋਤ ਸਿੰਘ ਸਿੱਧੂ ਵਾਲਾ ਕੇਸ ਚਾਹੇ ਉਹ ਕਹਿੰਦੇ ਜੀ ਮੈਂ ਗਲਤੀ ਕੀਤੀ ਨਹੀਂ ਸੀ, ਜੋ ਵੀ ਹੈ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਨਹੀਂ ਮੈਂ ਤਾਂ ਭਰਾ ਕਰਕੇ ਨਹੀਂ ਲਾਲੂ ਪ੍ਰਸਾਦ ਯਾਦਵਪੁਰੀ ਅੰਦਰ, ਆਪਣੇ ਉਹ ਹਰਿਆਣੇ ਵਾਲੇ ਜਟਾਲਾ ਸਾਹਿਬ ਅੰਦਰ, ਮਤਲਬ ਕਈ ਕੁਛ ਅੰਦਰ। ਗੱਲ ਆ ਵੀ ਉਹ ਤੇ ਹੋ ਗਿਆ ਨਾ ਵੀ ਉਦਾਹਰਨਾਂ ਸੈੱਟ ਹੁੰਦੀਆਂ ਜੀ, ਪਰ ਉਦਾਹਰਨਾਂ ਕਿੰਨੀਆਂ ਕੁ ਨੇ? ਆ ਆਪਾਂ ਪੋਟਿਆਂ ਤੇ ਗਿਣ ਲਈਆਂ ਤੇ ਮੇਰੇ ਖਿਆਲ ਨਾਲ 40 ਸਾਲਾਂ ਦੇ ਵਿੱਚ ਹੋ ਸਕਦਾ 4, 5 ਜਾਂ 7 ਉਦਾਹਰਨਾਂ। 40 ਨਹੀਂ ਹੋਣੀਆਂ ਨਾ, ਪਰ ਜਦੋਂ ਆਪਾਂ ਮਾਤੜ ਬੰਦੇ ਦੀ ਗੱਲ ਕਰਦੇ ਹਾਂ ਉਦੋਂ ਵਿਚਾਰਾ ਕਾਬੂ ਆਇਆ ਹੁੰਦਾ, ਟਾਈਮ ਨਾ ਆਇਆ ਹੁੰਦਾ। ਤੇ ਕਈ ਜਣਾ ਤੇ ਨੇਤਾ ਜੀ ਬਾਹਰ ਆਣ ਕੇ ਦੱਸਨੇ ਵੀ ਮੈਂ ਅੰਦਰ ਜੇਲ੍ਹ 'ਚ ਦੇਖ ਕੇ ਆਇਆ, ਕਈ ਬੰਦਿਆਂ ਨੂੰ ਜ਼ਮਾਨਤ ਮਿਲੀ ਹੈ ਪਰ ਉਹ ਮਤਲਬ ਬਾਹਰ ਨਹੀਂ ਆ ਸਕੇ, ਕਾਗਜ਼ ਜਾਂ ਜਿਹੜਾ ਉੱਤੇ ਕੋਈ ਬੌਂਡ ਭਰਨਾ ਹੁੰਦਾ ਉਹਦੀ ਜੋ ਕਿ ਪੈਸੇ ਨਹੀਂ ਹੈਗੇ। ਹੁਣ ਗੱਲ ਇਹ ਆ ਕਿ ਵੀ ਜੇ ਤਾਂ ਇਹ ਸਾਰੇ ਕੁਛ ਨੂੰ ਸਰਕਾਰ ਚਾਹਵੇ ਵੀ ਅਸੀਂ ਇਮਾਨਦਾਰੀ ਨਾਲ ਕਰਨਾ, ਵਧੀਆ ਗੱਲ ਹੈ, ਪਰ ਇੱਕ ਹੁੰਦਾ ਕੇਸ ਸਿੱਕੇ ਬੰਦ ਬਣਾਉਣਾ, ਇੱਕ ਹੁੰਦਾ ਕਾਹਲੀ ਕਰ ਲੈਣੀ। ਮੈਨੂੰ ਇਹ ਲੱਗਦਾ ਵੀ ਇਹ ਨਾ ਹੋਵੇ ਵੀ ਗੁਜਰਾਤ ਇਲੈਕਸ਼ਨ ਹੈ, ਹਿਮਾਚਲ ਇਲੈਕਸ਼ਨ ਹੈ, ਛੇਤੀ ਕਰ ਲਓ ਯਾਰ, 2 ਬੰਦੇ ਹੋਰ ਅੰਦਰ ਖੜਨ, ਉਹ ਵਾਲੀ ਹੋਣ ਵਾਲੀ 2-4 ਦਿਨਾਂ ਦੀ ਛੇਤੀ, ਬਾਅਦ ਦੇ ਵਿੱਚ 2-3 ਮਹੀਨਿਆਂ ਬਾਅਦ ਇਹ ਨਾ ਹੋਵੇ ਵੀ ਇਲੈਕਸ਼ਨਾਂ ਦੇ ਟਾਈਮ ਤੇ ਅਗਲਾ ਬੰਦਾ ਬਾਹਰ ਆ ਕੇ ਅੱਛਾ ਵੇਖਿਆ, ਫਿਰ ਉਹਦੇ ਨਾਲੋਂ ਚੰਗਾ ਵੀ ਜੇ ਇਹਨਾਂ ਨੂੰ ਲੱਗਦਾ, ਆਪਾਂ ਨੇ ਵੀ ਕਿਸੇ ਨੇ ਕੋਈ ਮਾੜਾ ਗਲਤ ਕੀਤਾ, ਪਰ ਜੇ ਇਹਨਾਂ ਨੂੰ ਲੱਗਦਾ ਜਾਂ ਕਿਸੇ ਨੇ ਕੀਤਾ, ਜੇ ਇਹਨਾਂ ਨੂੰ ਲੱਭਦਾ ਕਿਸੇ ਵੀ ਜਾਂਚ ਪੜਤਾਲ ਦੇ ਵਿੱਚੋਂ, ਉਹਦੇ ਤੇ 2 ਦਿਨ ਹੋਰ ਲਾ ਲਓ, 2 ਬੰਦੇ ਹੋਰ ਲਾ ਲਓ, ਨਾ ਵੀ ਤੁਸੀਂ ਫਰੋਲੋ ਭਾਈ ਸਾਹਿਬ ਫਾਈਲਾਂ ਤੇ ਇਹਦੇ ਚੋਂ ਕੱਢੋ ਵੀ ਇਹਦੇ ਚੋਂ ਅੱਗੇ ਕੀ ਹੋ ਸਕਦਾ। ਕੰਮ ਇੱਕ ਹੁੰਦਾ ਸਿੱਕੇ ਬੰਦ,
ਇੱਕ ਹੁੰਦਾ ਜਮਾਂ ਸਿੱਕੇਬੰਦ, ਉਹ ਕਿੱਦਾਂ ਹੋ ਸਕਦਾ? ਕਿਉਂਕਿ ਤੁਸੀਂ 3 ਵਾਰੀ ਸਿੱਕੇਬੰਦ ਕਿਹਾ। ਮੈਂ ਤੁਹਾਨੂੰ ਇੱਕ ਸਲਾਹ ਦਿੰਦਾ, ਹਾਂ ਸੀਲ ਬੰਦ ਤੁਸੀਂ ਕਰ ਪ੍ਰਾਪਰਟੀ ਦਾ ਕੰਮ ਕਰੋ। ਉਹਦੇ 'ਚ ਤੁਸੀਂ ਕੁਛ ਵੀ ਨਹੀਂ, ਤੁਸੀਂ ਘਰ ਦਿਖਾਉਣ ਜਾਇਆ ਕਰਨਾ। ਉਹ ਬੀਬੀ ਜੀ ਭਾਵੇਂ ਬਾਹਰੋਂ ਕਿਹਾ ਕਰ ਮੈਂ ਨਹੀਂ ਇਹ ਲੈਣਾ, ਤੁਸੀਂ ਭੈਣ ਜੀ ਜਦੋਂ ਤੁਸੀਂ ਇਸ ਰਸੋਈ 'ਚ ਖੜ ਕੇ ਚਾਹ ਬਣਾਉਣੀ ਆ, ਤੁਹਾਡੀ ਚਾਹ ਜੇ ਮਾੜੀ ਜਿਹੀ ਉਬਲ ਕੇ ਤਾਂ ਨਹੀਂ ਹੋਣੀ, ਭਾਜੀ ਨੇ ਭੱਜਿਆ ਕਰਨਾ, ਆਪ ਫੂਕਾਂ ਮਾਰਿਆ ਕਰਨੀਆਂ ਵਿੱਚ। ਨਹੀਂ ਤੁਸੀਂ ਭੈਣ ਜੀ ਇੱਥੇ ਖੜੇ ਤੁਸੀਂ ਜੱਚਣਾ ਬੜਾ ਹੈ। ਭੈਣ ਜੀ ਰਸੋਈ ਤਾਂ ਮੈਨੂੰ ਐਂ ਲੱਗਦਾ ਬਣੀਓ ਤੁਹਾਡੇ ਲਈ ਹੈ, ਜਮਾਂ ਸਿੱਕੇਬੰਦ ਰਸੋਈ ਹੈ। ਨਹੀਂ ਉਹ ਤਾਂ ਗੱਲ ਇਹ ਵੈਸੇ ਨਾ ਤਗੀਆ ਕਲਾਮ ਹੁੰਦੇ ਕਿ ਉਹਦੇ ਇੱਕ ਸਾਡਾ ਮਿੱਤਰ ਸੀ, ਉਹਦਾ ਕੰਮ ਕਰਦਾ ਗੱਡੀਆਂ ਦਾ। ਸੀ ਤੋਂ ਭਾਵ ਸੀ ਮਤਲਬ ਵੀ ਉਹ ਮਿੱਤਰਤਾ ਹੁਣ ਕਾਫੀ ਦੂਰ ਰਹਿ ਗਈ, ਹੁਣ ਪਤਾ ਨਹੀਂ ਉਹ ਆਪਣੇ ਨੂੰ ਮਿੱਤਰ ਸਮਝੇ ਨਾ ਸਮਝੇ। ਉਹਨੇ ਗੱਡੀਆਂ ਦਾ ਕੰਮ ਕਰਨਾ, ਜਿਹਦਾ ਉਹਨਾਂ ਵੀਰ ਜੀ ਗੱਡੀ ਗੂੰਗੀ, ਮਤਲਬ ਆਪਣੇ ਨਾਲ ਤਾਂ ਕਹਿਣ ਤੋਂ ਭਾਵੇਂ ਵੀ ਕੋਈ ਆਵਾਜ਼ ਨਹੀਂ ਆਉਂਦੀ ਇਹਦੇ ਚੋਂ, ਆਪਾਂ ਨੂੰ ਲੱਗਦਾ ਵੀ ਖੈਰ ਚੱਲਦੀ ਨਹੀਂ। ਉਹ ਭਾਜੀ ਗੱਡੀ ਗੂੰਗੀ, ਉਹ ਹੁਣ ਗੱਡੀ ਗੂੰਗੀ ਦੇ ਹਿਸਾਬ ਨਾਲ ਇਹ ਤਕੀਆ ਕਲਾਮ ਆ। ਮੈਂ ਤਾਂ ਕਿਹਾ ਵੀ ਜਿਹੜਾ ਵੀ ਕੇਸ ਧਾਲੀਵਾਲ ਸਾਹਿਬ ਨੇ ਬਣਾਉਣਾ ਜਾਂ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਆਪਾਂ ਸਾਰੇ ਪੋਤੜੇ ਫਲੋਣੇ, ਉਹਨਾਂ ਨੇ ਕੰਮ ਸ਼ੁਰੂ ਕੀਤਾ ਇੱਕ ਹੋਰ। ਦੇਖੋ ਆਪਾਂ ਕਦੋਂ ਦਾ ਦੇਖਦੇ ਸੀ, ਉਹ ਪਰਲਜ਼ ਵਾਲਾ ਕੇਸ ਹੋਇਆ ਜੀ, ਲਓ ਆ ਵੀ ਇੱਕ ਉਦਾਹਰਨ ਆਈ ਗਈ। ਪਰਲਜ਼ ਵਾਲੇ ਉਹ ਭਾਈ ਸਾਹਿਬ ਨਿਰਮਲ ਸਿੰਘ, ਹਾਂ ਪੰਗੂ ਸਾਹਿਬ ਹੋਰਾਂ ਨੂੰ ਮੇਰੇ ਖਿਆਲ ਨਾਲ ਕਿੰਨਾ ਚਿਰ ਹੋ ਗਿਆ ਨਾ ਵੀ ਉਹ ਕਹਿੰਦੇ ਵੀ ਉਹ ਜੇਲ੍ਹ 'ਚ ਨੇ, ਪਰ ਜੇ ਕੋਈ ਸਟੇਟਸ ਵੈਸੇ ਪਤਾ ਕਰੇ ਵੀ ਉਹ ਕਿੱਥੇ ਕਿੰਨਾ ਚਿਰ ਨੇ, ਪਤਾ ਲੱਗਦਾ ਕਿ ਨਹੀਂ? ਉਹ ਵੀ ਤਾਂ ਕੋਈ ਨਾ ਕੋਈ ਤੰਤਰ ਹੈ ਹੀ ਆ। ਚਲੋ ਉਹ ਬਿਮਾਰ ਨੇ, ਆਪਾਂ ਉਹਦੇ ਚੱਕਰ 'ਚ ਪੈਂਦੇ ਨਹੀਂ, ਬਿਮਾਰ ਹੋਣਗੇ ਤਾਂ ਹੀ ਹਸਪਤਾਲ ਨੇ, ਪਰ ਕਾਰਨ ਆ ਵੀ ਉਹ ਆਪਣੀ ਥਾਂ ਤੇ ਨੇ। ਜਿਹੜੇ ਲੋਕ ਵਿਚਾਰੇ ਸੜਕਾਂ ਤੇ ਰੋਜ਼ ਮੁਜ਼ਾਹਰੇ ਕਰਦੇ ਫਿਰਦੇ, ਕਿੰਨੀ ਵਾਰ ਮੀਡੀਆ 'ਚ ਆਪਾਂ ਸੁਣਦੇ ਦੇਖਦੇ ਹਾਂ ਵੀ ਲੋਕ ਕਹਿੰਦੇ ਵੀ ਅਸੀਂ ਤਾਂ ਮਹਾਰਾਜ ਉਮਰਾਂ ਦੀ ਪੂੰਜੀ ਲਾਤੀ ਜੀ, ਵੀ ਸਾਡਾ ਕਸੂਰ ਕੀ ਸੀ, ਵੀ ਅਸੀਂ ਤੇ ਇਹੋ ਹੀ ਕਿਹਾ ਵੀ ਇੱਕ ਇਨਵੈਸਟਮੈਂਟ ਸਕੀਮ ਆ, ਅਸੀਂ ਇਨਵੈਸਟ ਕੀਤਾ ਵੀ ਚਲੋ ਜੀ ਚੰਗੇ ਥਾਂ ਤੇ ਅਸੀਂ ਲਾ ਦਿੰਦੇ, ਇੱਕ ਨੰਬਰ ਦੇ ਸਾਡੇ ਪੈਸੇ, ਵੀ ਇੱਕ ਨੰਬਰ 'ਚ ਕੁਝ ਸਾਨੂੰ ਰਿਟਰਨ ਮਿਲ ਜੇ, ਤੇ ਰਿਟਰਨ 'ਚ ਸਾਨੂੰ ਮਿਲਿਆ ਧੋਖਾ ਜੀ, ਅਸੀਂ ਪੈਸੇ ਵੀ ਗਵਾ ਲਏ ਤੇ ਸਾਨੂੰ ਲੱਭਾ ਵੀ ਕੁਝ ਨਹੀਂ। ਹੁਣ ਮਾਨ ਸਾਹਿਬ ਕਹਿੰਦੇ ਆ ਵੀ ਉਹਨਾਂ ਨੇ ਟਵੀਟ ਕਰਕੇ ਵੀ ਕਿਹਾ, ਉਹ ਕਹਿੰਦੇ ਵੀ ਜਾਂਚ ਵਾਲਾ ਕੰਮ ਸ਼ੁਰੂ ਹੋ ਗਿਆ, ਚਿੰਤਾ ਨਹੀਂ ਕਰਨੀ, ਥੋੜ੍ਹੇ ਜਿਹੇ ਦਿਨ ਵੇਟ ਕਰੋ, ਆਪਾਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਉਹ ਸਾਰਾ ਤੁਹਾਡਾ ਪਾਈ ਦਾ ਹਿਸਾਬ ਤਾਂ ਤੁਹਾਨੂੰ ਦੇਣਾ। ਇਹ ਜਿੰਨੀਆਂ ਪ੍ਰਾਪਰਟੀਆਂ ਨੇ ਅਸੀਂ ਕਾਬੂ ਕਰਕੇ ਤੇ ਵੇਚਣੀਆਂ, ਤੇ ਹਰ ਚੀਜ਼ ਨੂੰ ਦਰੁਸਤ ਕਰਕੇ ਤੁਹਾਡੇ ਸਾਹਮਣੇ ਰੱਖਣਾ। ਮੈਨੂੰ ਲੱਗਦਾ ਵੀ ਜਿਹੜਾ ਪਰਲਜ਼ ਗਰੁੱਪ ਦੇ ਵਿੱਚ ਤੇ ਇੱਕ ਹੋਰ ਕੰਪਨੀ ਵੀ ਸੀਗੀ, ਉਹਦੇ ਵਿੱਚ ਜਿਨ੍ਹਾਂ ਦੇ ਪੈਸੇ ਲੱਗੇ ਆ ਜਾਂ ਡੁੱਬੇ ਆ, ਉਹਨਾਂ ਨੂੰ ਥੋੜ੍ਹੀ ਜਿਹੀ ਢਾਰਸ ਤਾਂ ਵੱਜੂਗੀ ਵੀ ਯਾਰ ਸਰਕਾਰ ਨੂੰ ਸਾਡੀ ਚਿੰਤਾ। ਦੇਖੋ ਸੰਧਾਲੀਆ ਸਾਹਿਬ, ਮਾਮਲਾ ਬਹੁਤ ਉੱਪਰ ਤੱਕ ਗਿਆ ਆ ਅਦਾਲਤਾਂ ਦੇ ਵਿੱਚ। ਦੋਨਾਂ ਤਰ੍ਹਾਂ ਦੇ ਵਕੀਲਾਂ ਨੇ ਹਿਸਾਬ ਕਿਤਾਬ ਲਾਉਣਾ। ਬਹੁਤ ਚੰਗਾ ਹੋਵੇ ਜੇ ਪੈਸੇ ਮਿਲ ਜਾਣ, ਬਹੁਤ ਜ਼ਿਆਦਾ ਚੰਗਾ ਹੋਵੇ, ਕਿਉਂਕਿ ਅਦਾਲਤਾਂ ਨੇ ਪਿਛਲੇ ਸਮੇਂ ਦੇ ਵਿੱਚ ਕਈ ਕੁਝ ਕਿਹਾ ਸੀ ਕਿ ਜਿਨ੍ਹਾਂ ਦੇ ਪੈਸੇ ਫਸੇ ਆ, ਇਸ ਪੋਰਟਲ ਤੇ ਜਾ ਕੇ ਆਹ ਕੰਮ ਕਰੋ, ਤੁਸੀਂ ਆਪ ਦਾ ਦਰਜ ਕਰਾਓ, ਸਾਨੂੰ ਪਤਾ ਲੱਗੇ। ਜੇ 10-12 ਸਾਲ ਪਹਿਲਾਂ ਦੀਆਂ ਗੱਲਾਂ ਹੁੰਦੀਆਂ, ਪ੍ਰਾਪਰਟੀ ਵੇਚ ਕੇ ਪੈਸੇ ਸਾਰਿਆਂ ਦੇ ਮੁੜ ਜਾਣੇ ਸੀ। ਇੱਕ ਤਾਂ ਪ੍ਰਾਪਰਟੀ ਦੀ ਕੀਮਤ ਬੜੀ ਥੱਲੇ ਆਈ ਹੈ, ਦੂਜਾ ਡਿਸਪਿਊਟਡ ਜਿਹਾ ਕੰਮ ਹੁੰਦਾ ਉਹਨੂੰ ਖਰੀਦਣਾ ਕੋਈ ਨਹੀਂ ਚਾਹੁੰਦਾ। ਪਰ ਫਿਰ ਵੀ ਮੈਂ ਕਹਿੰਦਾ ਕਿਸੇ ਦੇ 40%, 60%, 70%, 100% ਦੀ ਜਿੰਨੇ ਵੀ ਮੁੜ ਸਕਣ, ਪੈਸੇ ਮੁੜਨੇ ਚਾਹੀਦੇ ਆ। ਲੋਕਾਂ ਨੇ ਉਮਰਾਂ ਦੀ ਕਮਾਈ ਲਾਤੀ ਪਰਲਜ਼ ਗਰੁੱਪ ਦੇ ਵਿੱਚ। ਦੂਸਰੀ ਗੱਲ, ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਸਾਹਿਬ ਨੂੰ ਇੱਕ ਕੰਮ ਜ਼ਰੂਰ ਕਰਨਾ ਚਾਹੀਦਾ। ਜੇ ਪੈਸੇ ਦਵਾਉਣ, ਠੋਕ ਵਜਾ ਕੇ ਉਧਰਲੇ ਪਾਸੇ ਕੰਮ ਕਰਨ, ਮਾੜੀ ਮੋਟੀ ਕਿਸੇ ਨਾ ਕਿਸੇ ਮਹਿਕਮੇ ਵਾਲੇ ਪਾਸਿਓਂ ਜਾਗਰੂਕਤਾ ਫੈਲਾਉਣੀ ਬਹੁਤ ਜ਼ਰੂਰੀ ਹੈ ਕਿ ਭਾਈ ਕੋਈ ਬੋਰਡ ਲਾ ਕੇ ਕੱਲ੍ਹ ਨੂੰ ਕੋਈ ਵਧੀਆ ਦਫ਼ਤਰ ਬਣਾ ਕੇ, ਕੋਈ ਠੰਡੇ ਦਾ ਗਲਾਸ ਪਿਲਾ ਕੇ, ਕੋਈ ਵੱਡਾ ਜਿਹਾ ਸੈਮੀਨਾਰ ਕਰਕੇ ਆਖੇ ਆ 2022 ਚੱਲਦਾ ਜੀ, ਪੈਸੇ ਜਮ੍ਹਾਂ ਕਰਾਓ, 24 'ਚ ਡਬਲ ਕਰ ਲਓ। ਜਦ ਜਿਹੜਾ ਬੈਂਕਾਂ ਵਿਆਜ ਨਹੀਂ ਦਿੰਦੀਆਂ, RBI ਨੇ ਵਿਆਜ ਦੀਆਂ ਦਰਾਂ ਥੱਲੇ ਲੈ ਜਾਂਦੀਆਂ, ਪੈਸੇ ਹੋ ਹੀ ਨਹੀਂ ਸਕਦੇ। ਜੇ ਹੋਣਗੇ ਤਾਂ ਇਹਦਾ ਮਤਲਬ ਕਿ ਮਾਰਕੀਟ 'ਚ ਲੱਗਣਗੇ, ਬਾਜ਼ਾਰ 'ਚ। ਜੇ ਤਾਂ ਪੈਸੇ 4 ਬਣ ਗਿਆ, ਹੋ ਸਕਦਾ ਤੁਹਾਨੂੰ ਦੇ ਦੇਣ, ਤਾਂ ਜੇ ਅਗਲੇ ਦਾ ਜਿਹੜਾ ਕੰਮ ਠੱਪ ਹੋ ਗਿਆ, ਉਹਨਾਂ ਨੇ ਕਰਨਾ ਕੀ ਹੈ? 50,000 ਦੇ ਸੋਫੇ ਹੋਣਗੇ, 50,000 ਰੁਪਈਆ ਕਿਰਾਇਆ ਐਡਵਾਂਸ ਦਿੱਤਾ ਹੋਊਗਾ, ਮਾੜਾ ਮੋਟਾ ਕੁਝ ਹੋਰ ਹੋਊਗਾ, 2 ਲੱਖ ਰੁਪਈਏ ਨੂੰ ਜਿੰਦਰਾ ਮਾਰ ਕੇ ਵੱਡੀਆਂ ਕੰਪਨੀਆਂ ਜਿੱਥੇ ਮਰਜ਼ੀ ਭੱਜ ਜਾਂਦੀਆਂ ਹੁੰਦੀਆਂ। ਥੋੜਾ ਜਿਹਾ ਸਾਨੂੰ ਚੇਤਨ ਜ਼ਰੂਰ ਹੋਣਾ ਪੈਣਾ, ਤਾਂ ਜੋ ਭਲਕ ਨੂੰ ਇਦਾਂ ਦੀ ਠੱਗੀ ਜਿਹੜੀ ਵੱਜੇ ਨਾ। ਬੜੀਆਂ ਬੀਬੀਆਂ ਨੇ, ਜੇ ਕਿਤੇ ਮਿਲ ਜਵੇ ਨਾ, ਜੇ ਕਿਤੇ ਪਤਾ ਲੱਗ ਜਵੇ, ਕਿਸੇ ਕਹਿ ਦੇਣ ਕਿ ਇਹ ਮੁੰਡੇ TV ਤੇ ਕੰਮ ਕਰਦੇ ਆ, ਬੀਬੀਆਂ ਆ ਜਾਂਦੀਆਂ ਹੁੰਦੀਆਂ ਇੰਡੀਆ 'ਚ, ਪੁੱਤ ਪੈਸੇ ਫਸੇ ਆ, ਮੁੰਡਾ ਮੇਰਾ ਕੰਮ ਕਰਦਾ ਸੀ, ਪਹਿਲਾਂ ਤਾਂ 20 ਦਾ 40 ਉਹਨੇ ਦੇਤਾ, ਮੁੜ ਕੇ ਨੇ ਭੈਣ ਆਪਦੀ ਦੇ ਪੈਸੇ ਲਵਾਤੇ। ਉਦੋਂ ਦਾ ਪ੍ਰਾਹੁਣਾ ਸਾਡਾ ਕੁੜੀ ਨਾਲ ਵੀ ਗੁੱਸੇ ਆ, ਸਾਡੇ ਵੀ ਨਹੀਂ ਆਉਂਦਾ ਜਾਂਦਾ। ਸਗੋਂ ਗਵਾਂਢ ਮੱਥਾ ਆਈ, ਬੜੀ ਬੋਲਚਾਲ ਸੀ, ਲੱਸੀ ਲੈ ਜਾਂਦੇ ਸੀ, ਲੱਸੀ ਦੇ ਜਾਂਦੇ ਸੀ, ਬੜਾ ਵਧੀਆ ਇਕੱਠੇ ਬੈਠੀ ਦਾ ਸੀ। ਮੁੰਡੇ ਨੇ ਪੈਸੇ ਇਹਨਾਂ ਦੇ ਵੀ ਲਵਾਤੇ ਕਿ ਤਾਇਆ ਪੈਸੇ ਬਣਦੇ ਜੇ ਉੱਥੋਂ 4 ਕਿੱਥੇ, ਤੁਸੀਂ ਇੱਦਾਂ ਕਹਿੰਦੇ ਪੈਸੇ ਲਾ ਦਿਓ, ਮੈਨੂੰ ਜਾਣਦਾ ਹੀ ਬੰਦਾ। ਉਹ ਗੁਆਂਢੀ ਵੀ ਨਹੀਂ ਬੋਲਦੇ, ਹੁਣ ਬੜਾ ਔਖਾ ਹੋ ਗਿਆ ਕੰਮ। ਛੋਟੀ ਜਿਹੀ ਬੇਨਤੀ ਆਪਾਂ ਕਰ ਦਿੰਦੇ, ਇੱਕ ਬੜਾ ਫੰਡਾ ਕਈ ਵੇਲੇ ਹੁੰਦਾ ਨਾ ਵੀ ਯਾਰ ਆਹ ਸਕੀਮ ਆ, ਤੇ ਆਹ ਜਿਹੜੀ ਸਕੀਮ ਹੈ ਰਾਤੋਂ ਰਾਤ ਭਾਈ ਸਾਹਿਬ ਅਮੀਰ। ਹੁਣ ਤੁਸੀਂ ਉਹ ਦੇਖੋ ਵੀ ਜੇ ਸਕੀਮ ਉਹ ਚੱਲਦੀ ਹੋ, ਮੰਨ ਲਓ ਪੰਜਾਬ 'ਚ ਹੀ ਚੱਲਦੀ, ਲਾ ਲੈਂਦੇ ਵੀ ਜੇ ਉਹ ਸਕੀਮ ਚੱਲਦੀ ਆ, ਉਹਦੇ 'ਚ ਪੈਸੇ ਬਣਦੇ ਆ, ਉਹਦੇ ਲਈ ਕਾਰੋਬਾਰ ਖੋਲ੍ਹਣ ਲਈ ਕਿਤੇ ਨਾ ਕਿਤੇ ਇਜਾਜ਼ਤ ਪਰਮਿਸ਼ਨ ਤੇ ਲਈ ਹੋਊਗੀ ਜੀ। ਤੁਸੀਂ ਆਪ ਅੰਦਾਜ਼ਾ ਲਾਓ ਵੀ ਜਿਨ੍ਹਾਂ ਨੇ ਇਜਾਜ਼ਤ ਪਰਮਿਸ਼ਨ ਦੇਣੀ ਆ, ਜਦੋਂ ਉਹਨਾਂ ਨੂੰ ਪਤਾ ਵੀ ਇਹਦੇ 'ਚ 100 ਲਾ ਕੇ 200 ਰਾਤੋਂ ਰਾਤ ਬਣਦਾ, ਆਮ ਲੋਕਾਂ ਤੱਕ ਪਹੁੰਚਣ ਦੇਣਗੇ ਗੱਲਾਂ ਉਹ?
ਆ ਹੋਣਾ ਪਿਛਲੇ ਦਿਨੀ ਧਾਲੀਵਾਲ ਸਾਹਿਬ ਦੀ ਆਪਾਂ ਗੱਲ ਕਰ ਰਹੇ ਨੇ, ਇਹਨਾਂ ਨੇ ਜ਼ਮੀਨਾਂ ਛਡਾਈਆਂ ਜੀ, ਉਹ ਫਲਾਣੇ ਪਹਾੜੀ ਏਰੀਏ 'ਚ ਪਤਾ ਨਹੀਂ ਕਿਹੜੀ ਪੰਚਾਇਤੀ ਜ਼ਮੀਨ ਸੀ। ਆਮ ਲੋਕਾਂ ਨੂੰ ਕਿੰਨਾ ਕੁ ਪਤਾ ਸੀ ਵੀ ਪੰਚਾਇਤੀ ਜ਼ਮੀਨ ਦੱਬ ਲਈ ਅਸੀਂ। ਇਹਦਾ ਮਤਲਬ ਇਹ ਹੋ ਗਿਆ ਵੀ ਜਿੱਥੇ ਮਲਾਈ ਹੈਗੀ ਉਹ ਛਕਣ ਵਾਲੇ ਛਕ ਲੈਂਦੇ ਆ, ਇਹ ਬਾਅਦ 'ਚ ਸਪਰੇਟਾ ਜਿਹਾ ਤੁਰਿਆ ਫਿਰਦਾ ਹੁੰਦਾ, ਜਿਹਨੂੰ ਬਾਅਦ ਵਿੱਚ ਉਹ ਕਹਿੰਦਾ ਫੁੱਲ ਕਰੀਮ ਵਾਲਾ ਦੁੱਧ ਕਹਿ ਕੇ ਵੇਚਣ ਦੀ ਕੋਸ਼ਿਸ਼ ਕਰਦੇ। ਇਸ ਕਰਕੇ ਬਚਣ ਦੀ ਲੋੜ। ਦੂਜੀ ਬੇਨਤੀ, ਕਿਸੇ ਵੇਲੇ ਇਹ ਵੀ ਹੁੰਦਾ ਕਿ ਯਾਰ ਆਪਣੀ ਆਦਤ ਹੀ ਆਮ ਵੀ ਦੱਸਿਓ ਨਾ ਕਿਸੇ ਨੂੰ, ਕੋਈ ਗੱਲ ਨਹੀਂ, ਗੋਲ ਰੱਖਿਓ, ਫਿਰ ਮੁੜ ਕੇ ਐਵੇਂ ਰੌਲਾ ਜਿਹਾ ਪੈ ਜਾਂਦਾ, ਤੁਹਾਨੂੰ ਵੀ ਕੁਛ ਨਹੀਂ ਮਿਲਣਾ। ਉਹ ਜਿਹੜੀ ਆਦਤ ਆਪਾਂ ਛੱਡੀਏ, ਯਕੀਨ ਕਰਨ ਦੀ ਆਦਤ ਪਾਈਏ ਵੀ ਜੇ ਨੂੰ ਲੱਗਦਾ ਵੀ ਯਾਰ ਆ ਫਲਾਣੇ ਬੰਦੇ ਨੇ ਮੈਨੂੰ ਸਲਾਹ ਦਿੱਤੀ, ਕਿਸੇ ਆਂਢੀ ਗੁਆਂਢੀ ਭੈਣ ਭਰਾ ਰਿਸ਼ਤੇਦਾਰ ਨੂੰ ਜ਼ਰੂਰ ਪੁੱਛ ਲਓ ਵੀ ਭਾ ਇੱਦਾਂ ਦੀ ਗੱਲਬਾਤ ਹੀ ਚੱਲਦੀ, ਤੂੰ ਕੋਈ ਸੁਣੀ ਹੈ। ਤੇ ਜੇ ਅਗਲਾ ਬੰਦਾ ਤੁਹਾਨੂੰ ਇਹ ਸਲਾਹ ਦੇਵੇ ਨਾ ਵੀ ਇਹ ਠੱਗੀ ਹੁੰਦੀ ਆ, ਬਾਜੋ, ਤੇ ਕਿਸੇ ਵੇਲੇ ਘਰੇ ਆ ਗਿਆ ਸੜਦਾ, ਇਹਨੂੰ ਲੱਗਦਾ ਵੀ ਇਹਨਾਂ ਦਾ ਬਣੇ ਕੁਛ ਨਾ ਜੀ, ਇਹਨੂੰ ਵੀ ਪਤਾ ਕਰੋ ਤੁਸੀਂ ਭੋਲੇ ਪਾਪਾ ਕਰੋ ਕੰਮ, ਤੇ ਬੰਦਾ ਮੰਠੀਲ ਲੈਂਦਾ ਹੀ। ਅਸੀਂ ਵੇਖਿਓ ਜਦੋਂ ਸਾਲ ਨੂੰ ਦੇ ਕੋਠੀ ਪਾ ਲਈ, ਉਹਦੇ 'ਚ ਨਹੀਂ ਪੈਣਾ ਚਾਹੀਦਾ। ਜੇ ਅਗਲੇ ਨੇ ਕਿਹਾ ਵੀ ਆ ਠੱਗੀ ਲੱਗਦੀ ਹੈ ਤੇ ਕਿਸੇ ਹੋਰ ਨੂੰ ਪੁੱਛ ਲਓ। ਨਾਲੇ ਵੈਸੇ ਵੀ ਜੇ ਇੰਨੇ ਪੈਸੇ ਬਣਦੇ ਹੁਣ ਅਗਲਾ ਆਪ ਹੀ ਬਣਾ ਲਵੇ, ਅਗਲਾ ਤੁਹਾਨੂੰ ਥੋੜੀ ਸਕੀਮ ਦੱਸੂਗਾ। ਇੱਕ ਹੋਰ ਮੈਂ ਬੇਨਤੀ ਕਰਾਂ, ਤੁਹਾਡੀ ਗੱਲ ਤੋਂ ਯਾਦ ਆ ਗਿਆ, ਮਾਨ ਸਾਹਿਬ ਜਾਂ ਜਿਹੜੇ ਵੀ ਪ੍ਰਸ਼ਾਸਨ ਹੈ ਜਾਂ ਜਿਹੜੇ ਵੀ ਮੰਤਰੀ ਸਾਹਿਬਾਨ ਲੱਭਦੇ ਨੇ, ਬਹੁਤ ਸਾਰੀਆਂ ਐਡਾਂ ਜਿਹੜੀਆਂ ਨੇ, ਬਹੁਤ ਸਾਰੀਆਂ ਮਸ਼ਹੂਰੀਆਂ ਕਿਹਨਾਂ ਅਖਬਾਰਾਂ 'ਚ ਆਉਂਦੀਆਂ ਹੁੰਦੀਆਂ, ਤੁਸੀਂ ਜੀ ਇੱਥੇ ਫਲਾਣੇ ਥਾਂ ਦੇ ਆ ਗਏ, ਮਿਲੋ ਬਸ ਤੁਹਾਡੀਆਂ ਪੌਂ-ਵਾਰਾਂ ਕਰ ਦੇਣੀਆਂ। ਇੱਕ ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ, ਉਹ ਕਰਜ਼ੇ ਵਾਲਾ ਕੰਮ ਸੀਗਾ ਨਾ, ਵੀ ਕਿਸੇ ਗਰੰਟੀ ਦੀ ਲੋੜ ਨਹੀਂ, ਲੱਖਾਂ ਦਾ ਕਰਜ਼ਾ ਅਸੀਂ ਐਂ ਦੇ ਦਿੰਦੇ ਹਾਂ। ਹੋ ਸਕਦਾ ਕੋਈ ਚੰਗੇ ਬੰਦੇ ਵੀ ਹੋਣ, ਜੈਨੂਅਨ ਵੀ ਹੋਣ, ਉਹਨਾਂ ਦੇ ਕੋਲ ਕੀ ਪ੍ਰੋਸੈਸ ਆ ਉਹ ਪਤਾ ਕਰ ਲੈਣ, ਪਰ ਉਹਦੇ ਵਿੱਚ ਵੀ ਕਈ ਬੰਦੇ ਘੁੰਡੀ ਵਾਲੇ ਹੁੰਦੇ ਵੀ ਮੰਨ ਲਓ ਵੀ ਮੈਂ ਅਖਬਾਰ 'ਚ ਦਿੱਤਾ, ਤੁਹਾਨੂੰ ਪੈਸੇ ਦੀ ਲੋੜ ਆ, ਤੁਸੀਂ ਆਖਣਾ ਵੀ ਯਾਰ ਆਹ ਵਧੀਆ ਬੰਦੇ ਲੱਗਦੇ ਵੀ ਗਰੰਟੀ ਕੋਈ ਨਹੀਂ ਚਾਹੀਦੀ, ਜ਼ਮੀਨ ਭਾਂਡਾ ਆਪਣੇ ਕੋਲ ਹੈ ਕੋਈ ਨਹੀਂ ਗਾ, ਵੀ ਚਲੋ ਜੇ ਮਿਲਦਾ ਕਰਜ਼ਾ ਤੇ ਲੈ ਆਉਂਦੇ ਆ। ਹੁਣ ਤੁਸੀਂ ਮੇਰੇ ਕੋਲੇ ਆਉਣਾ, ਉੱਥੇ ਹੋ ਸਕਦਾ ਮੈਂ ਬੈਠਾ ਹੋਵਾਂ ਜਾਂ ਕੋਈ ਸਟਾਫ ਦੇ 3-4 ਬੰਦੇ ਵਿਚਾਰੇ ਭਾਏ ਹੋਣ, ਉਹਨਾਂ ਤੁਹਾਡੇ ਕਾਗਜ਼ ਪੱਤਰ 'ਚ ਲਿਖ ਕੇ ਆਖਣਾ ਜੀ ਓਕੇ ਜੀ ਇਹ ਬਿਲਕੁਲ ਕੇਸ ਤੁਹਾਡਾ ਬਣ ਸਕਦਾ, ਕਿੰਨੇ ਪੈਸੇ ਚਾਹੀਦੇ ਆ? ਤੁਸੀਂ ਕਹਿਣਾ ਜੀ ਮੈਨੂੰ 50,000 ਦੇ, ਤੁਸੀਂ ਭਾਵੇਂ ਲੱਖ ਲੈ ਲਓ। ਹੁਣ ਤੁਸੀਂ ਦੇਖੋ ਵੀ ਜਿਹਨੂੰ ਉੱਥੋਂ ਵਿਚਾਰੇ ਨੂੰ ਕੋਈ 10,000 ਨਹੀਂ ਦਿੰਦਾ, ਉਹਦੀ ਲੋੜ 50,000 ਦੀ, ਤੇ ਮੈਂ ਆਖਾਂ ਵੀ ਤੈਨੂੰ ਮੈਂ ਲੱਖ ਦੇ ਦੂੰਗਾ, ਉਹ ਨਾਲ ਹੀ ਅੱਖਾਂ 'ਚ ਚਮਕ ਆ ਜਾਣੀ ਜੀ। ਹੁਣ ਵੀ ਹੁਣ ਫਿਰ ਕੀ ਕਰਨਾ ਕੀ ਪਊਗਾ? ਕੁਛ ਵੀ ਨਹੀਂ, ਬਸ ਤੁਸੀਂ ਇੱਦਾਂ ਕਰੋ 500 ਰੁਪਇਆ ਫਾਈਲ ਚਾਰਜ ਦੇ ਜਾਓ, ਫਾਈਲ ਅਸੀਂ ਤੁਹਾਡੀ ਤਿਆਰ ਕਰ ਛੱਡਦੇ ਹਾਂ ਤੇ 1 ਹਫ਼ਤੇ ਤੁਸੀਂ ਪੈਸੇ ਲੈ ਲਿਓ। ਹੁਣ ਤੁਸੀਂ ਆਏ, ਮੈਂ ਅਖਬਾਰ 'ਚ ਜਾਂ ਕਿਤੇ ਵੀ ਮਸ਼ਹੂਰੀ ਦਿੱਤੀ ਹੈ, 500 ਰੁਪਈਆ ਜਿਹੜਾ ਤੁਸੀਂ ਮੈਨੂੰ ਦੇ ਗਏ ਹੋ, ਤੁਹਾਡੇ ਵਰਗੇ ਸ਼ਾਮ ਤੱਕ 10 ਬੰਦੇ ਵੀ ਆ ਜਾਣ ਤੇ ਮੇਰੀ ਦਿਹਾੜੀ 5,000 ਦੀ ਹੈ, ਤੇ ਇੱਕ ਨੁਕਸਾਨ 500 ਦਾ ਹੀ। ਨਹੀਂ 500 ਦਾ ਨੁਕਸਾਨ ਕਿੱਥੇ ਆ? 1 ਹਫ਼ਤੇ ਬਾਅਦ ਤੁਸੀਂ ਫਿਰ ਆਉਣਾ, ਸਾਰੋ ਮੇਰਾ ਕੰਮ ਹੋਇਆ। ਗੱਲ ਤੁਹਾਡੀ ਬਣ ਚੱਲੀ ਸੀ, ਪਰ ਨਾ ਉੱਧਰੋਂ ਇੱਕ ਆਬਜੈਕਸ਼ਨ ਲੱਗ ਗਿਆ। ਉਹ ਆਬਜੈਕਸ਼ਨ ਦੇ ਵਿੱਚ ਹੋ ਸਕਦਾ ਵੀ ਤੁਹਾਡੀ ਫਾਈਲ ਮੋੜਤੀ। ਜੇ ਉਹਨੇ ਆਖਿਆ ਵੀ ਨਹੀਂ ਮੈਨੂੰ ਪੈਸੇ ਚਾਹੀਦੇ ਹੀ ਆ, ਆਪਾਂ ਕਰ ਲਾਂਗੇ ਵਿੱਚੋਂ ਥੋੜ੍ਹਾ ਬਹੁਤ, ਫਿਰ ਉਹ 500 ਦਾ ਟੀਕਾ ਹੋਰ ਲਵਾ ਲੂਗਾ। ਚਲੋ ਕੁੱਲ ਮਿਲਾ ਕੇ ਕਹਿਣ ਦਾ ਭਾਵ ਹੈ ਕਿ ਠੱਗੀ ਤੋਂ ਜਿਹੜਾ ਉਹ ਬਚਣਾ ਜ਼ਰੂਰੀ ਹੈ, ਉਹ ਬਾਅਦ 'ਚ ਇਹਦੇ ਨਾਲ ਹੀ ਹੋਣਾ ਜੇ ਇਹਦੀ ਵਰਤੋਂ ਕਰਾਂਗੇ। ਜੇ ਲੋਕ ਛਪਾ ਕੇ, ਕਿਉਂਕਿ ਆਮ ਹੀ ਹੁੰਦਾ, ਆਪਣੀ ਇੱਕ ਆਦਤ ਬਣ ਗਈ ਹੈ, ਪਤਾ ਨਹੀਂ ਮਜਬੂਰੀ ਹੈ, ਅਸੀਂ ਬੜਾ ਹੁੱਬ ਕੇ ਦੱਸਦੇ ਹਾਂ। ਉਹ ਸੀਗਾ ਕੰਮ ਕਰਾਉਣ ਵਾਲਾ ਤੇ ਸਰ ਤਾਂ ਉੱਦਾਂ ਵੀ ਜਾਣਾ ਸੀ, ਮੈਂ ਕਿਹਾ ਮਾਰ ਮੱਥੇ 500 ਰੁਪਈਆ, 500 ਰੁਪਈਆ ਦੇ ਕੇ ਭਾਜੀ ਕੰਮ ਹੋ ਜਾ, ਹੋਰ ਕੀ ਚਾਹੀਦਾ? ਆਪਾਂ ਪੈਸੇ ਦੇ ਦੇਣੇ ਆ, ਆਰਾਮ ਨਾਲ ਕੰਮ ਹੁੰਦੇ ਨੇ, ਤਾਂ ਅੱਧ ਵਿਚਾਲੇ ਅੜਿਆ ਰਹਿੰਦਾ, 4 ਗੇੜੇ ਲੱਗ ਜਾਂਦੇ। ਜਾਣੀ ਉਹ ਵੀ ਆਦਤ ਕਿਤੇ ਨਾ ਕਿਤੇ ਤਿਆਗਣੀ ਪਊਗੀ। ਬਾਕੀ ਸੰਧਾਲੀਆ ਸਾਹਿਬ, ਹਰਮੀਤ ਸਿੰਘ, ਜਿਹੜੇ ਕਿ ਪਠਾਨ ਮਾਜਰਾ ਸਾਹਿਬ MLA ਸਾਹਿਬ, ਜਿਨ੍ਹਾਂ ਦੇ ਉੱਤੇ ਇੱਕ ਬੀਬੀ ਇੱਕ ਨੇ ਦੋਸ਼ ਲਾਇਆ ਸੀ ਕਿ ਭਾਈ ਮੇਰੇ ਨਾਲ ਪਹਿਲਾਂ ਵਿਆਹ ਕਰਾਇਆ, ਮੁੜ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਕਈ ਕੁਛ ਵੀਡੀਓ ਇੱਕ ਵਾਇਰਲ ਹੋਈ, ਬਹੁਤ ਕੁਛ ਚੱਲਿਆ। ਹੁਣ ਪਠਾਨ ਮਾਜਰਾ ਸਾਹਿਬ ਤਾਂ ਕਹਿੰਦੇ ਮੈਂ ਮਾਣਹਾਨੀ ਦਾ ਕੇਸ ਕਰਨਾ, ਮੇਰੀ ਇੱਜ਼ਤ ਨੂੰ ਵੱਟਾ ਲਾਤਾ, ਮੈਂ ਮਰਦਾਂ ਵਾਲੀ ਕੀਤੀ ਸੀ। ਕਈ ਉਹਨਾਂ ਨੇ ਲੰਡੂ ਸ਼ਬਦ ਵੀ ਵਰਤਿਆ, ਕਈ ਹੋਰ ਸ਼ਬਦ ਵਰਤੇ ਜਿਹੜੇ ਇਤਰਾਜ਼ਯੋਗ ਨੇ, ਨਹੀਂ ਸੀ ਵਰਤਣੇ ਚਾਹੀਦੇ। ਹੁਣ ਵਿਮਨ ਕਮਿਸ਼ਨ ਦੀ ਚੇਅਰਪਰਸਨ ਹੈ ਬੀਬੀ ਮਨੀਸ਼ਾ ਘਲਾਟੀ, ਉਹਨਾਂ ਨੇ ਕਹਿਤਾ, ਕਹਿੰਦੇ ਜੀ ਪ੍ਰਸ਼ਾਸਨ ਤੋਂ ਰਿਪੋਰਟ ਮੰਗ ਲਈ ਹੈ, 7 ਦਿਨਾਂ ਦੇ ਵਿੱਚ ਸਾਡੇ ਤੇ ਰਿਪੋਰਟ ਆ ਜੂ, ਉਹਦੇ ਤੋਂ ਬਾਅਦ ਅਸੀਂ ਕਾਰਵਾਈ ਕਰਨੀ ਹੈ। ਕਿ ਇੱਕ ਤਾਂ ਔਰਤ ਦਾ ਮਾਮਲਾ, ਦੂਸਰਾ MLA ਸਾਹਿਬ ਵੀ ਜਨਤਾ ਦੇ ਚੁਣੇ ਹੋਏ ਪ੍ਰਤੀਨਿਧ ਨੇ, ਜਦੋਂ ਉਹਨਾਂ ਦੇ ਬਾਬਤ ਇਦਾਂ ਦੀਆਂ ਚਰਚਾਵਾਂ ਚੱਲਦੀਆਂ ਜਾਂ ਕੋਈ ਦੋਸ਼ ਲਾਉਂਦਾ, ਤਾਂ ਫਿਰ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰੀਏ ਜ਼ਰੂਰ। ਹੁਣ ਬੜਾ ਕੁਛ ਚੱਲੀ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ ਵੀ, ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਪ੍ਰਤੀਕਿਰਿਆ ਕੋਈ ਨਹੀਂ ਆਈ, ਪਰ ਮਾਮਲਾ ਅਗਲੇ ਪਾਸੇ ਨੂੰ ਜਾਣਾ, ਵਿਰੋਧੀ ਧਿਰਾਂ ਨੇ ਸਾਜ਼ਿਸ਼ ਪਾ ਕੇ ਛੱਡਣਾ। ਆਮ ਆਦਮੀ ਪਾਰਟੀ ਨੂੰ ਥੋੜ੍ਹਾ ਜਿਹਾ ਸੁਹਿਰਦਤਾ ਦੇ ਨਾਲ ਇਸ ਮੁੱਦੇ ਤੇ ਸੋਚਣਾ ਪਊਗਾ। ਇਹ ਬੜਾ ਜ਼ਰੂਰੀ ਆ। ਦੇਖੋ ਆਪਾਂ ਤੇ ਕੱਲ ਵੀ ਬੇਨਤੀ ਕੀਤੀ ਸੀ ਵੀ ਇਹ ਮਸਲਾ ਹੋ ਸਕਦਾ ਛੋਟਾ ਹੋਵੇ, ਝੂਠਾ ਹੋਵੇ, ਗਲਤ ਹੋ, ਕੁਛ ਵੀ ਹੋਵੇ ਜੀ, ਪਰ ਇਹਦੀ ਬਦਨਾਮੀ ਵੱਡੀ ਹੈ। ਤੇ ਸਭ ਤੋਂ ਵੱਡੀ ਗੱਲ ਇਹ ਵੀ ਜਦੋਂ ਇੱਕ ਤਰ੍ਹਾਂ ਉਹ ਛੱਟਣ ਵਾਲੇ ਸਾਜ਼ਿਸ਼ ਪੈ ਜਾਂਦੀ ਇਹ ਚੀਜ਼, ਤੇ ਫਿਰ ਉਹਦਾ ਘੱਟਾ ਬੜੀ ਦੂਰ ਤੱਕ ਜਾਂਦਾ। ਇਸ ਕਰਕੇ ਚਲੋ ਆਮ ਆਦਮੀ ਪਾਰਟੀ ਵਾਲੇ ਜੇ ਇਹਨੂੰ ਜਿੰਨੀ ਛੇਤੀ ਹੋ ਸਕੇ ਸਾਫ਼ ਕਲੀਅਰ ਕਰਕੇ ਗੱਲ ਲੋਕਾਂ ਦੇ ਸਨਮੁਖ ਰੱਖ ਦੇਣ ਤੇ ਉਨੀ ਗੱਲ ਵਧੀਆ। ਬਾਕੀ ਗੱਲ ਆਪਾਂ ਕੱਲ੍ਹ ਵੀ ਇੱਕ ਜ਼ਿਕਰ ਕੀਤਾ ਸੀ ਕਿ ਉਹ ਜੇਲ੍ਹ ਦੇ ਵਿੱਚ
ਉਹ ਗੈਂਗਸਟਰ ਲਿਖਿਆ ਸੀ ਨਾ ਜੀ, ਉਹ ਮੁੰਡੇ ਦੇ ਲੱਕ ਤੇ ਉਹਦੇ ਫਾਦਰ ਸਾਹਿਬ ਦੀ ਵੀ ਰੋਂਦਿਆਂ ਦੀ ਵੀਡੀਓ ਆਈ, ਉਹਦੀ ਆਪ ਦੀ ਵੀ ਹਾਂਜੀ ਮਹਾਰਾਜ ਮੇਰੇ ਨਾਲ ਧੱਕਾ ਕੀਤਾ। ਹੁਣ ਕਹਿੰਦੇ ਆ ਵੀ ਉਸ ਮਾਮਲੇ 'ਚ ਬੰਦੇ 3-4 ਕਾਬੂ ਕੀਤੇ ਆ। ਦੇਖੋ ਸੰਧਾਲੀਆ ਸਾਹਿਬ, ਪਹਿਲਾਂ ਤਾਂ ਜੇਲ੍ਹ ਪ੍ਰਸ਼ਾਸਨ ਨੇ ਇਹ ਗੱਲ ਆਖੀ ਸੀ, ਉਹ ਕਹਿੰਦੇ ਸੀ ਦੇਖੋ ਕੋਈ ਵੀ ਪੁਲਿਸ ਅਫਸਰ ਬਹੁਤ ਜ਼ਿੰਮੇਵਾਰ ਹੁੰਦਾ ਹੈ ਤੇ ਇਦਾਂ ਕੋਈ ਵੀ ਬੰਦਾ ਕੰਮ ਕਰੂਗਾ ਉਹਨੂੰ ਪਤਾ ਹੀ ਆ ਪੱਕਾ ਫਸ ਜਾਣਾ, ਕਿਉਂਕਿ ਉਹ ਕਿਹੜਾ ਜ਼ਖਮ ਇੱਕ ਦਿਨ ਦੇ ਵਿੱਚ ਖਤਮ ਹੋ ਜਾਣਾ, ਬੰਦੇ ਦੀਆਂ ਪੇਸ਼ੀਆਂ ਵੀ ਹੋਣੀਆਂ। ਕਹਿੰਦੇ ਇਹ ਗੱਲ ਨਹੀਂ, ਉਹ ਤਾਂ ਕਹਿੰਦੇ ਜੀ ਅਸੀਂ ਦੇਖੋ ਸਾਫ਼ ਦੱਸਦੇ ਹਾਂ ਕਿ ਇਹਨਾਂ ਨੇ ਆਪ ਹੀ ਕੀਤਾ ਹੈ। ਲੜਾਈ ਕਹਿੰਦੇ ਹੁੰਦੀ ਸੀ ਅਸੀਂ ਵੱਖ-ਵੱਖ ਕਰ ਦਿੱਤੇ, ਇਹਨਾਂ ਨੇ ਮੁੜ ਕੇ ਉਹੀ ਗੱਲ ਕਿ ਅਦਾਲਤ ਦੇ ਵਿੱਚ ਜਾਵਾਂਗੇ, ਪ੍ਰੈਸ਼ਰ ਪਊਗਾ, ਅਫਸਰ ਸੱਜੇ ਖੱਬੇ ਹੋ ਜਾਣਗੇ, ਆਪ ਹੀ ਕਹਿੰਦੇ ਜੀ ਉਹ ਲਿਖ ਲਿਆ ਇਕੱਠੇ ਹੋ ਕੇ। ਪਰ ਕਾਹਦੇ ਨਾਲ ਲਿਖਿਆ, ਅੱਗ ਕਿੱਥੋਂ ਲਈ, ਗਰਮ ਉਹਨੂੰ ਕਿੱਥੋਂ ਕੀਤਾ, ਰਾੜ ਕਿੱਥੋਂ ਲਈ, ਇੱਕ ਤੋਂ ਬਾਅਦ ਇੱਕ ਕਈ ਕੁਛ ਮਸਲੇ ਸੀ। ਪਰ ਹਾਂ, ਜੇਲ੍ਹਾਂ ਦੇ ਵਿੱਚੋਂ ਇਹ ਸਾਰਾ ਕੁਝ ਕਿਵੇਂ ਹੋਈ ਜਾਂਦਾ, ਕਿਉਂ ਹੋਈ ਜਾਂਦਾ, ਚਾਹੇ ਪ੍ਰਸ਼ਾਸਨ ਨੇ ਕੀਤਾ, ਚਾਹੇ ਸਾਥੀ ਹਵਾਲਾਤੀਆਂ ਕੈਦੀਆਂ ਨੇ ਕੀਤਾ, ਸਵਾਲ ਚਿੰਤਾ ਪੈਦਾ ਕਰਦਾ ਹੈ। ਇਹ ਇੱਕ ਆਪਾਂ ਕੱਲ ਬਾਹੂਬਲੀ ਦਾ ਜ਼ਿਕਰ ਕੀਤਾ ਸੀ, ਮੁਖਤਾਰ ਅੰਸਾਰੀ ਦਾ। ਮੈਂ ਕਹਿੰਦਾ ਕਿ ਮੈਨੂੰ ਨਹੀਂ ਪਤਾ ਕਿ ਰੋਪੜ ਦੇ ਵਿੱਚ ਜੇਲ੍ਹ ਦੇ ਵਿੱਚ ਕਿਹੜੇ ਬੰਦੇ ਨੇ ਸਹਾਇਤਾ ਕੀਤੀ, ਕਿੰਨੀ ਕੀਤੀ। ਹਰਜੋਤ ਸਿੰਘ ਬੈਂਸ ਹੋਰਾਂ ਰਿਪੋਰਟ ਦੇਤੀ ਹੈ ਮੁੱਖ ਮੰਤਰੀ ਨੂੰ। ਹੁਣ ਈਡੀ ਨੇ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉੱਤਰ ਪ੍ਰਦੇਸ਼ ਦੇ ਵਿੱਚ ਉਹਦੇ ਤੇ ਉਹਦੇ ਐਮਪੀ ਭਰਾ ਦੇ ਘਰ ਤੇ ਛਾਪੇ ਮਾਰੇ ਆ, ਉਹਦਾ ਭਰਾ ਐਮਪੀ ਹੈ। ਹੁਣ ਛਾਪੇ ਮਾਰਿਆ, ਪ੍ਰਾਪਰਟੀ, ਲੈਣ ਦੇਣ, ਡੈਰੀਆਂ, ਕਈ ਕੁਝ ਬਰਾਮਦ ਹੋਇਆ। ਛਾਪੇ ਯੂਪੀ 'ਚ ਵੱਜੇ ਆ, ਧਮਕ ਪੰਜਾਬ 'ਚ ਪੈ ਸਕਦੀ ਹੈ, ਕਿਉਂਕਿ ਹੋ ਸਕਦਾ ਜੇ ਇੱਧਰਲੇ ਪਾਸੇ ਉਹਦੀ ਧਰਮ ਪਤਨੀ ਨਾਲ ਰਹਿੰਦੀ ਸੀ, ਜੇ ਆਪ ਆਫਿਸਰ ਜਿਹੜਾ ਮੈਸ ਦੇ ਵਿੱਚ ਜਾਂ ਕੁਆਟਰ ਦੇ ਵਿੱਚ ਉਹ ਰਹਿੰਦਾ ਸੀ, ਜਾਂ ਉਹਨੂੰ ਵੀਆਈਪੀ ਟ੍ਰੀਟਮੈਂਟ ਮਿਲਦਾ ਸੀ, ਤਾਂ ਬੈਂਸ ਸਾਹਿਬ ਨੇ ਕਿਹਾ ਮੁਫਤ ਥੋੜੀ ਮਿਲਦਾ ਹੋਣਾ। ਹੋ ਸਕਦਾ ਕਿਸੇ ਨਾ ਕਿਸੇ ਨੂੰ 4 ਛਿੱਲੜ ਚੜਾਏ ਹੋਣ, ਤੇ ਜੇ 4 ਛਿੱਲੜ ਕਿਸੇ ਨੂੰ ਦਿੱਤੇ ਹੋਏ ਡੈਰੀ ਦੇ ਵਿੱਚ ਨੋਟ ਹੋ ਸਕਦਾ। ਹਾਂ, ਇੱਕ ਵਾਰੀ ਤੁਹਾਨੂੰ ਯਾਦ ਹੀ ਹੋਣਾ ਹੈ, ਆ ਜਲੰਧਰੋਂ ਫਲੋਰ ਨੂੰ ਜਾਈਏ ਤਾਂ ਰਾਹ ਦੇ ਵਿੱਚ ਗੁਰਾਇਆ ਆਉਂਦਾ, ਇੱਥੇ ਦਾ ਇੱਕ ਵਪਾਰੀ ਹੁੰਦਾ ਚੁੰਨੀ ਲਾਲ, ਉਹਦੇ ਘਰੇ ਛਾਪਾ ਵੱਜਿਆ ਸੀ ਜਦੋਂ ਨਸ਼ੇ ਦਾ ਰੌਲਾ ਰੱਪਾ ਪਿਆ ਸੀ, ਤੇ ਉਹਦੇ ਘਰੋਂ ਡੈਰੀ ਮਿਲੀ ਸੀ ਇੱਕ। ਉਹ ਡੈਰੀ ਦਾ ਬੜਾ ਚਿਰ ਰੌਲਾ ਪੈਂਦਾ ਰਿਹਾ ਕਿ ਭਾਈ ਡੈਰੀ 'ਚ ਕਈਆਂ ਬੰਦਿਆਂ ਦੇ ਨਾਂ ਲਿਖਿਆ ਤੇ ਮੋਰੇ ਰਕਮਾਂ ਲਿਖੀਆਂ ਕਿ ਇਹਨੂੰ ਕਿੰਨੀਆਂ ਕਿੱਦਣ ਦਿੱਤੀਆਂ, ਤੇ ਬਾਅਦ ਵਿੱਚ ਕਹਿੰਦੇ ਸੀ 2-4 ਨਾਂ ਕੱਟੇ ਉਹ ਵੀ ਆ, ਵੱਡੇ ਲੋਕਾਂ ਦੇ ਕੱਟੇ ਆ ਨਾ ਕਿ ਛੋਟੇ ਲੋਕਾਂ ਦੇ ਕੱਟੇ ਆ। ਇਸ ਕਰਕੇ ਭਾਈ ਜੇ ਮੁਖਤਾਰ ਅੰਸਾਰੀ ਜਾਂ ਉਹਦੇ ਐਮਪੀ ਭਰਾ ਦੇ ਘਰੋਂ ਕੋਈ ਡੈਰੀ ਡੂਰੀ ਲੱਭ ਪਈ, ਕੋਈ ਲੈਣ ਦੇਣ ਦਾ ਵੇਰਵਾ ਸਾਹਮਣੇ ਆ ਗਿਆ, ਤਿਆਰੀ ਇੱਧਰਲੇ ਪਾਸੇ ਤੁਸੀਂ ਵੀ ਰੱਖੋ, ਝੋਲੇ 'ਚ 2 ਜੋੜੀ ਕੱਪੜੇ ਜ਼ਰੂਰ ਪਾ ਲਿਓ। ਇੱਕ ਵੀ ਹੋ ਸਕਦਾ, ਇੱਕ ਮਗਰੋਂ ਆ ਗਿਆ, ਬਾਅਦ ਦੇ ਜਾਣਗੇ ਜੀ। ਅੱਛਾ, ਗੱਲ ਇਹ ਆ ਕਿ ਵੀ ਉਹ ਜਿਹੜੀ ਤੁਸੀਂ ਜ਼ਿਕਰ ਕਰਦੇ ਹੋ, ਜੇ ਮੈਂ ਗਲਤ ਨਹੀਂ ਤੇ ਉਹ ਮੋਟਾ 6000 ਕਰੋੜ ਵਾਲਾ ਡਰੱਗ ਰੈਕਟ ਹੈ ਨਾ, ਉਧਰ ਹੀ ਕੰਮ ਜੁੜਦੇ ਹੀ ਜਾ ਕੇ ਗੱਲ। ਉਸ ਕੇਸ ਤੋਂ ਕਹਿੰਦੇ ਵੀ ਹੁਣ 2 ਜੱਜ ਸਾਹਿਬਾਨਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ। ਪਿਛਲੇ ਸਮੇਂ 'ਚ ਆਪਾਂ ਵਾਹ ਦੇਖਿਆ ਕਿ ਵੀ ਇਸ ਕੇਸ ਦੇ ਨਾਲ ਰਿਲੇਟਡ ਪਹਿਲਾਂ ਵੀ ਕੁਝ ਜੱਜਿਸ ਨੇ ਆਪਣੇ ਆਪ ਨੂੰ ਅਲੱਗ ਕੀਤਾ, ਵੱਖ-ਵੱਖ ਕਾਰਨ ਉਹਨਾਂ ਨੇ ਦਿੱਤੇ। ਹੁਣ ਜੋ 2 ਹੋਰ ਜੱਜ ਸਾਹਿਬਾਨ ਨੇ ਉਹਨਾਂ ਨੇ ਕਿਹਾ ਵੀ ਨਹੀਂ ਜੀ ਅਸੀਂ ਸੁਣਵਾਈ ਨਹੀਂ ਕਰ ਸਕਦੇ। ਦੇਖੋ, ਪਹਿਲੀ ਗੱਲ ਹੈ ਕਿ ਸਾਲ ਬਹੁਤ ਹੋ ਗਏ। ਜਗਦੀਸ਼ ਭੋਲਾ ਜਿਹੜਾ ਕਿਸੇ ਵੇਲੇ ਕੁਸ਼ਤੀਆਂ ਲੜਦਾ ਸੀ, ਉਹਦੇ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਵੱਡੇ ਅਹੁਦੇ ਤੇ ਰਿਹਾ। ਜਦੋਂ ਉਹ ਭੋਲਾ ਕਾਬੂ ਆਇਆ ਤੇ ਭੋਲੇ ਨੇ ਬਾਅਦ ਵਿੱਚ ਇੱਕ ਵਾਰੀ ਪੇਸ਼ੀ ਦੇ ਉੱਤੇ ਆਉਂਦਿਆਂ ਇੱਕ ਵੱਡੇ ਲੀਡਰ ਦਾ ਜ਼ਿਕਰ ਕਰ ਦਿੱਤਾ। ਬਾਅਦ ਵਿੱਚ ਤਾਂ ਪਤਾ ਨਹੀਂ ਕਿੰਨੇ ਕੁ ਬੰਦਿਆਂ ਤੋਂ ਉਸ ਕੇਸ ਦੇ ਵਿੱਚ ਪੁੱਛ ਪੜਤਾਲ ਹੋਈ। ਕੁਝ ਲੋਕਾਂ ਨੂੰ ਸਜ਼ਾਵਾਂ ਵੀ ਹੋ ਗਈਆਂ, ਕੁਝ ਅਜੇ ਮਸਲਾ ਅਗਲੇ ਪਾਸੇ ਨੂੰ ਵਧਿਆ। ਉਸ ਕੇਸ ਤੋਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 2 ਜੱਜ ਸਾਹਿਬ ਨੇ ਆਪਣੇ ਆਪ ਨੂੰ ਵੱਖ ਕਰ ਲਿਆ। ਦੋਨਾਂ ਜੱਜ ਸਾਹਿਬਾਨ ਦੇ ਆਪੋ ਆਪਣੇ ਤਰਕ ਸੀ, ਤੇ ਹੁਣ ਮੁੱਖ ਜੱਜ ਸਾਹਿਬ ਨਵਾਂ ਬੈਂਚ ਬਣਾਉਣਗੇ, ਨਵੇਂ ਬੈਂਚ ਦੇ ਵਿੱਚ ਨਵੇਂ ਜੱਜ ਸਾਹਿਬ ਆਉਣਗੇ, ਉਹ ਫਿਰ ਕੇਸ ਨੂੰ ਅੱਗੇ ਵਧਾਉਣਗੇ। ਕੇਸ ਸਿਰੇ ਬੰਨੇ ਕਦੋਂ ਲੱਗਦਾ ਹੈ, ਸਾਰੇ ਪੱਖਾਂ ਦੀ ਜਾਂਚ ਪੜਤਾਲ ਕਦੋਂ ਹੁੰਦੀ ਹੈ, ਇਹਦਾ ਅਜੇ ਸਾਨੂੰ ਥੋੜਾ ਜਿਹਾ ਹਿਸਾਬ ਕਿਤਾਬ ਰੱਖਣਾ ਪਊਗਾ। ਪਰ ਦੂਸਰੇ ਪਾਸੇ ਸੰਧਾਲੀਆ ਸਾਹਿਬ ਸਮੇਤ ਤੁਹਾਡੇ ਬਹੁਤ ਸਾਰੇ ਨੇਤਾਗਣ ਹੁੰਦੇ ਆ। ਅੱਛਾ, ਮੈਂ ਅਜੇ ਵੀ ਨੇਤਾ ਨਹੀਂ, ਮੈਂ ਤੁਹਾਡੇ ਕਾਰਜਕਾਲ ਦੀ ਗੱਲ ਕਰਦਾ। ਜਾਣੀ ਆਪਾਂ ਜਦੋਂ ਗੱਲ ਕਰਦੇ ਨਾ ਕਿ ਹੁਣ ਉਹ ਐਸ ਅਹੁਦੇ ਤੇ ਨੇ, ਪਹਿਲਾਂ ਆ ਰਹੇ ਤਾਂ ਚੰਗੇ ਹੁੰਦੇ। ਭਾਰ ਆਮ ਤੌਰ ਤੇ ਲੀਡਰਾਂ ਦਾ 80% ਭਾਰ ਕਾਫੀ ਹੁੰਦਾ ਹੈ, ਪਰ ਇਹਨੇ ਹਲਕੇ ਕਿਉਂ ਹੁੰਦੇ ਸਮਝ ਨਹੀਂ ਆਉਂਦੀ। ਸੂਬੇ ਦੇ ਮੁੱਖ ਮੰਤਰੀ ਨੇ ਰਾਜਸਥਾਨ ਦੇ ਅਸ਼ੋਕ ਗਹਿਲੋਤ, ਉਹ ਗਏ ਸੀ ਗੁਜਰਾਤ, ਉੱਥੇ ਜਾ ਕੇ ਕਹਿੰਦੇ ਜੀ ਦੇਖੋ ਕੇਂਦਰ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਵਾਲੇ ਤਾਂ ਸਾਡੀ ਰਾਜਸਥਾਨ ਦੀ ਕਾਂਗਰਸ ਦੀ ਸਰਕਾਰ ਵੀ ਤੋੜਨਾ ਚਾਹੁੰਦੇ ਆ। ਪਤਾ ਨਹੀਂ ਪ੍ਰਧਾਨ ਮੰਤਰੀ ਸਾਹਿਬ ਦੀ ਇੱਕ ਐਸੀ ਨੀਤੀ ਹੈ ਕਿ ਦੂਸਰੀਆਂ ਪਾਰਟੀਆਂ ਦੇ ਬੰਦੇ ਆਏ ਖਿੱਚ ਧੂ ਕੇ ਆਪਣੇ ਵਾਲੇ ਪਾਸੇ ਲੈ ਆਓ, ਸਰਕਾਰਾਂ ਅਗਲਿਆਂ ਦੀਆਂ ਤੋੜ ਦੋ। ਕਿੰਨੀਆਂ ਉਦਾਹਰਨਾਂ ਦੇਤੀਆਂ, ਇੱਥੇ ਵੀ ਸਾਡੀ ਸਰਕਾਰ ਤੋੜਤੀ, ਮੱਧ ਪ੍ਰਦੇਸ਼ ਵੀ ਤੋੜਤੀ, ਇੱਥੋਂ ਵੀ ਸਾਡੇ ਬੰਦੇ ਪੱਟ ਲੈ, ਉੱਥੋਂ ਵੀ ਪੱਟ ਲੈ। ਫਿਰ ਉਹ ਕਹਿੰਦੇ ਜੀ ਦੇਖੋ ਮੈਂ ਕਹਿੰਦੇ ਆਪਣੇ ਐਮਐਲਏਜ਼ ਨੂੰ ਲੈ ਕੇ ਇੰਨੇ ਦਿਨ ਚੁੱਪ ਬੈਠਾ ਰਿਹਾ, ਜੇ ਉਸ ਘਰ ਦੇ ਵਿੱਚੋਂ ਕੋਈ ਵੀ ਐਮਐਲਏ ਬਾਹਰ ਨਿਕਲਦਾ ਸੀ ਉਸੇ ਵੇਲੇ 10 ਕਰੋੜ ਫੜਾਉਣ ਨੂੰ ਤਿਆਰ ਬੈਠੇ ਹੁੰਦੇ ਸੀ। ਹੁਣ ਵੀ ਕਹਿੰਦੇ ਜੀ ਸਾਡੇ ਐਮਐਲਏ ਨੂੰ ਤੋੜ ਕੇ ਮੇਰੀ ਸਰਕਾਰ ਤੋੜਨ ਨੂੰ ਫਿਰਦੇ। ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਮੁੱਖ ਮੰਤਰੀ ਅਜੇ ਤੱਕ ਹੈਗਾ ਕਿੱਦਾਂ। ਸੰਧਾਲੀਆ ਸਾਹਿਬ, ਜੇ ਵੱਖ-ਵੱਖ ਥਾਵਾਂ ਤੋਂ ਅਗਲਿਆਂ ਨੇ ਤੁਹਾਡੇ ਐਮਐਲਏ ਤੋੜ ਲਏ, ਐਮਪੀ ਤੋੜ ਲਏ, ਉਹਨਾਂ ਦੇ ਸਰੀਰ ਭਾਰੇ ਨੇ, ਪਰ ਜੇ ਇਸ ਪਾਸਿਓਂ ਕਿਰਦਾਰੋਂ ਹਲਕੇ ਨੇ,
ਇਦਾਂ ਦੇ ਹਲਕੇ ਬੰਦਿਆਂ ਨੂੰ ਤੁਸੀਂ ਟਿਕਟਾਂ ਕਿਉਂ ਦਿੰਦੇ ਹੋ? ਯਾਨੀ ਉਹ ਕੈਸੇ ਲੀਡਰ ਹੋਏ ਜਿਹੜੇ ਤੁਹਾਡੀ ਪਾਰਟੀ ਤੋਂ ਟਿਕਟ ਲੈਂਦੇ ਆ, ਤੁਹਾਡੀ ਪਾਰਟੀ ਦੇ ਨਾਂ ਤੇ ਪ੍ਰਚਾਰ ਕਰਦੇ ਆ, ਤੁਹਾਡੀ ਪਾਰਟੀ ਦੇ ਸਿੰਬਲ ਤੇ ਵੋਟਾਂ ਲੈ ਕੇ ਜਿੱਤਦੇ ਆ, ਤੇ ਮੁੜ ਕੇ 10 ਕਰੋੜ ਲਈ, 20 ਕਰੋੜ ਲਈ, 25 ਕਰੋੜ ਲਈ, 40 ਕਰੋੜ ਲਈ ਇੱਕ ਮੰਤਰੀ ਦੇ ਅਹੁਦੇ ਦੇ ਲਈ ਤੁਹਾਡੀ ਪਾਰਟੀ ਨੂੰ ਲੱਤ ਮਾਰ ਕੇ ਚਲੇ ਜਾਂਦੇ ਆ। ਯਾਨੀ ਤੁਸੀਂ ਟਿਕਟਾਂ ਹੀ ਚੱਜ ਦੇ ਬੰਦਿਆਂ ਨੂੰ ਦਿਓ, ਤੁਸੀਂ ਟਿਕਟਾਂ ਉਹਨਾਂ ਨੂੰ ਦਿਓ ਕਿ ਜਿਹੜੇ 100 ਕਰੋੜ ਰੁਪਈਏ ਦੇ ਉੱਤੇ ਵੀ ਵਿਕਣਾ, ਤੁਸੀਂ 10 ਕਰੋੜ ਤੇ ਵਿਕਣਾ ਨੂੰ ਟਿਕਟਾਂ ਕਿਉਂ ਦਿੰਦੇ ਹੋ? ਸਵਾਲ ਤਾਂ ਹੈਗਾ। ਨਹੀਂ ਮਤਲਬ ਤੁਹਾਨੂੰ ਲੱਗਦਾ ਵੀ ਸਸਤੇ ਰੇਟ ਵਾਲੇ ਬੰਦੇ ਰੱਖੇ ਨੂੰ? ਨਹੀਂ ਹਾਂ ਨਹੀਂ ਇਹ ਗੱਲ 100 ਕਰੋੜ ਵਾਲਾ ਚਾਹੀਦਾ, ਮਤਲਬ 100 ਇੰਨਾ ਮਹਿੰਗਾ ਯਾਰ ਕਿੱਥੋਂ ਲਿਆਉਣਗੇ ਸੌਦਾ। ਪਰ ਇੱਕ ਗੱਲ ਹੈਗੀ, ਗਹਿਲੋਤ ਸਾਹਿਬ ਮੈਂ ਨਾ ਵੀ ਐਵੇਂ ਹੁਣ ਉਜਰ ਇਤਰਾਜ਼ ਕਰਨ ਡਿਆ ਜੀ, ਇਹਨਾਂ ਨੂੰ ਤੇ ਸ਼ੁਕਰ ਕਰਨਾ ਚਾਹੀਦਾ ਜਿਹੜੇ ਮਹੀਨੇ ਲੰਘ ਗਏ ਇਹਨਾਂ ਦੇ ਸੌਖੇ। ਨਹੀਂ ਤੇ ਉਹ ਐਪੀਸੋਡ ਸਾਰਿਆਂ ਨੂੰ ਯਾਦ ਆ ਜਦੋਂ ਕੰਮ ਉਹ ਸਚਿਨ ਪਾਇਲਟ ਵਾਲਾ ਹੋਇਆ ਸੀਗਾ, ਤੇ ਉਹ ਬੰਦਾ ਕਿੱਥੋਂ ਜਾ ਕੇ ਕਿੱਥੇ ਬੈਠਾ ਰਿਹਾ ਸੀ ਤੇ ਕਿੰਨੇ ਦਿਨ ਕੰਮ ਚੱਲਦਾ ਰਿਹਾ ਸੀ, ਉਹ ਗੱਲ ਵੱਖਰੀ। ਵੀ ਚਲੋ ਉਦੋਂ ਉਹ ਜੋਤਰੇ ਦਿੱਤੇ ਸਿੰਧੀਆ ਔਰ ਵਾਲਾ ਕੇਸ ਦੂਸਰੇ ਪਾਸੇ ਚੱਲਦਾ ਹੈ, ਲੋਕਾਂ ਦਾ ਧਿਆਨ ਉਧਰਲੇ ਪਾਸੇ ਰਿਹਾ। ਸਚਿਨ ਪਾਇਲਟ ਸਾਹਿਬ ਦੀ ਉਹ ਗੱਲ ਉੱਥੇ ਬਣੀ ਨਹੀਂ ਤੇ ਜਿੱਦਾਂ ਦੇ ਉਹ ਪਾਇਲਟ ਉਦੋਂ ਬਣੇ ਜਹਾਜ਼ ਤੇ ਬੜੇ ਚਿਰ ਦਾ ਹੀ ਉੱਡ ਜਾਣਾ ਹੈ। ਚਲੋ ਗਹਿਲੋਤ ਸਾਹਿਬ ਨੂੰ ਮੈਨੂੰ ਲੱਗਦਾ ਵੀ ਵਾਹਵਾ ਟਾਈਮ ਹੁਣ ਮਿਲ ਗਿਆ, ਅਜੇ ਵੀ ਉਹ ਪ੍ਰੈਸ਼ਰ 'ਚ ਫੀਲ ਕਰਦੇ ਆ ਵੀ 10-10 ਕਰੋੜ ਫਰਾਉਣ ਨੂੰ ਫਿਰਦੇ ਸੀ। ਹੁਣ ਗੱਲ ਇਹ ਆ ਕਿ ਵੀ ਇਹ ਤਾਂ ਪੂਰੇ ਇੰਡੀਆ ਦੇ ਵਿੱਚ ਭਾਣਾ ਵਾਪਰ ਗਿਆ ਜੀ। ਸਭ ਤੋਂ ਵੱਡੀ ਗੱਲ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਸੋਚਣਾ ਚਾਹੀਦਾ ਵੀ ਮਹਾਰਾਜ 1 ਸਦੀ ਸਵਾ ਸਦੀ ਤੋਂ ਵੀ ਪੁਰਾਣੀ ਪਾਰਟੀ ਸਾਡੀ, ਵੀ ਸਾਡੇ 'ਚ ਜਿਹੜੇ ਬੰਦੇ ਸੀ ਉਹ ਹੁਣ ਤੱਕ ਆਪਣੇ ਨੂੰ ਪੱਕੇ ਕਾਂਗਰਸੀ, ਮਤਲਬ ਖਾਨਦਾਨੀ ਕਾਂਗਰਸੀ, ਟਕਸਾਲੀ ਕਾਂਗਰਸੀ ਪੰਜਾਬ ਸ਼ਬਦ ਵਰਤਦੇ ਹੁੰਦੇ ਆ, ਉਹ ਕਹਿੰਦੇ ਆਏ। ਤੇ ਉਹ ਬੰਦਿਆਂ ਦੇ ਕੀ ਗੱਲ, ਮਤਲਬ ਐਸੀ ਕੀ ਗੱਲ ਹੋ ਗਈ ਵੀ ਉਹਨਾਂ ਨੂੰ ਇੰਨਾ ਕੁਛ ਪਾਰਟੀ ਨੇ ਦਿੱਤਾ ਵੀ ਜੇ ਕੋਈ ਕਹਿੰਦਾ ਵੀ ਮੈਂ ਜਾਂ ਮੇਰੇ ਤੋਂ ਪਹਿਲਾਂ ਮੇਰੇ ਪਿਤਾ ਜੀ ਜਾਂ ਸਾਡੇ ਪਰਿਵਾਰ ਦੇ ਵਿੱਚ ਜੀ ਅਸੀਂ ਅਹੁਦੇ ਮਾਣੇ ਜਾਂ ਅਸੀਂ ਸ਼ੁਰੂ ਤੋਂ ਪਾਰਟੀ ਦੇ ਨਾਲ ਜੁੜੇ ਆਏ ਹਾਂ, ਵੀ ਪਾਰਟੀ ਦੇ ਵਿੱਚ ਕੋਈ ਕਮੀ ਕਮਜ਼ੋਰੀ ਸੀ ਵੀ ਉਹਨਾਂ ਨੇ ਉਹ ਬੰਦੇ ਨਹੀਂ ਸੰਭਾਲੇ, ਜਾਂ ਫਿਰ ਹੌਲੀ ਹੌਲੀ ਬੰਦੇ ਗਾਂ ਜਿਹੜੇ ਉਹ ਉਹੋ ਜਿਹੇ ਹੁੰਦੇ ਗਏ ਤੇ ਪਾਰਟੀ ਨੇ ਉਹੋ ਜਿਹੀ ਸਖਤੀ ਨਹੀਂ ਕੀਤੀ ਵੀ ਯਾਰ ਜੇ ਆਪਾਂ ਨੂੰ ਜਾਪਦਾ ਵੀ ਬੰਦੇ ਦੇ ਕਿਰਦਾਰ 'ਚ ਨਿਘਾਰ ਆ ਗਿਆ ਤੇ ਕੱਲ੍ਹ ਨੂੰ ਇਹ ਜਿਹੜਾ ਖੋਖਲਾ ਹਿੱਸਾ ਇਹ ਤੁਹਾਨੂੰ ਖਰਾਬ ਕਰ ਸਕਦਾ ਤੇ ਆਪਾਂ ਇਹ ਤੋਂ ਹੁਣੇ ਕਿਨਾਰਾ ਕਰ ਲਈਏ। ਉਹ ਐਸੀਆਂ ਕਿਹੜੀਆਂ ਮਜਬੂਰੀਆਂ ਸੀ ਜਿਨ੍ਹਾਂ ਦਾ ਕਰਕੇ ਸਾਰਾ ਕੁਝ ਚੱਲਦਾ ਚਲਾਉਂਦਾ ਰਿਹਾ। ਤੇ ਹੁਣ ਜਦੋਂ ਅਗਲਿਆਂ ਨੂੰ ਲੱਭਦਾ ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਆਹ 10 ਬੰਦੇ ਆਪਾਂ ਨੋਟ ਕਰ ਲਿਆ ਜੀ, ਤੁਸੀਂ ਚਿੰਤਾ ਨਾ ਕਰੋ, ਇੰਨੇ ਕੁ 'ਚ ਮੰਨ ਜਾਣੇ। ਸਿਆਸੀ ਪਾਰਟੀਆਂ 'ਚ ਨਾ ਕੰਮ ਕਰਨ ਦਾ ਢੰਗ ਤਰੀਕਾ ਬੜਾ ਅਜੀਬੋ-ਗਰੀਬ ਹੈ। ਰਾਣਾ ਗੁਰਜੀਤ ਸਿੰਘ ਹੋਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ, MLA ਨੇ, ਕਾਂਗਰਸ ਦੇ ਨੇ, ਕਪੂਰਥਲੇ ਤੋਂ ਨੇ। ਉਹ ਕਹਿੰਦੇ ਜੀ ਦੇਖੋ ਜਾਖੜ ਚੰਗਾ ਬੰਦਾ ਸੀ, ਜਾਖੜ ਸਾਹਿਬ ਪਾਰਟੀ ਛੱਡ ਗਿਆ, ਦੁੱਖ ਹੋਇਆ, ਬੰਦਾ ਚੰਗਾ ਸੀ। ਨਹੀਂ ਚੰਗਾ ਸੀ ਕਿ ਹੁਣ ਵੀ ਤੇ ਹੈਗੇ ਨੇ। ਨਹੀਂ ਚੰਗਾ ਕਾਂਗਰਸੀ ਕਹਿ ਲਓ। ਅੱਛਾ ਇਦਾਂ ਠੀਕ। ਹੁਣ ਵੜਿੰਗ ਸਾਹਿਬ ਪਿਛਲੇ ਦਿਨੀ ਕਰਕੇ ਆਏ ਆ ਕਿ ਭਾਈ ਉਹਨਾਂ ਨੇ ਕੋਈ ਬੰਦਾ ਨਹੀਂ ਉੱਠਣ ਦਿੱਤਾ, ਐਂ ਕਰ ਦਿੱਤਾ, ਉਹ ਕਰ ਦਿੱਤਾ, ਸਾਡੇ ਆਲੇ ਦੁਆਲੇ ਦੇ ਲੀਡਰਾਂ ਨੂੰ ਵੀ ਤੰਗ ਕਰਦੇ ਸੀ। ਇਹ ਕਹਿੰਦੇ ਜੀ ਬੰਦਾ ਚੰਗਾ ਸੀ, ਚੰਗਾ ਬੰਦਾ ਸੀ, ਜਾਣ ਕਿਉਂ ਦਿੱਤਾ? ਬੜੇ ਬੰਦੇ ਇਦਾਂ ਦੇ ਨੇ ਜਿਨ੍ਹਾਂ ਬੰਦਿਆਂ ਦੇ ਬਾਬਤ ਉਹਨਾਂ ਦੀ ਆਪਣੀ ਪਾਰਟੀ ਨਾਲ ਕਹਿੰਦੇ ਯਾਰ ਸਾਡੀ ਪਾਰਟੀ 'ਚ ਹੁੰਦਾ ਉਹ ਬੰਦਾ ਛੱਡ ਕੇ ਗਿਆ ਨਾ, ਹੁਣ ਜੀ ਨਹੀਂ ਕਰਦਾ। ਤੁਸੀਂ ਚੰਗੇ ਬੰਦਿਆਂ ਨੂੰ ਸਾਂਭ ਕਿਉਂ ਨਹੀਂ ਸਕੇ? ਮੈਂ ਰਾਣਾ ਗੁਰਜੀਤ ਸਿੰਘ ਦੀ ਗੱਲ ਨਹੀਂ ਕਰਦਾ, ਮੈਂ ਹਾਈ ਕਮਾਂਡ ਦੀ ਗੱਲ ਕਰਦਾ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜੇ ਤੁਹਾਡੇ ਕੋਲੇ ਲੀਡਰ ਹੈਗੇ ਆ, ਚੱਜ ਦੇ ਹੈਗੇ ਆ, ਤੁਹਾਨੂੰ ਛੱਡ ਕੇ ਕੋਈ ਜਾਂਦੇ, ਮਾੜਾ ਮੋਟਾ ਐਨਾਲਿਸਿਸ ਕਰੋ। ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਨਿਤਿਨ ਗਡਕਰੀ ਹੋਰਾਂ ਨੂੰ ਸੰਸਦੀ ਬੋਰਡ 'ਚੋਂ ਹਟਾਇਆ, ਕਮੇਟੀ ਹੈ 10 ਮੈਂਬਰੀ, ਉਹ 'ਚ ਗਡਕਰੀ ਸਾਹਿਬ ਸੀਗੇ। ਹੁਣ ਆਮ ਬੰਦਾ ਸਹੀ ਉਹਨਾਂ ਨੇ ਕਦੋਂ ਹਟਾਤਾ? ਤੁਹਾਨੂੰ ਯਾਦ ਹੋਣਾ ਇਹ ਮਹੀਨਾ ਕੁ ਪਹਿਲਾਂ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ, ਉਹ ਕਹਿੰਦੇ ਜੀ ਹੁਣ ਕਾਹਦੀ ਰਾਜਨੀਤੀ ਹੈ? ਰਾਜਨੀਤੀ ਤਾਂ ਮਹਾਤਮਾ ਗਾਂਧੀ ਹੋਰਾਂ ਦੇ ਸਮੇਂ ਹੁੰਦੀ ਸੀ ਜਦੋਂ ਲੋਕਾਂ ਲਈ ਵਿਚਰਦੇ ਸੀ ਲੀਡਰ। ਹੁਣ ਤਾਂ ਕਹਿੰਦੇ ਕੁਰਸੀ ਦੀ ਦੌੜ ਆ ਸਾਰੀ, ਕਿ ਕੁਰਸੀ ਤੱਕ ਕਿੱਦਾਂ ਪਹੁੰਚਿਆ ਜਾਵੇ, ਰਾਜਨੀਤੀ ਇਹਦਾ ਹੀ ਨਾ ਰਹਿ ਗਈ, ਇੱਕੋ ਇੱਕ ਹੀ ਫਾਰਮੂਲਾ ਰਹਿ ਗਿਆ। ਤੇ ਗਡਕਰੀ ਸਾਹਿਬ ਨੇ ਇਹ ਵੀ ਕਿਹਾ, ਕਹਿੰਦੇ ਕਦੇ ਕਦੇ ਜੀ ਕਰਦਾ ਸਿਆਸਤ ਛੱਡਦਾ, ਕੇਂਦਰ ਦੇ ਵਿੱਚ ਮੰਤਰੀ ਹੈ ਬੰਦਾ, ਸਿਆਸਤ ਛੱਡ ਦੇਵਾਂ, ਸਮਾਜ ਸੇਵਾ 'ਚ ਬੜੇ ਕੰਮ ਆ ਜਿਹੜੇ ਕਹਿੰਦੇ ਬਿਨਾਂ ਸਿਆਸਤ ਦੇ ਵਿੱਚ ਸ਼ਾਮਲ ਹੋਇਆ ਵੀ ਤੁਸੀਂ ਕਰ ਸਕਦੇ ਹੋ। ਮਹੀਨਾ ਨਹੀਂ ਲੰਘਿਆ ਅਗਲਿਆਂ ਨੇ ਸੰਸਦੀ ਬੋਰਡ ਦੇ ਵਿੱਚੋਂ ਚੱਕ ਕੇ ਬਾਹਰ ਮਾਰਿਆ। ਨਹੀਂ ਕੋਈ ਗੱਲ ਨਹੀਂ, ਜੇ ਉਹਨਾਂ ਨੂੰ ਬਾਹਰ ਮਾਰਿਆ ਤੇ ਲਾਲਪੁਰਾ ਸਾਹਿਬ ਨੂੰ ਤੇ ਲੈ ਲਿਆ ਕਿ ਨਹੀਂ ਉੱਥੇ ਬੋਰਡ 'ਚ ਜੀ। ਹੁਣ ਇਹ ਇੱਕ ਵੱਡੀ ਗੱਲ ਹੈ। ਤੁਸੀਂ ਦੇਖੋ ਲਾਲਪੁਰਾ ਸਾਹਿਬ ਮੇਰਾ ਖਿਆਲ ਹੈ ਜੇ ਬਹੁਤਾ ਸਮਾਂ ਨਹੀਂ ਹੋਇਆ ਵੀ ਕਦੋਂ ਉਹ BJP ਜੁਆਇਨ ਕਰਦੇ ਆ, ਫਿਰ ਉਹਨਾਂ ਨੂੰ ਹੌਲੀ ਹੌਲੀ ਕੇਂਦਰ ਦੇ ਵਿੱਚ ਅਹੁਦਾ ਮਿਲਦਾ। ਉਸ ਤੋਂ ਬਾਅਦ ਉਹ ਉੱਥੇ ਪਹੁੰਚਦੇ ਨੇ ਤੇ ਪਹੁੰਚਣ ਤੋਂ ਬਾਅਦ ਗਡਕਰੀ ਸਾਹਿਬ ਵਰਗਾ, ਗਡਕਰੀ ਸਾਹਿਬ ਦਾ ਆਪਾਂ ਜ਼ਿਕਰ ਇਹ ਵੀ ਕਰਦੇ ਵੀ ਗਡਕਰੀ ਸਾਹਿਬ ਕਿਸੇ ਵੇਲੇ BJP ਦੇ ਪ੍ਰਧਾਨ ਵੀ ਸੀ, ਐਂਡ ਇਹ ਵੀ ਚਰਚਾ ਚੱਲਦੀ ਸੀ ਵੀ ਸ਼ਾਇਦ ਕਦੀ ਉਹ PM ਹੀ ਹੋ ਸਕਦੇ ਨੇ ਜੀ, PM ਦੌੜ ਦਾ ਲੀਡਰ। ਉਸ ਬੰਦੇ ਨੂੰ ਬਾਹਰ ਕਰ ਦਿੱਤਾ ਜਾਵੇ ਐਂਡ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਐਂਟਰੀ ਹੋਵੇ। ਇਹ ਨਹੀਂ ਵੀ ਆਪਾਂ ਇਹਦੇ ਵੀ ਲਾਲਪੁਰਾ ਸਾਹਿਬ ਨੂੰ ਉਹਦੇ 'ਚ ਐਂਟਰੀ ਦਿੱਤੀ, ਕਿਉਂ ਦਿੱਤੀ, ਕਿਉਂ ਨਹੀਂ ਦਿੱਤੀ। ਗੱਲ ਇਹ ਆ ਵੀ ਅਗਲਿਆਂ ਦਾ ਹੁਣ ਧਿਆਨ ਇਹ ਆ ਵੀ ਪੰਜਾਬ ਤੋਂ ਨੁਮਾਇੰਦੇ ਚਾਹੀਦੇ ਨੇ, ਕਿਉਂਕਿ ਜਿਹੜਾ ਫਿਊਚਰ ਹੈ ਉਹ ਅਜੇ ਪੰਜਾਬ ਹੈਗਾ। ਕਿਉਂਕਿ ਬਾਕੀ ਸਟੇਟਾਂ 'ਤੇ ਲਗਭਗ ਦੇਖ ਲਿਆ, ਗਹਿਲੋਤ ਸਾਹਿਬ ਜਿਸ ਹਿਸਾਬ ਨਾਲ ਉੱਥੇ ਗੁਜਰਾਤ ਜਾ ਕੇ ਤਰਲਾ ਮਾਰ ਕੇ ਆਏ, ਇਹਦਾ ਮਤਲਬ ਰਾਜਸਥਾਨ ਲਗਭਗ ਦਿਨ ਥੋੜ੍ਹੇ ਨੇ ਉੱਥੇ ਹੁਣ ਕਾਂਗਰਸ ਦੇ, ਉੱਥੇ ਪਤਾ ਨਹੀਂ ਵੀ ਕਦੋਂ ਖਬਰ ਆ ਜਾਵੇ ਪਈ। ਉੱਥੇ ਵੀ ਹੁਣ ਅੱਜ ਕੱਲ੍ਹ BJP ਦੀ ਸਰਕਾਰ ਹੈ। ਹੁਣ ਰਹਿ ਗਿਆ ਪੰਜਾਬ, ਐਂਡ ਪੰਜਾਬ ਥੋੜ੍ਹਾ ਜਿਹਾ ਅੜਦਾ ਅਖੜਦਾ ਇਸ ਕਰਕੇ ਵੀ ਕਿਉਂਕਿ ਹੁਣ ਕਾਂਗਰਸ ਤਾਂ ਲਾਂਭੇ ਹੋ ਗਈ, ਅਕਾਲੀ ਦਲ ਵੀ ਪਾਸੇ ਹੈ, BJP ਨੂੰ ਮੌਕਾ ਮਿਲਿਆ ਨਹੀਂ, ਆਮ ਆਦਮੀ ਪਾਰਟੀ ਵਾਲੇ ਨਵੇਂ ਆ ਗਏ। ਹੋ ਸਕਦਾ BJP ਨੂੰ ਲੱਗਦਾ ਵੀ ਯਾਰ ਸਾਡੇ ਦੌਰਾਨ ਪਹਿਲੇ ਚੱਲਦੇ ਚੁਲਦੇ ਰਹਿੰਦੇ ਤੇ ਚਲੋ ਚੱਕ ਲੈਂਦੇ,
ਇਹ ਨਵੀਂ ਪਾਰਟੀ ਆ ਕੇ ਪੰਜਾਬ ਸਾਂਭ ਕੇ ਬਹਿ ਗਈ, ਇਹਨਾਂ ਨੂੰ 5-4 ਸਾਲ ਲੱਗਣਗੇ ਯਾਰ ਤੰਗ ਕਰਦਿਆਂ। ਦੇਖੋ ਬੀਜੇਪੀ ਦਾ ਬੜਾ ਕਲੀਅਰ ਕੱਟ ਪੰਜਾਬ ਦਾ ਪਲਾਨ ਲੱਗਦਾ, ਬੜਾ ਕਲੀਅਰ ਕੱਟ। ਤੁਸੀਂ ਇਹ ਦੇਖੋ ਸਿੱਖ ਚਿਹਰਾ ਨਹੀਂ ਪੰਜਾਬ ਦੇ ਵਿੱਚ ਉਹਨਾਂ ਦੀ ਲੋੜ ਹੈ, ਨਹੀਂ ਤਾਂ 13 ਸੀਟਾਂ ਨੇ ਪੰਜਾਬ ਦੀਆਂ, ਪਤਾ ਹੀ ਆ ਕਿੰਨੀਆਂ ਕੁ ਲੱਭਣੀਆਂ ਬੀਜੇਪੀ ਨੂੰ। ਪਰ ਜਿਹੜੇ ਬੰਦੇ ਕਹਿੰਦੇ ਨਾਲ ਨਾ ਭਾਰਤੀ ਜਨਤਾ ਪਾਰਟੀ ਨੇ ਕੀ ਕਰ ਲੈਣਾ, ਉਹ ਥੋੜ੍ਹਾ ਜਿਹਾ ਗੰਭੀਰ ਹੋ ਜਾਓ। ਤੁਸੀਂ ਇਹ ਦੇਖੋ ਕਿ ਲਾਲਪੁਰਾ ਸਾਹਿਬ ਨੂੰ ਪਹਿਲਾਂ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਮੁਖੀ ਬਣਾਇਆ, ਵਿਧਾਨ ਸਭਾ ਦੀ ਚੋਣ ਆ ਗਈ, ਉਹਨਾਂ ਨੂੰ ਕਿਹਾ ਅਸਤੀਫਾ ਦਿਓ, ਇਲੈਕਸ਼ਨ ਲੜੋ, ਫਿਰ ਟਿਕਟ ਦਿੱਤੀ, ਬਹੁਤ ਥੋੜ੍ਹੀਆਂ ਵੋਟਾਂ ਪਈਆਂ, ਚੌਥੇ ਨੰਬਰ ਦੇ ਉੱਤੇ ਆਏ। ਜਿੱਦਾਂ ਹੀ ਹਾਰ ਗਿਆ ਫਿਰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਮੁਖੀ ਬਣਾ ਦਿੱਤਾ। ਉਹਦੇ ਤੋਂ ਬਾਅਦ ਬੀਜੇਪੀ ਦੀ ਸਭ ਤੋਂ ਵੱਧ ਪਾਵਰਫੁਲ ਕਮੇਟੀ ਹੈ ਸੰਸਦੀ ਕਮੇਟੀ, 10 ਹੀ ਮੈਂਬਰ ਨੇ, ਯਾਨੀ 10 ਮੈਂਬਰਾਂ ਤੋਂ ਭਾਵ ਹੈ ਕਿ ਯਾਰ 2-3 ਭਾਰਤ ਦੇ ਸੂਬਿਆਂ 'ਚੋਂ ਇੱਕੋ ਹੀ ਮੈਂਬਰ ਬਣ ਸਕਦਾ। ਤੇ ਉਹਦੇ ਵਿੱਚ ਘੱਟ ਗਿਣਤੀ ਚਿਹਰੇ ਦੇ ਤੌਰ ਤੇ, ਸਿੱਖ ਚਿਹਰੇ ਦੇ ਤੌਰ ਤੇ ਜਾਂ ਪੰਜਾਬ ਨੂੰ ਨੁਮਾਇੰਦਗੀ ਦੇਣ ਦੇ ਪੱਖ ਤੋਂ ਅਗਲਿਆਂ ਨੇ ਇਕਬਾਲ ਸਿੰਘ ਲਾਲਪੁਰਾ ਹੋਰਾਂ ਨੂੰ ਲਾਤਾ। ਹੋਰ ਦੇਖੋ ਇੱਕ ਹੈਗੀ ਚੋਣ ਕਮੇਟੀ, ਉਹਦੇ ਵਿੱਚ ਬੀਜੇਪੀ ਦੀ 15 ਮੈਂਬਰੀ ਆ ਉਹ, ਜਾਨੀ ਹਰ ਸੂਬੇ ਤੋਂ ਪ੍ਰਤੀਨਿਧ ਉੱਥੇ ਵੀ ਨਹੀਂ ਆ ਸਕਦਾ, ਉੱਥੇ ਵੀ ਇਕਬਾਲ ਸਿੰਘ ਲਾਲਪੁਰਾ ਨੂੰ ਮੈਂਬਰ ਲੈ ਲਿਆ। ਹੁਣ ਦੋਨਾਂ ਹੀ ਕਮੇਟੀਆਂ ਦੇ ਵਿੱਚ ਜਾਨੀ ਇੱਕ 10 ਬੰਦੇ ਬੈਠੇ ਹੋਣਗੇ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਦੇ ਵਿੱਚ। ਮੈਂ ਨਹੀਂ ਕਹਿੰਦਾ ਕਿ ਇਹਨੂੰ ਪੰਜਾਬ ਨੂੰ ਲਾਹਾ ਹੋਣਾ ਇਹਦੇ ਨਾਲ, ਕਿ ਨਹੀਂ। ਪ੍ਰਧਾਨ ਮੰਤਰੀ ਸਾਹਿਬ ਸੰਸਦੀ ਬੋਰਡ 'ਚ ਨੇ, ਮੋਦੀ ਸਾਹਿਬ, ਇਹਦੇ ਤੋਂ ਬਿਨਾਂ JP ਨੱਡਾ ਸਾਹਿਬ ਨੇ, ਅਮਿਤ ਸ਼ਾਹ ਸਾਹਿਬ ਨੇ, ਰਾਜਨਾਥ ਸਿੰਘ ਹੋਰੀ ਨੇ, ਇਹ 4 ਬੰਦੇ ਤਾਂ ਵੱਡੇ ਆ ਨਾ। 10 ਦੇ ਵਿੱਚੋਂ 4 ਇਹ ਹੋਣਗੇ ਤੇ ਬਾਕੀ ਜਿਹੜੇ ਉਹਨਾਂ ਦੇ ਸਾਹਮਣੇ 6 ਬੈਠੇ ਹੋਣਗੇ, ਉਹਨਾਂ ਦੇ ਵਿੱਚੋਂ ਇੱਕ ਲਾਲਪੁਰਾ ਸਾਹਿਬ ਹੋਣਗੇ। ਦੂਜੇ ਪਾਸੇ ਚੋਣ ਕਮੇਟੀ ਬੀਜੇਪੀ ਦੀ, ਉਹਦੇ ਵਿੱਚ 15 ਬੰਦੇ ਨੇ, 15 ਦੇ ਵਿੱਚੋਂ 4 ਫਿਰ ਇਹੀ ਨੇ, ਪ੍ਰਧਾਨ ਮੰਤਰੀ ਸਾਹਿਬ, JP ਨੱਡਾ ਸਾਹਿਬ, ਰਾਜਨਾਥ ਸਿੰਘ ਹੋਰੀ ਤੇ ਅਮਿਤ ਸ਼ਾਹ। 4 ਇਹ ਤਾਂ ਜਿਹੜੇ 11 ਬੰਦੇ ਹੋਰ ਨਾਲ ਚੋਣ ਕਮੇਟੀ 'ਚ ਬੈਠੇ ਹੋਣਗੇ, ਲਾਲਪੁਰਾ ਸਾਹਿਬ ਉਹਦੇ ਵਿੱਚ ਵੀ ਹੋਣਗੇ। ਹੁਣ ਜਦੋਂ ਇੰਨੀ ਨੇੜਿਓਂ ਮੁਲਾਕਾਤਾਂ ਲਗਾਤਾਰ ਹੋਣਗੀਆਂ ਤਾਂ ਇਹਦਾ ਮਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਨਾ ਕੋਈ ਪਲਾਨ ਤਾਂ ਪੰਜਾਬ ਦੇ ਲਈ ਹੈਗਾ ਨਾ, ਸਿਆਸੀ ਤੌਰ ਤੇ ਕਹਿ ਰਹੇ ਹਾਂ, ਪੰਜਾਬ ਦੀ ਡਿਵੈਲਪਮੈਂਟ ਦੇ ਪੱਖ ਤੋਂ ਨਹੀਂ ਕਹਿ ਰਹੇ ਹਾਂ। ਹੋਰ ਦੇਖੋ ਗੱਲ ਇੱਥੇ ਨਹੀਂ ਨਿਬੜਦੀ। ਆ ਪਿਛਲੇ ਦਿਨੀ ਅਰਵਿੰਦ ਖੰਨਾ ਹੋਰੀ ਹੋਣ ਜਾਂ ਹੋਰ ਲੀਡਰ ਹੋਣ, ਉਹ ਸਾਰੇ ਬੰਦੇ ਜਦੋਂ ਦਿੱਲੀ ਜਾਂਦੇ ਇੱਕ ਦੇ ਕੇਂਦਰੀ ਮੰਤਰੀ ਨੂੰ ਮਿਲ ਕੇ ਆਉਂਦੇ ਆ, ਤੇ ਕੇਂਦਰੀ ਮੰਤਰੀ ਸਮਾਂ ਕਿਸੇ ਖਾਸ ਵਜ੍ਹਾ ਕਰਕੇ ਦਿੰਦੇ ਹੋਣਗੇ। ਇਸ ਕਰਕੇ ਕਲੀਅਰ ਕੱਟ ਉਹਨਾਂ ਦਾ ਪਲਾਨ ਬਣਿਆ ਕਿ ਭਾਈ ਪੰਜਾਬ ਦੇ ਵਿੱਚ ਇੱਕ ਆਪਾਂ ਇੱਕ ਵਾਰੀ ਕੋਸ਼ਿਸ਼ ਕਰਨੀ। ਹੁਣ ਤੁਸੀਂ ਦੇਖੋ, ਪਰ ਮੈਨੂੰ ਲੱਗਦਾ ਵੀ ਚੰਗੀ ਗੱਲ ਆ, ਕਿਉਂਕਿ ਕਾਰਨ ਹੈ ਵੀ ਜੇ ਮੰਨ ਲਓ ਬੀਜੇਪੀ ਦਾ ਧਿਆਨ ਨਾ ਹੋਵੇ, ਇਹ ਵੀ ਇੱਕ ਤਰ੍ਹਾਂ ਨਾਲ ਹੋ ਸਕਦਾ। ਕੋਈ ਬੰਦਾ ਆਖੇ ਜੀ ਇਦਾਂ ਨਹੀਂ ਉਦਾਂ ਨਹੀਂ, ਪਰ ਮੈਨੂੰ ਲੱਗਦਾ ਦੇਖੋ ਸਿਆਸੀ ਪਾਰਟੀਆਂ ਨੇ, ਸਿਆਸੀ ਪਾਰਟੀਆਂ ਕੋਸ਼ਿਸ਼ ਕਰਨੀ ਹੁੰਦੀ, ਕਾਂਗਰਸ ਵੀ ਕਰੂਗੀ, ਅਕਾਲੀ ਦਲ ਵੀ ਕਰੂਗਾ, ਬਾਕੀ ਦੀਆਂ ਪੋਲੀਟੀਕਲ ਪਾਰਟੀਆਂ ਵੀ ਕਰਨਗੀਆਂ ਵੀ ਯਾਰ ਅਸੀਂ ਪਾਵਰ ਚਾਹੀਏ। ਬੀਜੇਪੀ ਦੇ ਕੋਲ ਏਡੀ ਵੱਡੀ ਪਾਵਰ ਆ, ਉਹਨਾਂ ਨੂੰ ਲੱਗਦਾ ਵੀ ਯਾਰ ਆਪਾਂ ਹੁਣ ਪੰਜਾਬ ਦੇ ਵਿੱਚ ਇਕੱਲੇ ਖੇਡਣਾ। ਪਹਿਲਾਂ ਉਹਨਾਂ ਨੇ ਇੱਕ ਛੋਟੀ ਜਿਹੀ ਉਦਾਹਰਨ ਦੇਖ ਲਈ ਹੈ, ਹੁਣ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਵੀ ਆਪਾਂ ਹੁਣ 24 ਵਾਲਾ ਇੱਕ ਵੱਡੀ ਗੇਮ ਦੇਖਣੀ ਹੈ। 24 ਤੋਂ ਬਾਅਦ ਉਹਨੂੰ ਲੱਗਦਾ ਵੀ ਜੇ ਨਾ ਗੱਲ ਬਣੀ ਤੇ 27 ਤੇ ਹੈਗਾ ਹੀ ਹੈਗਾ ਆਪਣੇ ਕੋਲ, ਹੈ ਨਾ। ਸੋ ਉਸ ਹਿਸਾਬ ਨਾਲ ਅਗਲੇ ਪ੍ਰੈਪਰੇਸ਼ਨ ਕਰ ਰਹੇ। ਚੰਗੀ ਗੱਲ ਇਹ ਹੋਵੇ ਜਿਹੜੀ ਕਿ ਪਿਛਲੇ ਦਿਨ ਵੇਖੀ ਵੀ ਗਈ ਆ ਕਿ ਇੱਕ ਪੋਜ਼ਿਟਿਵ ਰਾਜਨੀਤੀ ਹੋਵੇ। ਇਸ ਤੋਂ ਪਹਿਲਾਂ ਆਪਾਂ ਇਹੀ ਸੁਣਦੇ ਦੇਖਦੇ ਆਏ ਸੀਗੇ ਵੀ ਪੰਜਾਬ ਨਾਲ ਧੱਕਾ ਕਰਤਾ ਦਿੱਲੀ ਨੇ ਪੰਜਾਬ ਨੂੰ ਆਹ ਨਹੀਂ ਦਿੱਤਾ। ਉਹ ਇੱਕ ਡਿਫਰੈਂਟ ਤਰ੍ਹਾਂ ਦਾ ਮੈਨੂੰ ਲੱਗਦਾ ਵੀ ਲੋਕਾਂ ਦੇ ਵਿੱਚ ਮਾਹੌਲ ਬਣ ਗਿਆ, ਡਿਫਰੈਂਟ ਤਰ੍ਹਾਂ ਦੀ ਰਾਜਨੀਤੀ ਬਣਨ ਲੱਗ ਪਈ। ਲੋਕਾਂ ਨੂੰ ਐਂ ਲੱਗਣ ਲੱਗ ਪਿਆ ਵੀ ਦਿੱਲੀ ਪਤਾ ਨਹੀਂ ਕੀ ਚੀਜ਼ ਆ ਤੇ ਪੰਜਾਬ ਪਤਾ ਨਹੀਂ ਕੀ ਚੀਜ਼ ਆ। ਹੁਣ ਪਿਛਲੇ ਸਮੇਂ 'ਚ ਆਪਾਂ ਇਹ ਦੇਖਦੇ ਆਉਂਦੇ ਹਾਂ ਵੀ ਜਿਹੜੀ ਵੀ ਕੋਈ ਯੋਜਨਾ ਬਣਦੀ ਹੈ ਜਾਂ ਜਿਹੜੀ ਵੀ ਕੋਈ ਲਾਭ ਦੀ ਗੱਲ ਆਉਂਦੀ ਹੈ ਇੱਕ ਪੋਜ਼ਿਟਿਵ ਰਾਜਨੀਤੀ ਦੇ ਪੱਖ ਤੋਂ, ਉਹਦੇ 'ਚ ਪੰਜਾਬ ਨੂੰ ਨੁਮਾਇੰਦਗੀ ਹੁੰਦੀ ਆ, ਪੰਜਾਬ ਦੇ ਭਲੇ ਦੀ ਗੱਲ ਹੁੰਦੀ ਆ। ਐਂਡ ਇਹ ਸੋਚਿਆ ਜਾਂਦਾ ਵੀ ਆਹ ਲਓ ਜੀ, ਚਾਹੇ ਪ੍ਰਧਾਨ ਮੰਤਰੀ ਸਾਹਿਬ ਨੇ, ਚਾਹੇ ਉਹਨਾਂ ਦੀ ਬਾਕੀ ਲੀਡਰਸ਼ਿਪ ਹੈ, ਵੀ ਆਹ ਲਓ ਜੀ ਪੰਜਾਬ ਲਈ ਅਸੀਂ ਆਹ ਕੀਤਾ। ਹੁਣ ਜੇ ਮੰਨ ਲਓ ਲਾਲਪੁਰਾ ਸਾਹਿਬ ਉੱਥੇ ਬੈਠੇ ਹੋਣਗੇ, ਪੰਜਾਬ ਤੋਂ ਹੀ ਨੇ, ਜਾਂ ਹੋਰ ਲੀਡਰ ਸਾਹਿਬਾਨ ਉੱਥੇ ਜਾਣਗੇ, ਪੰਜਾਬ ਨੂੰ 2, 4, 5, 7 ਥਾਵਾਂ ਦੇ ਉੱਪਰ ਹੋਰ ਨੁਮਾਇੰਦਗੀ ਮਿਲੂਗੀ। ਪੰਜਾਬ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉੱਥੇ ਐਡਰੈਸ ਹੋਣਗੀਆਂ। ਉਹਦੇ ਤੋਂ ਬਾਅਦ ਜੇ ਉੱਥੋਂ ਕੋਈ ਨਾ ਕੋਈ ਸਕੀਮ ਬਣ ਕੇ ਉਹਦੇ ਭਲਾ ਤੇ ਆਮ ਲੋਕਾਂ ਦਾ, ਤੇ ਇਹਦੇ 'ਚ ਦੂਜਾ ਭਲਾ ਇਹ ਵੀ ਕਿ ਜਿਹੜੀ ਪਾਰਟੀ ਰਾਜ ਕਰਦੀ ਹੈ ਇਸ ਵੇਲੇ, ਆਮ ਆਦਮੀ ਪਾਰਟੀ, ਉਹਨਾਂ ਨੂੰ ਲੱਗੂਗਾ ਵੀ ਯਾਰ ਇਹ ਸਾਡੇ ਮੋਢਿਆਂ 'ਤੇ ਚੜ੍ਹੇ ਆਉਂਦੇ, ਉਹ ਹੋਰ ਚੰਗਾ ਕੰਮ ਕਰਨਗੇ। ਪੋਜ਼ਿਟਿਵ ਰਾਜਨੀਤੀ ਹੋਗੀ ਨਾ, ਜੇ ਪੋਜ਼ਿਟਿਵ ਦੋਵੇਂ ਪਾਸੋਂ ਗੱਲ ਚੱਲੂਗੀ ਤੇ ਅਸਲ 'ਚ ਫਾਇਦਾ ਲੋਕਾਂ ਦਾ। MSP ਕਮੇਟੀ ਦੀ ਬੈਠਕ ਹੈ ਜੀ 22 ਤਰੀਕ ਨੂੰ, ਨਾ ਕਰਾਈਏ ਨੱਠੀ ਆਉਂਦੀ ਨਹੀਂ। ਦੇਖੋ ਆਹ ਜਿਹੜਾ ਤੁਹਾਡਾ ਬਿਆਨ ਆ ਨਾ, ਇੱਕ ਇਹੀ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਲੱਗ ਜਾਂਦਾ ਇੱਥੋਂ ਹੀ। ਉਹ ਕਹਿੰਦੇ ਆਹੀ ਬਸ ਆਹ ਜਿਹੜਾ ਜਾਣੀ ਹੁੰਦਾ ਨਾ, ਸਾਨੂੰ ਲੀਡਰ ਪਤਾ ਕਿਹੜਾ ਬੰਦਾ ਚੰਗਾ ਲੱਗਦਾ। ਸੁਣ ਲਿਓ ਬੇਨਤੀ, ਮੰਨ ਲਓ ਅਸੀਂ ਕਿਸੇ ਪਿੰਡ ਵਾਲੇ ਇਕੱਠੇ ਹੋ ਕੇ ਐਂ ਕਰਕੇ ਇੱਦਾਂ ਧੌਣ ਥੋੜ੍ਹੀ ਜਿਹੀ ਇੱਦਾਂ ਹੱਥ ਜੁੜੇ ਨਿਮਾਣੇ ਲੀਡਰ ਸਾਹਿਬ ਕੋਲ ਜਾਣਾ, ਤੇ ਜਿਹੜਾ ਬੰਦਾ ਲੀਡਰ ਕਹੇ ਨਾ ਕੋਈ ਗੱਲ ਨਹੀਂ ਜੀ ਮੈਂ ਕਰਾ ਦੇਣਾ, ਮੈਨੂੰ ਫਾਈਲ ਦੇ ਦਿਓ, ਮੈਂ ਖੁਦ ਜਾ ਕੇ ਆਵਾਂਗਾ, ਕੋਈ ਗੱਲ ਨਹੀਂ, ਜੇ ਉਹਨਾਂ ਨੇ ਤੁਹਾਡੀ ਗੱਲ ਅਫਸਰ ਸਾਹਿਬ ਨੇ ਨਹੀਂ ਸੁਣੀ ਤਾਂ ਹੀ ਕਹਿਣਾ ਯਾਰ ਠੰਡਾ। ਤਾਂ ਜਿੱਦਾਂ ਤੁਹਾਡੇ ਵਰਗਾ ਲੀਡਰ ਉਹਨੂੰ ਪਤਾ ਸਾਡੀ ਨਬਜ਼ ਦਾ ਪੰਜਾਬ ਦੇ ਲੋਕਾਂ ਦਾ, ਤੁਹਾਡਾ ਕੰਮ ਨਹੀਂ ਕੀਤਾ, ਲਿਆਓ ਟੈਲੀਫੋਨ, ਅਫਸਰ ਸਾਹਿਬ ਮੇਰੇ ਬੰਦੇ ਮੇਰੇ, ਜਾਣੀ ਸਮਝੋ ਮੈਂ ਹੀ ਹਾਂ ਜੇ ਸਰਦਾਰ ਸਾਹਿਬ ਆ ਗਏ, ਇਹਨਾਂ ਦਾ ਕੰਮ ਨਹੀਂ ਹੋਇਆ, ਜਾਓ ਫਿਰ ਜਾ ਕੇ ਅੱਜ ਤੋਂ ਮੈਂ ਨਹੀਂ ਬੁਲਾਉਂਦਾ ਤੁਹਾਨੂੰ, ਜਾਂ ਐਂ ਹੋ ਜਾਊਗਾ ਮੈਂ ਕਰਦਾ ਉੱਪਰ ਜਾ ਕੇ ਸ਼ਿਕਾਇਤ। ਇੱਦਾਂ ਕਿੱਦਾਂ ਹੋ ਸਕਦਾ, ਤੁਸੀਂ ਮੇਰਾ ਕੰਮ ਨਹੀਂ ਕੀਤਾ, ਮੈਂ ਆਪ ਆਊਂਗਾ ਉੱਥੇ ਜਾ ਕੇ ਐਂ ਕਰੂੰਗਾ, ਬਦਲੀ ਹੋ ਜੂਗੀ, ਆਹ ਹੋ ਜੂ। ਸਾਡਾ ਕੰਮ ਹੋਵੇ ਨਾ ਹੋਵੇ,
ਅਸੀਂ ਉਹ ਸਟੈਂਡ ਲਿਆ, ਮਿੰਟ 'ਚ ਟੈਲੀਫੋਨ ਲਾਇਆ, ਮੈਂ ਆਪਣੀ ਮੂੰਹ 'ਚੋਂ ਗੱਲ ਕੱਢੀ, ਨਾ ਹੁਣ ਦਈਏ ਫਿਰ। ਮੈਂ ਤੁਹਾਨੂੰ ਗੱਲ ਦੱਸਾਂ, ਤੁਸੀਂ ਰਾਜਨੀਤੀ ਦੀਆਂ ਜਿੰਨੀਆਂ ਮੰਜ਼ਲਾਂ ਕਹਿ ਸਕਦੇ ਆ, ਮੈਂ ਕਿਹਾ ਜੀ ਮੈਂ ਇੱਕ ਸ਼ਬਦ ਵਾਪਸ ਲੈਣਾ ਜਿਹੜਾ ਮੈਂ ਕਿਹਾ ਸੀ। ਉਹ ਮੈਂ ਕੁਰਸੀਆਂ ਲਾ ਦਿਆਂ ਉੱਥੇ, ਉਹ ਜਬਲਪੁਰ ਵਾਲੇ ਜਿਹੜੇ ਬੰਦੇ ਆ ਨਾ, ਪੱਖਾ ਲਾ ਦਿਓ ਉੱਥੇ, ਜਿਹੜੇ ਜਬਲਪੁਰ ਵਾਲੇ ਬੰਦੇ ਨੇ ਪੈਸੇ ਲਏ, ਉਦਾਂ ਦੇ ਬੰਦੇ ਤੁਸੀਂ ਆਪ ਲਾਉਣੇ, ਉਦਾਂ ਦੇ 25 30 ਰੱਖਣੇ ਆ ਤੁਸੀਂ। ਉਹ ਛੋਟੇ ਕੰਮ ਏਸੀ ਚਲਾ ਦਈਏ ਉੱਥੇ, ਪੋਚਾ ਫੇਰਦੀ। ਮੈਂ ਕਿਹੜੇ ਮਾੜੇ ਕਰਮਾਂ ਨੂੰ ਕਹਿ ਬੈਠਾ। ਅੱਛਾ, ਹੁਣ ਮੇਰੀ ਬੇਨਤੀ ਸੁਣਿਓ। ਮੈਂ ਇਹ ਕਹਿਣ ਲੱਗਾ ਸੀ ਕਿ ਐਮਐਸਪੀ ਕਮੇਟੀ ਦੀ ਬੈਠਕ ਆ, ਲਾਲਪੁਰਾ ਸਾਹਿਬ ਕਹਿ ਦੇਣ, ਸਾਂਪਲਾ ਸਾਹਿਬ, ਵਿਜੇ ਸਾਂਪਲਾ ਜੀ, ਉਹਨਾਂ ਦੇ ਕੋਲੇ ਬਹੁਤ ਵੱਡਾ ਅਹੁਦਾ ਹੈ ਕੇਂਦਰ ਸਰਕਾਰ ਦੇ ਵਿੱਚ, ਨਹੀਂ ਕਮਿਸ਼ਨ ਦੇ ਵਿੱਚ ਨੇ, ਉਹ ਕਨਸਟੀਟਿਊਸ਼ਨਲ ਅਹੁਦੇ ਤੇ ਨੇ। ਇਹਦੇ ਤੋਂ ਇਲਾਵਾ ਜੇ ਤਰਨ ਚੁੱਗ ਸਾਹਿਬ ਦੀ ਗੱਲ ਸੁਣੀ ਜਾਂਦੀ ਹੈ, ਜਾਂ ਰਾਜਪੁਰੇ ਤੋਂ ਐਤਕੀ ਇਲੈਕਸ਼ਨ ਤਾਂ ਨਹੀਂ ਲੜੀ ਸਰਦਾਰ ਸਾਹਿਬ ਨੇ, ਪਰ ਜਦੋਂ ਹਾਂਜੀ ਗਰੇਵਾਲ ਸਾਹਿਬ ਨੇ, ਉਹ ਪਰ ਜਦੋਂ ਵੀ ਕਿਸਾਨ ਅੰਦੋਲਨ ਚੱਲਦਾ ਸੀ ਕੇਂਦਰ 'ਚ ਉਹਨਾਂ ਦੀ ਗੱਲ ਸੁਣੀ ਜਾਂਦੀ ਸੀ। ਅਰਵਿੰਦ ਖੰਨਾ ਸਾਹਿਬ ਨੇ, ਮੈਂ ਕਹਿੰਦਾ ਸਾਰੇ ਜਣੇ ਇਕੱਠੇ ਹੋ ਕੇ ਚੱਲ ਜਾਓ। ਕਿਸਾਨ ਆਪਣੇ ਲਖੀਮਪੁਰ ਖੀਰੀ ਜਾ ਕੇ ਬੈਠੇ ਆ, ਉਹ ਜਿੰਨੇ ਉੱਥੇ ਬੈਠੇ ਇਨਸਾਫ ਮੰਗਦੇ ਬਹੁਤੇ ਪੰਜਾਬ ਦੇ ਨੇ। ਯੂਪੀ 'ਚ ਚੋਣ ਆਉਣ ਵਾਲੀ ਹੈ, ਪੰਜਾਬ ਦੇ ਵਿੱਚ ਚੋਣ ਹੋ ਕੇ ਹਟੀ ਹੈ, ਹਿਮਾਚਲ ਦੇ ਵਿੱਚ ਵੋਟਾਂ ਪੈਣੀਆਂ, ਗੁਜਰਾਤ ਦੇ ਵਿੱਚ ਵੋਟਾਂ ਪੈਣੀਆਂ। ਜਾ ਕੇ ਕਰੀ ਕਹੋ ਆ 2 ਫਸਲਾਂ ਦੀ 3 ਫਸਲਾਂ ਦੀ ਪੰਜਾਬ ਨੂੰ ਐਮਐਸਪੀ ਹੋਰ ਦਵਾ ਦਿਓ, ਤੁਸੀਂ ਨਹੀਂ ਵੋਟਾਂ ਮੰਗਣ ਜਾਣਾ। ਸਿਮਰਨਜੀਤ ਸਿੰਘ ਮਾਨ ਸਾਹਿਬ ਐਮਪੀ ਬਣਾਤੇ ਪੰਜਾਬ ਦੇ ਲੋਕਾਂ ਨੇ, ਆਮ ਆਦਮੀ ਪਾਰਟੀ ਵਾਲੇ ਬੰਦੇ ਜਿਤਾਤੇ ਉਹਨਾਂ ਨੇ, ਕਾਂਗਰਸ ਪਾਰਟੀ ਵਾਲਿਆਂ ਨੇ 2 ਵਾਰੀ ਅਕਾਲੀਆਂ ਦੀ ਸਰਕਾਰ ਬਣਾਤੀ, ਕਦੇ ਇਤਿਹਾਸ ਦੇ ਵਿੱਚ ਬਣੀ ਨਹੀਂ ਸੀ। ਤੁਸੀਂ ਮਾੜਾ ਜਿਹਾ ਅੱਗੇ ਲੱਗ ਕੇ ਤੁਰੋ ਸਹੀ। ਜੇ ਉਹ ਪੰਜਾਬ ਨੂੰ ਨੁਮਾਇੰਦਗੀ ਦਿੰਦੇ ਆ ਨਾ, ਯਾਨੀ ਮੰਨ ਲਓ ਕਈ ਪੰਜਾਬ ਦੇ ਸ਼ਹਿਰਾਂ ਦੇ ਸਕੂਲ ਨੇ, ਉੱਥੇ ਐਡਮਿਸ਼ਨ ਬੜਾ ਔਖਾ, ਨਰਸਰੀ 'ਚ ਵੀ ਸਿਫਾਰਸ਼ਾਂ ਇੱਧਰੋਂ ਉੱਧਰੋਂ ਲੱਗਦੀਆਂ। ਉਹ ਕੋਸ਼ਿਸ਼ ਹੋ ਕੇ ਮੰਨ ਲਓ ਐਡਮਿਸ਼ਨ ਮਿਲ ਗਿਆ, ਕਾਰਗੁਜ਼ਾਰੀ ਫਿਰ ਉੱਥੇ ਹੁਣ ਪੜ੍ਹ ਕੇ ਪਤਾ ਲੱਗਣੀ ਹੈ। ਉੱਥੇ ਦੀਆਂ ਜਿਹੜੀਆਂ ਉਹ ਹੁੰਦੀਆਂ ਗੈਰ ਵਿਦਿਅਕ ਗਤੀਵਿਧੀਆਂ, ਖੇਡਾਂ ਦੀ ਹੈ, ਸੱਭਿਆਚਾਰਕ ਹੈ, ਉੱਥੇ ਬੱਚੇ ਨੇ ਆਪ ਪਰਫਾਰਮ ਕਰਨਾ ਹੁੰਦਾ। ਤੁਸੀਂ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋ, ਤੁਸੀਂ ਉਸ ਸਟੇਜ ਦੇ ਉੱਤੇ ਚਲੇ ਗਏ ਜਿੱਥੇ ਤੁਸੀਂ ਪੰਜਾਬ ਨੂੰ ਅੱਗੇ ਤੋਰ ਸਕਦੇ ਹੋ। ਤੁਹਾਡੇ ਤੋਂ ਲੋਕਾਂ ਨੂੰ ਉਮੀਦਾਂ ਨਹੀਂ ਪੂਰੀਆਂ ਉਮੀਦਾਂ, ਚਲੋ ਆਸ ਕਰਦੇ। ਮੈਂ ਤਾਂ ਇਹ ਗੱਲ ਕਰਦਾ, ਅੱਗੇ ਵੀ ਆਪਾਂ ਜ਼ਿਕਰ ਕਰਦੇ ਸੀ, ਮੇਰਾ ਖਿਆਲ ਪਿਛਲੇ ਜੇ ਆਪਾਂ ਦੇਖੀਏ ਤੇ 6-8 ਮਹੀਨਿਆਂ ਤੋਂ ਇੱਕ ਚੇਂਜ ਆਈ ਹੈ ਜੀ। ਕਿਉਂਕਿ ਪਹਿਲਾਂ ਕਿਸਾਨ ਅੰਦੋਲਨ ਤੋਂ ਪਹਿਲਾਂ ਇੱਕ ਹੋਰ ਬਿਹੇਵ ਸੀਗਾ, ਕਿਸਾਨ ਅੰਦੋਲਨ ਦੇ ਦੌਰਾਨ ਇੱਕ ਹੋਰ ਬਿਹੇਵ ਰਿਹਾ। ਉਸ ਤੋਂ ਬਾਅਦ ਵਾਰ-ਵਾਰ ਆਪਾਂ ਇਹ ਅਪੀਲ ਕਰਦੇ ਰਹੇ ਵੀ ਯਾਰ ਇੱਕ ਪੋਜ਼ਿਟਿਵ ਰਾਜਨੀਤੀ ਦੀ ਗੱਲ ਕਰ ਲਈਏ, ਆਪਾਂ ਕਲਾਵੇ 'ਚ ਲੈਣ ਦੀ ਗੱਲ ਕਰੀਏ। ਬੰਦੇ ਬੜੇ ਮਿੱਠੇ ਆ ਜੀ, ਐਂਡ ਉਹ ਕਲਾਵੇ 'ਚ ਲੈਣ ਦੀ ਰਾਜਨੀਤੀ ਆਪਾਂ ਦੇਖੀ ਹੁਣ ਕਾਫੀ ਦੇਰ ਤੋਂ ਚੱਲ ਰਹੀ ਆ। ਆਹ ਗੱਲ ਤੁਸੀਂ ਠੀਕ ਕੀਤੀ ਵੀ ਇਹ 2-4 ਮੰਗਾਂ ਹੋਰ ਨੇ। ਚਾਹੀਦਾ ਕੀ ਹੁੰਦਾ ਹੁਣ ਬੰਦੇ ਨੇ, ਕਿਤੇ ਉੱਥੇ ਅਗਲਾ ਵਿਹਲਾ ਥੋੜਾ ਵੀ ਉੱਥੇ ਤੱਤੀ ਸੜਕ ਤੇ ਘਰੋਂ ਕੁੜਤਾ ਪਜਾਮਾ ਲਿਜਾ ਕੇ ਤੇ ਭਿੱਜੇ ਦੇ ਮਗਰ ਡੰਗਰ ਵੱਛਾ ਵੀ ਡੀਕਦਾ, ਨਿਆਣੇ ਵੀ ਡੀਕਦੇ, ਉੱਥੇ 4 ਨਾਲ 2 ਰੋਟੀਆਂ ਖਾ ਕੇ ਉੱਥੇ ਪੈ ਕੇ ਪਰਨੇ ਦੀ ਹਵਾ ਝੱਲੀ ਜਾਣੀ ਆ ਤੇ ਆਖਣਾ ਵੀ ਪੁੱਛੇ ਬਾਪੂ ਕਿਉਂ ਸੌਖਾ ਬੜਾ। ਮੈਂ ਪੁੱਤ ਕਿੱਥੇ ਸੌਖੇ, ਸਾਡਾ ਕਦੇ ਜੀ ਕਰਦਾ ਵੀ ਅਸੀਂ ਇੱਥੇ ਬਈਏ। ਇਸ ਕਰਕੇ ਜੇ ਉਹ ਮਸਲੇ ਉਹਨਾਂ ਦੇ ਹੱਲ ਹੋ ਜਾਣ ਤੇ ਉਹਨਾਂ ਨੂੰ ਕੀ ਲੋੜ ਪਈ ਆ ਵੀ ਉਹ ਇੱਧਰ ਉੱਧਰ ਧੱਕੇ ਖਾਣ। ਕਿਉਂਕਿ ਜਿਹੜੇ ਬੰਦੇ ਦੀ ਜਿਹੜੀ ਮੁਸ਼ਕਲ ਜਿਹੜੇ ਬੰਦੇ ਨੇ ਹੱਲ ਕਰਨੀ ਆ ਉਹਨੂੰ ਕੀ ਲੋੜ ਪਈ ਉਹਦਾ ਵਿਰੋਧ ਕਰਕੇ। ਨਹੀਂ ਜ਼ਰੂਰੀ ਸੰਧਾਲੀਆ ਸਾਹਿਬ, ਮੈਂ ਤਾਂ ਕਹਿਣਾ ਕਿ ਅਸੀਂ ਤੇ ਬੀਜੇਪੀ ਵਾਲੇ ਲੀਡਰਾਂ ਨੂੰ ਪਰਚੀ ਦੇ ਰਹੇ ਹਾਂ। ਅੱਗੇ ਹੁੰਦਾ ਸੀ ਨਾ ਕਿ ਮੁਕਾਬਲਾ ਜੀ, ਪ੍ਰਸ਼ਨ ਪੁੱਛਦੇ ਹੁੰਦੇ ਸੀ 5 ਨੰਬਰ 10 ਨੰਬਰ, ਉਹਦੇ ਵਿੱਚ ਇੱਕ ਪਰਚੀ ਘੇਰ ਦੇ ਦਿੰਦੇ ਹੁੰਦੇ ਸੀ। ਅਸੀਂ ਤਾਂ ਪਰਚੀ ਇਹ ਦਿੰਦੇ ਹਾਂ ਕਿ ਆ ਜਦੋਂ ਝੋਨਾ ਆਉਣਾ ਨਾ, ਜਦੋਂ ਇੱਕ ਬਾਰਦਾਨਾ ਸੂਬਿਆਂ ਨੇ ਮੰਗਣਾ ਹੁੰਦਾ ਸਾਨੂੰ ਇੰਨਾ ਬਾਰਦਾਨਾ ਚਾਹੀਦਾ, ਤੁਸੀਂ ਕੇਂਦਰ ਸਰਕਾਰ ਨੂੰ ਬਿਆਨ ਦਵਾਇਆ ਕਰੋ ਕਿ ਪੰਜਾਬ ਵਾਲਿਓ ਇੰਨੀ ਤਰੀਕ ਤੱਕ ਬਾਰਦਾਨੇ ਦੀ ਆਪਣੀ ਡਿਮਾਂਡ ਭੇਜ ਦਿਓ, ਸਾਡੇ ਕੋਲੇ ਬੋਰੀਆਂ ਤਿਆਰ ਪਈਆਂ। ਪੰਜਾਬ ਸਰਕਾਰ ਦੇ ਸਿਹਰਾ ਹੀ ਨਾ ਬੱਜੇ, ਸਿਹਰਾ ਹੀ ਤੁਹਾਡੇ ਸਿਰ ਬੱਜੇ। ਦੂਸਰੀ ਗੱਲ, ਆ ਕੈਸ਼ ਕ੍ਰੈਡਿਟ ਲਿਮਿਟ ਲੈ ਜਾਓ, ਬੰਦੇ ਭੇਜੋ ਆਪਣੇ 25 ਤਰੀਕ ਤੱਕ, ਜੇ ਕੈਸ਼ ਕ੍ਰੈਡਿਟ ਲਿਮਿਟ ਠੀਕ ਆ। ਮੈਂ ਹੋਰ ਕਹਿਣਾ, ਮੈਂ ਕਹਿੰਦਾ ਬੀਜੇਪੀ ਦੇ ਲੀਡਰ ਪ੍ਰੈਸ ਕਾਨਫਰੰਸ ਕਰਨ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਜੀ ਹਿਮਾਚਲ ਦਾ ਇੱਕ ਅੱਧਾ ਦੌਰਾ ਕੈਂਸਲ ਕਰ ਲਓ, ਆ ਹਫ਼ਤੇ ਖੰਡ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਮੁਹਾਲੀ ਦੇ ਨੇੜੇ ਆਉਣਾ ਹੈ, ਟਾਟਾ ਵਾਲਿਆਂ ਦੇ ਇੱਕ ਹਸਪਤਾਲ, ਕੈਂਸਰ ਹਸਪਤਾਲ ਜਿਹ 'ਚ ਸਸਤਾ ਇਲਾਜ ਮਿਲਣਾ ਹੈ, ਉਹਦਾ ਉਦਘਾਟਨ ਕਰਨ ਦੇ ਲਈ ਅਸੀਂ 5-7 ਮਿੰਟ ਤੁਹਾਡੀ ਮੁਲਾਕਾਤ ਕਰਾਉਣੀ ਆ, ਮੰਗਾਂ ਰੱਖੋ, ਅਸੀਂ ਤੁਹਾਡੇ ਨਾਲ ਚੱਲਦੇ ਹਾਂ, ਆਪਾਂ ਪ੍ਰਵਾਨ ਕਰਾਉਣੀਆਂ ਹੀ। ਮੈਂ ਕਹਿੰਦਾ ਕਿ ਪਿਛਲੀ ਵਾਰੀ ਚੰਨੀ ਸਾਹਿਬ ਮੇਰਾ ਖਿਆਲ ਉਹ ਕਹਿੰਦੇ ਸੀ ਨਾ ਕੋਵਿਡ ਹੋ ਗਿਆ, ਆਖਰੇ ਸਿੰਪਟਮ ਆ ਗਏ ਜਦੋਂ ਪ੍ਰਧਾਨ ਮੰਤਰੀ ਸਾਹਿਬ ਦਾ ਆਉਣਾ ਸੀ ਤੇ ਸੁਰੱਖਿਆ ਵਾਲਾ ਰੌਲਾ ਪੈ ਗਿਆ ਸੀ। ਮੁੱਖ ਮੰਤਰੀ ਸਾਹਿਬ ਸਾਡੇ ਜਾਣ, ਬੀਜੇਪੀ ਦੇ ਲੀਡਰਾਂ ਨੇ ਤਾਂ ਉਹ ਸੱਦਦੇ ਨੇ ਕਿ ਮੇਰੇ ਨਾਲ ਚਲੋ ਯਾਰ, ਤੁਹਾਡੇ ਬੰਦੇ ਨੇ, ਆਪਾਂ ਕੰਮ ਕਰ ਕਰਾ ਕੇ ਆਉਣੇ ਆ। 5-7 ਮੰਗਾਂ ਮਨਵਾ ਲਓ ਪ੍ਰਧਾਨ ਮੰਤਰੀ ਸਾਹਿਬ ਦੇ, ਉਹ 2 ਘੰਟੇ ਰਹਿਣ, 12 ਮੰਗਾਂ ਮਨਵਾ ਕੇ ਆਓ। ਵਿਰੋਧ ਕਰਨ ਦੀ ਲੋੜ ਹੀ ਨਹੀਂ, ਕੰਮ ਕਰਾਓ ਜਿੰਨੇ ਹੋ ਸਕਦੇ ਆ। ਬਿਲਕੁਲ ਸਹੀ, ਮਤਲਬ ਜੇ ਇਦਾਂ ਹੋ ਜਾਵੇ ਤੇ ਹੋਰ ਕੀ ਚਾਹੀਦਾ। ਬਾਕੀ ਇੰਨਾ ਜ਼ਰੂਰ ਹੈ ਵੀ ਪੰਜਾਬ ਦੇ ਲੋਕ ਹੁਣ ਪਹਿਲਾਂ ਵਾਲੇ ਨਹੀਂ ਰਹੇ। ਪੰਜਾਬ ਦੇ ਲੋਕਾਂ ਨੂੰ ਬੜਾ ਹੀ ਚੰਗੀ ਤਰ੍ਹਾਂ ਨਾਲ ਪਤਾ ਲੱਗਦਾ ਵੀ ਕਿਹੜਾ ਬੰਦਾ ਕਿੱਥੋਂ ਬੋਲਦਾ ਹੀ, ਕਿਹਦੇ ਹੱਥ 'ਚ ਕਿੰਨੀ ਕੁ ਪਾਵਰ ਆ, ਕਿਹੜਾ ਐਵੇਂ ਨਜਾਇਜ਼ ਰੌਲਾ ਪਾਉਂਦਾ ਤੇ ਕਿੰਨੇ ਵਾਕਿਆ ਕੁਛ ਨਾ ਕੁਛ ਕੀਤਾ ਕਰਾਇਆ। ਮੈਂ ਤਾਂ ਵੀ ਬੇਨਤੀ ਕਰਦਾ ਵੀ ਜੇ ਮੰਨ ਲਓ ਕੇਂਦਰ ਸਰਕਾਰ ਵਾਲੇ ਪਾਸੇ ਕੁਛ ਆਉਂਦਾ ਹੁੰਦਾ, ਆਪਾਂ ਪਿਛਲੇ ਦਿਨਾਂ 'ਚ ਬਹੁਤ ਦੇਖੀਏ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਹੋਰਨਾਂ ਥਾਵਾਂ ਦੇ ਉੱਪਰ ਵੱਡੇ ਵੱਡੇ ਇਸ਼ਤਿਹਾਰ ਆਉਂਦੇ ਨਾ, ਚਾਹੇ ਉਹ ਕਿਸੇ ਦਿਨ ਸੁੱਧ ਦੇ ਉੱਪਰ ਹੋਵੇ, ਪ੍ਰਧਾਨ ਮੰਤਰੀ ਸਾਹਿਬ ਦੀ ਫੋਟੋ ਲੱਗੀ ਹੁੰਦੀ ਹੈ ਜਾਂ ਨਾਲ ਨੂਰ ਲਾਲ ਖੱਟਰ ਸਾਹਿਬ ਦੀ ਫੋਟੋ ਲੱਗੀ ਹੁੰਦੀ, ਜਾਂ ਕੇਂਦਰ ਸਰਕਾਰ ਵੱਲੋਂ ਸਿੱਧਾ ਇਸ਼ਤਿਹਾਰ ਆਉਂਦਾ
ਜੇ ਕੁਝ ਪੰਜਾਬ ਦਾ ਕੀਤਾ ਹੋਵੇ, ਕੇਂਦਰ ਸਰਕਾਰ ਨੇ ਇੱਕ ਨਵੀਂ ਸਕੀਮ ਦਿੱਤੀ, ਨਵੀਂ ਯੋਜਨਾ ਆ ਗਈ ਜਾਂ ਕੁਝ ਵੀ ਪੰਜਾਬ ਲਈ ਕੀਤਾ, ਉਹ ਜੇ ਮੰਨ ਲਓ ਆਮ ਆਦਮੀ ਪਾਰਟੀ ਵਾਲਿਆਂ ਦੇ ਵੀ ਕੇਰਲਾ ਜਾ ਕੇ ਇਸ਼ਤਿਹਾਰ ਲਵਾਉਣਾ ਤੇ ਦਿੱਲੀੋਂ ਪੰਜਾਬ 'ਚ ਨਹੀਂ ਲੱਗਦਾ ਇਸ਼ਤਿਹਾਰ। ਕੇਂਦਰ ਸਰਕਾਰ ਲਵਾ ਦੇਵੇ, ਬੀਜੇਪੀ ਵਾਲੇ ਲਵਾ ਦੇਵੇ, ਵੀ ਆਹ ਵੀ ਦੇਖੋ ਅਸੀਂ ਕੀਤਾ ਜੇ ਪੰਜਾਬ ਲਈ, ਫਿਰ ਨਾ ਆਖਿਓ। ਉਹਦੇ ਨਾਲ ਘੱਟੋ ਘੱਟ ਲੋਕਾਂ ਨੂੰ ਪਤਾ ਤੇ ਲੱਗੂਗਾ ਵੀ ਭਾਈ ਆਹ ਕੰਮ ਸਾਡਾ ਕੇਂਦਰ ਸਰਕਾਰ ਨੇ ਕੀਤਾ, ਆਹ ਸਾਡਾ ਪੰਜਾਬ ਸਰਕਾਰ ਨੇ ਕੀਤਾ। ਕੱਲ ਨੂੰ ਕੋਈ ਇੱਧਰ ਉੱਧਰ ਦਰੀ ਵਿਛਾ ਕੇ ਦੇ 4 ਬੰਦੇ ਬਿਠਾ ਕੇ ਫਿਰ ਨਾ ਆਖਿਆ ਦਿੱਲੀ ਸਾਡੇ ਨਾਲ ਧੱਕਾ ਕਰਦੀ, ਕਾਹਨੂੰ ਉਸ ਚੱਕਰ 'ਚ ਪੈਣਾ। ਲੋੜ ਹੀ ਨਹੀਂ ਆ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਮਸਲਾ ਕਹਿੰਦੇ CBI ਦੇ ਕੋਲ ਚੱਲਾ ਜਾਂਚ ਲਈ। ਸਾਧੂ ਸਿੰਘ ਧਰਮਸੋਤ ਸਾਹਿਬ ਜੰਗਲਾਤ ਵਿਭਾਗ ਵਾਲੇ ਮਸਲੇ ਦੇ ਵਿੱਚ ਅੰਦਰ ਨੇ। ਹੋ ਸਕਦਾ ਗੱਲ ਦੱਸਣੀ ਜ਼ਰੂਰੀ ਨਹੀਂ, ਮੈਂ ਉਹ ਤਾਂ ਦੱਸਣਾਗਾ ਜ਼ਮਾਨਤ ਤੇ ਸੁਣਵਾਈ ਹੋਣੀ ਅੱਜ। ਅੱਛਾ, ਤਾਂ ਦੱਸੀ, ਉੱਦਾਂ ਨਹੀਂ, ਅਜੇ ਦੋਸ਼ ਨਹੀਂ ਸਾਬਤ ਹੋਏ, ਨਾ ਬੇਦੋਸ਼ੀ ਸਾਬਤ ਹੋਏ, ਉਹ ਅੰਦਰ ਨੇ, ਤੜਕੇ 3 ਵਜੇ ਚੱਕੇ ਸੀ। ਹੁਣ ਆਹ ਗੱਲ ਫਿਰ ਦੱਸਣੀ ਮੈਂ ਤਾਂ ਭਗਵੰਤ ਮਾਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਆਪ ਕਿਹਾ ਸੀ। ਨਹੀਂ ਮੈਂ ਨਾ ਆਪ ਕਿਹਾ, ਮੈਂ ਤੁਹਾਨੂੰ ਵੀ ਦੱਸਦਾ ਕਿ ਮੁੜ ਕੇ ਇਦਾਂ ਗੱਲਾਂ ਕਰਦੇ ਹੋ ਤੇ ਹਿਸਾਬ ਨਾਲ ਚੱਲਣਾ। ਅੱਛਾ ਚਲੋ, ਤੇ ਆਪਾਂ ਦਾ ਅਸੀਂ ਫਰਜ਼ ਨਿਭਾਉਣਾ ਮੁੜ ਕੇ। ਨਹੀਂ ਤਾਂ 258 ਦੇ ਚੱਕੇ ਮੈਂ ਇਹ ਨਹੀਂ ਕਹਿੰਦਾ। ਅੱਛਾ, ਹੁਣ ਮੁੱਖ ਮੰਤਰੀ ਸਾਹਿਬ ਨੇ ਫਾਈਲਾਂ ਆਮ ਮੰਗਵਾ ਲਈਆਂ ਸੀ ਕਿ ਭਾਈ ਇੱਦਾਂ ਦਾ ਕਰਕੇ ਬੱਚਿਆਂ ਦਾ ਬਹੁਤ ਨੁਕਸਾਨ ਹੋਇਆ, ਕੁਝ ਪੈਸੇ ਕੇਂਦਰ ਦਿੰਦੀ ਸੀ, ਕੁਝ ਪੈਸੇ ਸੂਬਾ ਸਰਕਾਰ ਦਿੰਦੀ ਸੀ, ਉਹ ਪੈਸੇ ਸਹੀ ਜਗ੍ਹਾ ਦੇ ਉੱਤੇ ਕਈ ਥਾਵਾਂ ਤੇ ਗਏ ਨਹੀਂ, ਅਸੀਂ ਉਹਦੀ ਜਾਂਚ ਕਰਾਉਣੀ ਹੈ। ਫਾਈਲਾਂ ਮੁੱਖ ਮੰਤਰੀ ਸਾਹਿਬ ਦੇ ਕੋਲ ਸੀ ਕਿਉਂਕਿ ਪੈਸਾ 60% ਕੇਂਦਰ ਸਰਕਾਰ ਦਾ ਸੀ ਤੇ ਹੱਕ ਬਣਦਾ ਉਹਨਾਂ ਦਾ ਵੀ। CBI ਉਹਨਾਂ ਦੀ ਏਜੰਸੀ ਹੈ। ਜੇ CBI ਨੇ ਡਿਮਾਂਡ ਕੀਤੀ ਹੈ ਕਿ ਭਾਈ ਅਸੀਂ ਜਾਂਚ ਕਰੀਏ, ਪੰਜਾਬ ਸਰਕਾਰ ਨੂੰ CBI ਨੂੰ ਜਾਂਚ ਦੇ ਦੇਣੀ ਚਾਹੀਦੀ। ਤੇ ਨਾਲ ਹੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੀਡਰ ਆਪ ਹੀ ਚਲੇ ਜਾਣ ਦਿੱਲੀ ਕੇਂਦਰ ਸਰਕਾਰ ਕੋਲ, ਤੇ ਜਿਨ੍ਹਾਂ ਦੇ ਕੋਲੇ CBI ਹੈ ਉਹਨਾਂ ਨੂੰ ਕਹਿਣ ਜੀ ਸਾਨੂੰ 2 ਮਹੀਨਿਆਂ 'ਚ ਇਨਕੁਆਰੀ ਦਾ ਨਤੀਜਾ ਚਾਹੀਦਾ, ਸਾਨੂੰ 2.5 ਮਹੀਨਿਆਂ ਚਾਹੀਦਾ, ਸਾਨੂੰ ਆਪਣੇ ਲਈ ਨਹੀਂ ਚਾਹੀਦਾ, ਸਾਨੂੰ ਪੰਜਾਬ ਦੇ ਉਹਨਾਂ ਵਿਦਿਆਰਥੀਆਂ ਦੇ ਲਈ ਚਾਹੀਦਾ ਜਿਨ੍ਹਾਂ ਦੀ ਪੜ੍ਹਾਈ ਇਸ ਕਥਿਤ ਘਪਲੇ ਦੇ ਕਰਕੇ ਅੱਧ ਵਿਚਾਲੇ ਰਹਿ ਗਈ। ਤੇ ਜੇ ਚਲੇ ਜਾਣ, ਆਣ ਕੇ ਕਹਿਣ ਅਸੀਂ ਕਹਿ ਕੇ ਆਏ ਜੀ 60 ਦਿਨਾਂ ਦੇ ਵਿੱਚ ਇਨਕੁਆਰੀ ਮੁਕੰਮਲ ਹੋ ਗਈ, CBI ਵਾਲਿਆਂ ਨਾਲ, ਮੰਤਰੀ ਸਾਹਿਬ ਨਾਲ ਸਾਡੀ ਗੱਲ ਹੋ ਗਈ ਹੈ। ਸੰਧਾਲੀਆ ਸਾਹਿਬ, ਜਿਹੜੇ ਵੀ ਬੰਦੇ ਨੇ 1 ਰੁਪਈਆ ਵੀ ਕਿਸੇ ਬੱਚੇ, ਤੁਸੀਂ ਇਹ ਦੇਖੋ ਬੱਚੇ ਦੇ ਸਾਹਮਣੇ ਕਿੱਡੀ ਵੱਡੀ ਸਮੱਸਿਆ, ਕਾਲਜ ਪਹੁੰਚਣਾ ਕਿੱਦਾਂ, ਕਿਤਾਬਾਂ ਕਿੱਥੋਂ ਲੈਣੀਆਂ, ਪੜ੍ਹਨਾ ਕਿੱਦਾਂ। ਤੇ ਜੇ ਉਹਦੇ ਸਾਹਮਣੇ ਇਹ ਵੀ ਪਤਾ ਨਹੀਂ ਮੈਨੂੰ ਪੇਪਰ ਕਿਸੇ ਨੇ ਦੇਣੇ ਆ ਕਿ ਨਹੀਂ ਦੇਣੇ, ਪਤਾ ਨਹੀਂ ਮੇਰੀ ਸਰਕਾਰ ਵਾਲੇ ਪਾਸਿਓਂ ਫੀਸ ਆਜੂ ਕਿ ਨਹੀਂ ਆਜੂ, ਪਤਾ ਨਹੀਂ ਮੈਨੂੰ ਡਿਗਰੀ ਤੇ ਡਿਪਲੋਮਾ ਮਿਲਣਾ ਕਿ ਨਹੀਂ ਮਿਲਣਾ, ਇੰਨੇ ਪ੍ਰੈਸ਼ਰ ਦੇ ਵਿੱਚੋਂ ਬੱਚਿਆਂ ਨੂੰ ਕੱਢਦੇ ਹੋ। ਤਾਂ ਜਿਹੜਾ ਵੀ ਬੰਦਾ ਜ਼ਿੰਮੇਵਾਰ ਹੈ ਉਸ ਬੰਦੇ ਦੇ ਉੱਤੇ ਠੋਕ ਵਜਾ ਕੇ ਵੇਲੇ ਸਿਰ ਕਾਰਵਾਈ ਕਰਾਓ, ਲੋਕ ਪਿੱਛੇ ਪਿੱਛੇ ਆਉਣਗੇ ਵੋਟਾਂ ਪਾਉਣ ਲਈ। ਨਹੀਂ ਬਿਲਕੁਲ ਸਹੀ ਹੈ। ਦੇਖੋ ਨਾ, ਸਕੀਮ ਤਾਂ ਕਿੱਡੀ ਵਧੀਆ ਸੀ ਵੀ ਮਤਲਬ ਜਿਹੜੇ ਉਹ ਪਰਿਵਾਰ ਨੇ ਜਿਨ੍ਹਾਂ ਪਰਿਵਾਰਾਂ ਨੂੰ ਆਰਥਿਕ ਤੌਰ ਤੇ ਤੰਗੀ ਆ ਜੀ, ਵੀ ਉਹਨਾਂ ਦੇ ਘਰਾਂ ਦੇ ਵਿੱਚ ਨਿਆਣੇ ਨੇ, ਹੁਣ ਨਿਆਣੇ ਦਾ ਜਨਮ ਕਿਸੇ ਘਰ 'ਚ ਹੋ ਗਿਆ ਉਹਦੇ ਹੱਥ ਫਸ ਥੋੜਾ ਜੀ, ਉਹ ਬ੍ਰਾਈਟ ਸਟੂਡੈਂਟ ਆ, ਉਹਨੂੰ ਸਿਰਫ ਮੌਕਾ ਮਿਲਣਾ ਚਾਹੀਦਾ। ਐਂਡ ਜੇ ਸਰਕਾਰ ਨੇ ਪਹਿਲਾਂ ਉਹ ਸਕੀਮ ਚਲਾਈ ਸੀ ਵੀ ਹਾਂ ਯਾਰ ਆ ਕੋਈ ਗੱਲ ਨਹੀਂ, ਅਸੀਂ ਇਹਨਾਂ ਜਵਾਕਾਂ ਦੀ ਫੀਸ ਅਸੀਂ ਭਰਦੇ ਨੇ, ਉਹਨੂੰ ਕਹੋ ਪੜ੍ਹੋ, ਇਹਦਾ ਮਤਲਬ ਵੀ ਉਹ ਕਿਤੇ ਨਾ ਕਿਤੇ ਤੇ ਯੱਕੂ ਦਿਮਾਗ ਉੱਥੇ ਹੀ ਤੁਰੇ ਫਿਰਦੇ ਨੇ ਵੀ ਅੱਛਾ ਲੈ ਵੀ ਨਵੀਂ ਸਕੀਮ ਆ ਗਈ। ਫੇਰ ਲੀਡਰ ਵਾਲੀ ਗੱਲ ਕਿ ਯੱਕੂ ਦਿਮਾਗ ਕਿਹੜਾ ਹੁੰਦਾ ਹੈ, ਇੱਕ ਉਹ ਪਹਿਲਾਂ ਸੀਰੀਅਲ ਜਿਹਾ ਨਹੀਂ ਆਉਂਦਾ ਚੰਦਰਕਾਂਤ ਵਾਲਾ ਯੱਕੂ ਹਨਾ ਵੀ ਉਹ ਕੋਈ ਨਾ ਕੋਈ ਜੋ ਸਕੀਮ ਲਾਉਨੇ ਆ। ਕਿਹੜਾ ਸੀਰੀਅਲ ਸੀ ਉਹ ਭਲਾ, ਪਤਾ ਨਹੀਂ ਕੀ ਨਾਂ ਸੀ ਉਹਦਾ, ਉਹ ਬੰਦਾ ਖੂੰਖਾਰ ਜਿਹਾ ਬਣਿਆ ਹੁੰਦਾ ਹੈ ਯੱਕੂ, ਸਾਨੂੰ ਇਦਾਂ ਹੀ ਲੱਗਦੇ ਹੋ ਕਦੀ ਕਦੀ। ਚਲੋ ਚੰਦਰਕਾਂਤ ਹਾਂ, ਚੰਦਰਕਾਂਤ, ਕਰੂਰ ਸਿੰਘ ਨਾਮ ਯਾਦ ਆ ਗਿਆ ਹੁਣ, ਸਾਰਾ ਕੁਝ ਆ ਗਿਆ। ਚਲੋ ਗੱਲ ਇਹ ਆ ਕਿ ਵੀ ਇਹ ਜਿਹੜੇ ਵੀ ਬੰਦੇ ਉਹਦੇ ਨਾਲ ਸਰਕਾਰ ਭਲੇ ਦੀ ਸਕੀਮ ਕੱਢਦੀ ਹੈ, ਉਹ ਆਪਣੀ ਸਕੀਮ ਲਾ ਕੇ ਬਹਿ ਜਾਂਦੇ ਆ ਵੀ ਇਹਨਾਂ ਦਾ ਪੱਕਾ ਇਲਾਜ 2-4 ਵਾਰ ਕਰ ਦਿਓ। ਇੱਕ ਹੁੰਦਾ ਇੱਕ ਕਾਂ ਟੰਗਣਾ, ਪਰ ਜਿਹੜੇ ਹਾਲਾਤ ਨੇ ਇਸ ਵਕਤ ਪੰਜਾਬ ਦੇ ਮੁੱਲਾਂ ਦਾ ਵੀ 5-7 ਡੰਡੇ ਬੰਨ ਕੇ ਨਾ ਉੱਤੇ ਕੱਲਾ ਕਾਂ ਟੰਗਣਾ ਪੈਣਾ। ਫਿਰ ਲੱਗੇ ਵੀ ਇਹ ਕਾਹਦੇ ਵਾਲਾ, ਵੀ ਆਹ ਕਾਹਦੇ ਵਾਲਾ, ਆਹ ਕਾਹਦੇ ਵਾਲਾ। ਫਿਰ ਲੋਕਾਂ ਨੂੰ ਥੋੜ੍ਹਾ ਜਿਹਾ ਹਿਸਾਬ ਤਾਂ ਆਉਣਾ ਵੀ ਨਾ ਵੀਰ ਆਪਾਂ ਇਹ ਕੰਮ ਨਾ ਕਰੀਏ। ਪਰ ਇੱਕ ਗੱਲ ਹੈਗੀ ਆ ਵੀ ਜੇ ਸਾਂਪਲਾ ਸਾਹਿਬ ਇਹੀ ਕੰਮ ਕਰ ਸਕਦੇ ਆ, ਸਾਂਪਲਾ ਸਾਹਿਬ ਕੋਲ ਚਲੋ ਸੰਵਿਧਾਨ ਕਹੋਦਾ ਉਹਨਾਂ ਨੇ ਹੁਣ ਬੇਨਤੀ ਕੀਤੀ ਹੈ ਕਿਉਂਕਿ ਪਿਛਲੇ ਸਮੇਂ 'ਚ ਆਦਮਪੁਰ ਵਾਲਾ ਅੱਡਾ ਚੱਲਿਆ ਸੀ, ਅੱਡਾ ਮਤਲਬ ਜਹਾਜ਼ ਹਵਾਈ ਅੱਡਾ, ਦੂਜਾ ਅੱਡਾ ਨਹੀਂ। ਹੁਣ ਹਵਾਈ ਅੱਡੇ ਤੋਂ ਜਹਾਜ਼ ਜੂ ਚੱਲੇ ਪਹਿਲਾਂ, ਮੁੜ ਕੇ ਕਹਿੰਦੇ ਵੀ ਹੁਣ ਯਾਰ ਜਹਾਜ਼ ਆਉਂਦਾ ਜਾਂਦਾ ਹੀ ਨਹੀਂ ਕੁਛ ਵੀ। ਹੁਣ ਉਹਨਾਂ ਨੇ ਉੱਥੇ ਸਿੰਧੀਆ ਸਾਹਿਬ ਕੋਲ ਜਾ ਕੇ ਬੇਨਤੀ ਕੀਤੀ, ਉਹ ਕਹਿੰਦੇ ਇੱਦਾਂ ਨਾ ਕਰੋ ਮਹਾਰਾਜ, ਵੀ ਬਕਾਇਦਾ ਉੱਥੇ ਆਦਮਪੁਰ ਵਾਲਾ ਦੁਆਬੇ 'ਚ ਹਵਾਈ ਅੱਡਾ ਬਣਿਆ, ਜਹਾਜ਼ ਆਉਂਦਾ ਜਾਂਦਾ ਸੀ, ਲੋਕਾਂ ਨੂੰ ਸਹੂਲਤ ਆ ਵੀ ਇੱਕ ਨਾਲ ਲੱਭੋ ਵੀ ਕੀ ਗੱਲ ਜਹਾਜ਼ ਦੀਆਂ ਚਾਬੀਆਂ ਗਵਾ ਗਈਆਂ ਜਾਂ ਪਾਇਲਟ ਨਹੀਂ ਲੱਭਦਾ। ਦੇਖੋ ਬਹੁਤ ਚੰਗਾ ਹੋਇਆ ਸਾਂਪਲਾ ਸਾਹਿਬ ਉੱਥੇ ਗਏ ਕਿਉਂਕਿ ਹਵਾਈ ਅੱਡਾ ਬਣਿਆ, ਪੈਸੇ ਲੱਗੇ ਆ, ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਸੀ ਨਾ, ਜਿਹੜੇ ਆਉਣਾ ਜਾਣਾ ਹੁੰਦਾ, ਐਮਰਜੈਂਸੀ ਹੁੰਦੀ ਬਹੁਤ ਵਾਰੀ, ਪ੍ਰਵਾਸੀਆਂ ਦਾ ਵੀ ਸੀਗਾ ਕਿ ਦਿੱਲੀ ਉਤਰਨ, ਦਿੱਲੀੋਂ ਆਦਮਪੁਰ। ਚਲੋ ਸਾਂਪਲਾ ਸਾਹਿਬ ਕਹਿੰਦੇ ਜੀ ਮੈਂ ਜੋਤਰੇ ਦਿੱਤੀ ਹੈ ਸਿੰਧੀਆ ਸਾਹਿਬ ਕੋ ਇਸ ਕਰਕੇ ਗਿਆ ਸੀ ਕਿ ਕੋਵਿਡ ਖਤਮ ਹੋ ਗਿਆ, ਫਲਾਈਟ ਚੱਲੀ ਨਹੀਂ, ਸਾਨੂੰ ਲੋੜ ਹੈ। ਦੁਆਬੇ ਦੇ ਵਿੱਚੋਂ ਬਹੁਤ ਸਾਰੇ ਲੋਕ ਵਿਦੇਸ਼ਾਂ 'ਚ ਵੀ ਗਏ ਆ। ਉਹ ਕਹਿੰਦੇ ਉੱਥੇ ਜਾ ਕੇ ਮੈਨੂੰ ਹੋਰ ਹੀ ਕੁਝ ਪਤਾ ਲੱਗਾ ਕਿ ਉਹਨਾਂ ਨੂੰ ਕਿਸੇ ਨੇ ਗਲਤ ਜਾਣਕਾਰੀ ਦੇ ਦਿੱਤੀ ਸੀ ਕਿ ਫਲਾਈਟ ਘਾਟੇ 'ਚ ਜਾਂਦੀ ਹੈ ਤੇ 3 ਸਾਲ ਦੀ ਡੀਲ ਸੀ ਉਹ ਮੁਕੰਮਲ ਹੋ ਗਈ, ਨਵੀਂ ਕਿਸੇ ਕੰਪਨੀ ਨੇ ਆਣ ਕੇ ਜਹਾਜ਼ ਚਲਾਉਣ ਲਈ ਹਾਮੀ ਨਹੀਂ ਭਰੀ। ਉਹ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੜ ਜਾ ਪਤਾ ਸ਼ਤਾ ਕਰਾਓ ਕਿ ਮੈਂ ਮੰਤਰੀ ਹੁੰਦਾ ਸੀ ਕੇਂਦਰ 'ਚ, ਮੈਨੂੰ ਦਿੱਲੀ ਆਉਣਾ ਜਾਣਾ ਪੈਂਦਾ ਸੀ, ਇਲਾਕਾ ਮੇਰਾ ਜਲੰਧਰ ਹੁਸ਼ਿਆਰਪੁਰ ਉਹੀ ਸੀ, ਵਿਚਾਲੇ ਆਦਮਪੁਰ ਹੈ। ਉਹ ਕਹਿੰਦੇ ਮੈਨੂੰ ਮੰਤਰੀ ਹੁੰਦਿਆਂ ਸੀਟ ਨਹੀਂ ਸੀ ਮਿਲਦੀ,
ਕਿਉਂਕਿ ਜਹਾਜ਼ ਭਰਿਆ ਹੁੰਦਾ ਸੀ। ਕਹਿੰਦੇ ਜੇ ਮੈਨੂੰ ਸੀਟ ਨਹੀਂ ਸੀ ਮਿਲਦੀ, ਜਹਾਜ਼ ਭਰਿਆ ਹੁੰਦਾ ਸੀ, ਤਾਂ ਇਹਦਾ ਮਤਲਬ ਹੈ ਕਿ ਫਲਾਈਟ ਫੁੱਲ ਹੁੰਦੀ ਸੀ। ਤੇ ਕਹਿੰਦੇ ਕੀਨੇ ਜਮਾ ਘਟਾਓ ਕਰਕੇ ਗਲਤ ਸਾਰੀ ਜਾਣਕਾਰੀ ਦੇ ਦਿੱਤੀ ਕਿ ਭਾਈ ਇੱਥੋਂ ਫਲਾਈਟ ਖਾਲੀ ਜਾਂਦੀ ਤੇ ਸਾਨੂੰ ਘਾਟਾ ਪੈਂਦਾ। ਉਹ ਕਹਿੰਦੇ ਉਹਨਾਂ ਨੇ, ਮੰਤਰੀ ਸਾਹਿਬ ਨੇ 7 ਦਿਨ ਮੰਗੇ ਆ ਕਿ ਮੈਂ ਸਾਰੀ ਰਿਪੋਰਟ ਮੰਗਵਾ ਲੈਣਾ, ਸਾਰਾ ਪਤਾ ਕਰ ਲੈਣਾ। 7 ਦਿਨਾਂ ਦੇ ਬਾਅਦ ਕਹਿੰਦੇ ਜੀ ਵਾਪਸ ਆ ਕੇ ਮੈਨੂੰ ਮਿਲੋ ਤੇ ਆਪਾਂ ਕੋਈ ਨਾ ਕੋਈ ਪ੍ਰਬੰਧ ਕਰ ਦਿੰਦੇ ਹਾਂ। ਹੁਣ ਦੇਖੋ ਪਠਾਨਕੋਟ, ਅੰਮ੍ਰਿਤਸਰ, ਆਦਮਪੁਰ, ਲੁਧਿਆਣੇ ਵਾਲਾ ਵੀ ਲਾ ਲਓ, ਬਠਿੰਡਾ, ਮੋਹਾਲੀ, 6-7 ਆਪਣੇ ਕੋਲ ਹਵਾਈ ਅੱਡੇ ਹੋ ਗਏ। ਤੇ ਜੇ ਫਲਾਈਟਾਂ ਨਹੀਂ ਚੱਲਣਗੀਆਂ, ਪੈਸੇ ਲੱਗੇ ਨੇ, ਉੱਥੇ ਬੰਦੇ ਕੰਮ ਕਰਦੇ ਨੇ, ਤਨਖਾਹਾਂ ਉਹਨਾਂ ਦੀਆਂ ਜਾਣੀਆਂ, ਤੇ ਲੋਕ ਦਿੱਲੀ ਤੱਕ ਭੱਜੇ ਫਿਰਦੇ ਆ ਗੱਡੀਆਂ ਦੇ ਵਿੱਚ, ਰਾਹ 'ਚ 20 ਤਰ੍ਹਾਂ ਦੇ ਖਤਰੇ ਹੁੰਦੇ ਆ, ਤੇ ਉਹ ਚੀਜ਼ਾਂ ਚਲਾਉਣੀਆਂ ਤਾਂ ਚਾਹੀਦੀਆਂ। ਸਾਂਪਲਾ ਸਾਹਿਬ ਚੰਗਾ ਹੋਇਆ ਤੁਸੀਂ ਗਏ। ਨਹੀਂ ਵਧੀਆ ਗੱਲ ਆ। ਮੈਂ ਤਾਂ ਇਹ ਵੀ ਬੇਨਤੀ ਕਰਦਾ ਵੀ ਇਹ ਨਾ ਸਮਝਿਆ ਜਾਵੇ ਵੀ ਆਮ ਤੌਰ ਤੇ ਨਿੱਕੇ ਅੱਡੇ ਤੇ ਹੀ ਬੰਦੇ ਹੁੰਦੇ ਨਾ ਕੁਛ ਵੀ ਇਹ ਨਹੀਂ, ਇਹ ਟੈਂਪੂ ਨਹੀਂ ਚੱਲਣਾ ਯਾਰ, ਉਹ ਨਹੀਂ ਹੈ ਨਹੀਂ ਕੋਈ, ਇਹਦੇ ਚੜਿਓ ਨਾ, ਇਹਦਾ ਕੁਛ ਪਤਾ ਨਹੀਂ, ਕੱਲ ਵੀ ਸੀਗਾ ਪਲਟਣ ਨੂੰ ਫਿਰਦਾ ਜਾ ਕੇ ਨਾ ਵੀ ਅੱਛਾ ਭੈਣਾ ਤੁਸੀਂ ਹੁਣ ਚੜ੍ਹਨ ਤੇ ਲੱਗੀਆਂ ਇਹਦੇ ਤੇ, ਬੰਦਾ ਥੋੜਾ ਸ਼ਰਾਬੀ ਕਬਾਬੀ ਜਿਹਾ ਹੀ ਹੈ, ਐਵੇਂ ਨੁਕਸਾਨ ਨਾ ਕਰਾ ਲਿਓ, ਬਾਕੀ ਚਲੋ ਇਹਨੂੰ ਜਾ ਲੈਂਦੇ ਹੋ, ਮਗਰ ਆਪਣਾ ਟੈਂਪੂ ਲੱਗਾ ਇੱਥੇ ਚੱਲਦੇ ਹੈ ਨਾ। ਮੈਂ ਇਹ ਤਾਂ ਉਦਾਹਰਨ ਦਿੱਤੀ ਵੀ ਜਿੱਥੇ ਜਿਹੜਾ ਕੰਮ ਹੁੰਦਾ ਉੱਥੇ ਉਸ ਲੈਵਲ ਦੇ ਬੰਦੇ ਹੁੰਦੇ ਆ ਭਾਨੀ ਮਾਰਨ ਵਾਲੇ। ਹੁਣ ਟੈਂਪੂਆਂ ਤੇ ਹੋ ਗਏ, ਟੈਕਸੀਆਂ 'ਚ ਹੋ ਗਏ, ਫਿਰ ਬੱਸ ਅੱਡਿਆਂ 'ਚ ਵੀ ਆਪਾਂ ਦੇਖਦੇ ਹਾਂ, ਤੇ ਜਿੱਥੇ ਜਹਾਜ਼ਾਂ ਦਾ ਕਾਰੋਬਾਰ ਉੱਥੇ ਵੀ ਤੇ ਬੰਦੇ ਹੋਣਗੇ ਨਾ। ਉਹ ਕਿੱਥੇ ਮਾਰਾ ਖਾਲੀ ਜਹਾਜ਼ ਆਉਣਾ। ਕੱਲ ਅਜੇ ਵੇਖਿਆ ਮਾਰਾ ਚੜ੍ਹਦਾ ਹੀ ਕੋਈ ਨਹੀਂ। ਮੈਂ ਘਾਟੇ ਦਾ ਸੌਦਾ ਜਹਾਜ਼ ਉਤਰਿਆ, ਮੈਨੂੰ ਤਾਂ ਲੱਗਾ ਪਾਇਲਟ ਵੀ ਹੈ ਨਹੀਂ ਉਹਦੇ 'ਚ, ਕਹਿਣ ਆਹੋ ਵੀ ਆਪੇ ਹੀ ਕਿਤੇ ਆਊਗਾ ਮਾਰਾ, ਉੱਥੇ ਜਹਾਜ਼ ਚਲਾਉਣ ਦੀ ਲੋੜ ਨਹੀਂ। ਨਿਆਣਿਆਂ ਨੂੰ ਦਿਖਾਉਣ ਰੱਖ ਲਓ, ਹਵਾਈ ਅੱਡਾ ਵੀ ਇਦਾਂ ਦਾ ਹੁੰਦਾ, 93 ਆ। ਕਹਿਣ ਤੋਂ ਭਾਵ ਇਹ ਆ ਵੀ ਪਿਛਲੇ ਸਮੇਂ 'ਚ ਬਹੁਤ ਸਾਰੇ ਜਹਾਜ਼ ਅੱਡੇ, ਮਾਫੀ ਚਾਹੁੰਦਾ, ਮਾੜੇ ਬੰਦੇ ਕੋਲੋਂ ਬੱਸ ਅੱਡੇ ਨਿਕਲਦਾ, ਪ੍ਰਧਾਨ ਦੀ ਟਰਾਂਸਪੋਰਟ ਵੀ ਲੱਗਦੀ ਨਹੀਂ, ਉਹ ਨਹੀਂ ਗੱਲ। ਕਹਿਣ ਤੋਂ ਭਾਵ ਇਹ ਆ ਭਈ ਉਹ ਜਿਹੜਾ ਹਵਾਈ ਅੱਡੇ ਨੇ ਉਹ ਪ੍ਰਾਈਵੇਟ ਵੀ ਕੀਤੇ ਸੀ, ਅਗਲਾ ਨੇ ਵੇਖਿਆ ਵੀ ਯਾਰ ਜਹਾਜ਼ ਹੀ ਉੱਥੋਂ ਚੱਲਦਾ, ਸਾਡੇ ਇੱਥੋਂ ਨਹੀਂ ਚੱਲਦਾ, ਤੇ ਫਿਰ ਇਸ ਕਰਕੇ ਉਹਨੂੰ ਬੰਦ ਕਰਾਈਏ ਤਾਂ ਜੋ ਇੱਧਰੋਂ ਸਵਾਰੀ ਘੁੰਮ ਕੇ ਜਾਵੇ। ਕੁਛ ਪਤਾ ਨਹੀਂ ਕਿੰਨੇ ਕਿੱਥੇ ਕੀ ਕੀਤਾ ਹੋਵੇ, ਉਹ ਸਾਰਾ ਕੁਝ ਦਰੁਸਤ ਕਰ ਲੈਣ। ਤੇ ਮੈਨੂੰ ਲੱਗਦਾ ਜੇ ਜਹਾਜ਼ ਚੱਲੂਗਾ ਸਾਰੇ ਦੁਆਬੇ ਵਾਲਿਆਂ ਨੂੰ ਪਤਾ ਲੱਗ ਜਾਣਾ ਵੀ ਭਾਈ ਸਾਹਿਬ ਉੱਤੇ ਵੀ ਬੀਜੇਪੀ, ਇੱਧਰ ਵੀ ਸਾਂਪਲਾ ਸਾਹਿਬ ਨੇ ਕਿਹਾ, ਤੇ ਲੋਕਾਂ ਦਾ ਭਲਾ ਹੋਊਗਾ, ਤੇ ਉੱਥੇ ਇਕੱਲੇ ਨੂੰ ਦੱਸਣ ਦੀ ਲੋੜ ਥੋੜਾ ਪੈਣੀ ਜਾ ਕੇ। ਸੰਧਾਲੀਆ ਸਾਹਿਬ, ਇੱਕ ਪਾਸੇ 1158 ਜਿਹੜੇ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ ਭਰਤੀ ਕੀਤੇ ਸੀ, ਉਹ ਇਨਸਾਫ ਮੰਗਦੇ ਆ ਕਿ ਅਦਾਲਤ ਨੇ ਬਾਹਰ ਕੱਢ ਦਿੱਤੇ, ਸਰਕਾਰ ਸਾਡੀ ਬਾਂਹ ਫੜੇ, ਉੱਪਰਲੀ ਅਦਾਲਤ ਦੇ ਵਿੱਚ ਅਪੀਲ ਕਰੇ। ਦੂਸਰੇ ਪਾਸੇ ਤਕਰੀਬਨ 6635 ETT ਟੀਚਰ ਜਿਹੜੇ ਨੇ, ਐਲੀਮੈਂਟਰੀ ਟੀਚਰ, ਉਹ ਦਾਅਵਾ ਕੀਤਾ ਕਿ ਭਾਈ ਨਿਯੁਕਤੀ ਪੱਤਰ ਦੇ ਦਿੱਤੇ, ਸਕੂਲ ਅਲਾਟ ਕਰ ਦਿੱਤੇ। ਹਰਜੋਤ ਸਿੰਘ ਬੈਂਸ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਖੁਦ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਆ। ਦੇਖੋ ਚੰਗੀ ਗੱਲ ਹੈ, ਹਜ਼ਾਰਾਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਮਹੀਨੇ ਤੁਹਾਨੂੰ 5 ਹੋਏ ਆ। ਜਿੰਨਿਆਂ ਨੂੰ ਵੀ ਨੌਕਰੀਆਂ ਦਿੰਨੇ ਉਹ ਬਹੁਤ ਵਧੀਆ, ਕੋਈ ਮਾੜਾ ਨਹੀਂ। ਸਕੂਲਾਂ ਦੇ ਵਿੱਚ ਅਧਿਆਪਕ ਪੂਰੇ ਹੋਣੇ ਚਾਹੀਦੇ ਆ। ਮੁੱਢਲੇ ਪੱਧਰ ਦੇ ਉੱਤੇ ਜੇ ਅਧਿਆਪਕ ਪੂਰੇ ਆ ਤਾਂ ਆਪਣੀ ਉੱਚ ਸਿੱਖਿਆ ਦੇ ਵਿੱਚ ਵੈਸੇ ਹੀ ਬੇਸ ਵਧੀਆ ਬਣ ਜਾਣਾ। ਹੁਣ ਬਾਕੀਆਂ ਦਾ ਵੀ ਧਿਆਨ ਰੱਖਿਆ ਜਾਵੇ, ਅਸੀਂ ਇਸ ਗੱਲ ਦੀ ਵੀ ਉਮੀਦ ਕਰਦੇ ਹਾਂ। ਤੇ ਜਾਂਦਿਆਂ ਲਖੀਮਪੁਰ ਖੀਰੀ ਵਾਲੀ ਗੱਲ ਜ਼ਰੂਰ ਕਰ ਲਈਏ। ਨਹੀਂ ਦੇਖੋ, ਉੱਥੇ ਦਾ ਧਰਨਾ ਲੱਗ ਗਿਆ, ਬੰਦੇ ਗਏ ਸੀ, ਉਹ ਡਟ ਕੇ ਬਹਿ ਗਏ। ਉਹ ਕਹਿੰਦੇ ਵੀ ਜਦ ਤੱਕ ਮਹਾਰਾਜ ਇਹ ਕਿਸੇ ਪਾਸੇ ਲੱਗਦੀ ਨਹੀਂ ਗੱਲ, ਅਸੀਂ ਇੱਥੋਂ ਹਿੱਲਣਾ ਨਹੀਂ। ਬਾਕੀ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਵੀ ਉਹ ਜਿੰਨਾ ਉੱਥੇ ਮਗਰ ਪੈਰਵਾਈ ਰੱਖਣਗੇ ਉਨਾ ਹੀ ਆਪਾਂ ਆਸ ਕਰ ਸਕਦੇ ਹਾਂ ਵੀ ਉਹਦੇ ਨਾਲ ਕੁਛ ਨਾ ਕੁਛ ਇਨਸਾਫ ਹੋ ਜਾਊਗਾ ਜੀ। ਤੇ ਜੇ ਨਹੀਂ ਰੱਖਣੀ ਤੇ ਫਿਰ ਤੇ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜਾ ਇਕੱਠ ਉੱਥੇ ਮੰਡੀ ਦੇ ਵਿੱਚ ਹੋਇਆ ਪੰਜਾਬ ਦੇ ਕਿਸਾਨਾਂ ਦਾ, ਇਹ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਜਿੱਦਾਂ ਦਿੱਲੀ ਵਾਲੇ ਮੋਰਚੇ 'ਚ ਪਹਿਲਾਂ ਪੰਜਾਬ ਦੇ ਕਿਸਾਨ ਹੀ ਸੀ, ਉੱਤਰ ਪ੍ਰਦੇਸ਼ ਦੇ ਵੀ ਥੋੜ੍ਹੇ ਹੀ ਨੇ, ਹਰਿਆਣੇ ਦੇ ਵੀ ਅਜੇ ਤੱਕ ਥੋੜ੍ਹੇ ਹੀ ਨੇ। ਤੇ ਮੈਂ ਹੈਰਾਨ ਸੀ ਕਿ ਕਿਸਾਨਾਂ ਦੇ ਵਿੱਚੋਂ ਕਈ ਲੀਡਰ ਆਪਸ 'ਚ ਲੜੇ ਨੇ, ਇਹਦੇ ਬਾਵਜੂਦ ਵੀ ਬੀਬੀਆਂ ਪਹਿਲਾਂ ਪਿੰਡੋਂ ਰੇਲਵੇ ਸਟੇਸ਼ਨ, ਫਿਰ ਟ੍ਰੇਨ 'ਚ ਝੰਡੇ ਫੜੇ ਹੋ ਆ, ਫਿਰ ਉੱਥੋਂ ਰੇਲਵੇ ਸਟੇਸ਼ਨ ਤੇ ਉਤਰ ਕੇ ਆਟੋ 'ਚ ਬੈਠ ਕੇ ਫਿਰ ਮੰਡੀ ਤੱਕ ਰੋਟੀਆਂ ਬੰਨੀਆਂ ਆ ਕੋਲ। ਹੁਣ ਤੁਸੀਂ ਦੇਖੋ ਉੱਥੇ ਕਿਹੜਾ ਪੈਨਸ਼ਨ ਲੈਣ ਚੱਲੇ ਆ, ਤਨਖਾਹਾਂ ਲੈਣ ਚੱਲੇ ਆ, ਜਾਂ ਨੌਕਰੀ ਮੰਗਦੇ ਆ, ਪਤਾ ਨਹੀਂ ਕਦੋਂ ਮੀਂਹ ਆ ਜਾਣਾ, ਹਨੇਰੀ ਆ ਜਾਣੀ ਆ, ਫਿਰ ਵੀ ਡਟੇ ਹੋਏ ਨੇ। ਮੈਂ ਤਾਂ ਸਵੇਰ ਵਾਲੇ ਪ੍ਰੋਗਰਾਮ 'ਚ ਬੇਨਤੀ ਕੀਤੀ ਹੁਣ ਵੀ ਕਿ ਜਿਸ ਦੇਸ਼ ਦੇ ਵਿੱਚ ਇੰਨੇ ਦ੍ਰਿੜ ਇੱਛਾ ਸ਼ਕਤੀ ਵਾਲੇ ਲੋਕ ਨੇ ਜਿਹੜੇ ਇਦਾਂ ਦੀਆਂ ਵਿਰੋਧੀ ਸਥਿਤੀਆਂ ਦੇ ਵਿੱਚ ਵੀ ਰਾਤ ਦਿਨ ਕੱਟ ਸਕਦੇ ਆ, ਉਹਨਾਂ ਲੋਕਾਂ ਨੂੰ ਸਰਕਾਰ ਇੱਕੋ ਟਰੈਕ ਤੇ ਲੈ ਕੇ ਤੁਰੇ, ਦੇਸ਼ ਕਿਤੇ ਦਾ ਕਿਤੇ ਚਲੇ ਜਾਊਗਾ। ਕਿਉਂਕਿ ਕੰਫਰਟ ਜ਼ੋਨ 'ਚ ਤਾਂ ਇਹ ਹੈ ਹੀ ਨਹੀਂ, ਚਾਹੇ ਖੇਤੀ ਕਰਦੇ ਆ, ਚਾਹੇ ਮਜ਼ਦੂਰੀ ਕਰਦੇ ਆ, ਚਾਹੇ ਧਰਨਾ ਪ੍ਰਦਰਸ਼ਨ ਕਰਦੇ ਆ। ਤੁਸੀਂ ਦੇਖੋ ਕਿ ਕਿੰਨੇ ਕਰੜੇ ਬੰਦੇ ਨੇ ਇਹ, ਬੀਬੀਆਂ ਵੀ ਸਾਡੀਆਂ। ਤੇ ਜੇ ਕਿਤੇ ਇੱਕ ਟਰੈਕ ਦੇ ਉੱਤੇ ਕੰਮ ਹੋ ਜਾਵੇ, ਆਲੇ ਦੁਆਲੇ ਵਾਲੇ ਕਿਤੇ ਐਨੂੰ ਅੱਖ ਝੱਕ ਕੇ ਨਹੀਂ ਦੇਖ ਸਕਦੇ। ਬਿਲਕੁਲ ਆਸ ਕਰਦੇ ਹਾਂ ਵੀ ਚਲੋ ਸਰਕਾਰ ਉਹਨਾਂ ਦੀ ਵੀ ਬਾਂਹ ਫੜੂਗੀ ਜੀ। ਆਪਾਂ ਨੂੰ ਚੱਲੀਏ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਉਹ ਜੀ ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।